KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:29 ਹੋਏ ਨੇ। 14 ਮਈ ਦਾ ਦਿਨ ਹੈ, ਵਰਾ 2021 ਦਾ, ਸ਼ੁੱਕਰਵਾਰ ਹੈ। 1 ਜੇਠ ਨਾਨਕ ਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। 20ਵੀਂ ਸਦੀ ਦੀ ਸਿੱਖ ਰਾਜਨੀਤੀ ਦੂਸਰੇ ਹਿੱਸੇ ਦੇ ਵਿੱਚ ਪਹਿਲਾਂ ਸੁਣਾਉਣਾ ਹੈ। ਉਸ ਤੋਂ ਬਾਅਦ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਗੱਲਬਾਤ ਬਚਪਨ ਦੀ ਆਪਾਂ ਕਰਨੀ ਹੈ। ਬਚਪਨ ਦਾ ਸਮਾਂ ਹੈ। ਬਚਪਨ ਦੇ ਵਿੱਚ ਕਿਹੋ ਜਿਹਾ ਸਮਾਂ ਹੁੰਦਾ ਸੀ ਤੇ ਕੀ ਯਾਦਾਂ ਬਚਪਨ ਦੀਆਂ ਜੁੜੀਆਂ, ਛੋਟੀਆਂ ਛੋਟੀਆਂ ਚੀਜ਼ਾਂ ਕਿਵੇਂ ਖੁਸ਼ੀ ਦਿੰਦੀਆਂ। ਤੇ ਅਸਲ ਕਹਾਣੀ ਤਾਂ ਇਹ ਹੈ ਕਿ ਹੁੰਦੇ ਮੁੰਡਿਆਂ ਦੇ ਇਸ ਕਤਲੋਗਾਰਤ ਨੇ ਭਾਈਚਾਰਾ ਜਿਵੇਂ ਝੰਜੋੜ ਕੇ ਰੱਖਿਆ। ਕਹਾਣੀ ਉਧਰ ਨੂੰ ਪਾਉਣੀ ਹੈ, ਉਧਰ ਦੇ ਉਹਦੇ ਬਚਪਨ ਦੀਆਂ ਗੱਲਾਂ ਉਹ ਜਿਹੀਆਂ ਕਰਨੀਆਂ ਨੇ, ਉੱਥੇ ਦੀਆਂ ਵੀ ਇੱਥੇ ਦੀਆਂ ਵੀ। ਸਾਂਝੀ ਗੱਲ ਕਰਾਂਗੇ। ਬਹੁਤ ਜਵਾਕ ਨੇ ਜਿਹੜੇ ਇੱਧਰ ਨੂੰ ਤੁਰੇ ਫਿਰਦੇ, ਉਹਨਾਂ ਦਾ ਬਚਪਨ ਬਹੁਤ ਨੇੜਿਓਂ ਵੇਖਿਆ। ਕਿਸੇ ਨੇ ਤਾਂ ਵੇਖਿਆ ਕਿੰਨੇ ਸਾਊ ਜਵਾਕ, ਮਾਪੇ ਸਾਊ ਧਰਮੀ ਬੰਦੇ, ਤੇ ਹੱਥੋਂ ਗੱਲ ਜਿਹੜੀ ਨਿਕਲ ਗਈ ਉਹਨਾਂ ਦੀ ਗੱਲਬਾਤ ਵੀ ਕਰਨੀ ਆ। ਪਰ ਨਾਲ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਸ਼ੁੱਕਰਵਾਰ ਨੂੰ ਆਪਾਂ ਆਪਣੇ ਬਚਪਨ ਦੀਆਂ ਗੱਲਾਂ, ਜਿਹੜੀਆਂ ਖੁਸ਼ੀ ਦਿੰਦੀਆਂ ਛੋਟੀਆਂ ਛੋਟੀਆਂ ਚੀਜ਼ਾਂ, ਉਹ ਕੀ ਸੀ। ਸਭ ਤੋਂ ਬੜਾ ਜਿਹੜਾ ਐਕਸ਼ਨ ਜਿਹੜਾ ਹੁੰਦਾ ਉਹ ਸੀ ਵੀ ਜਦ ਮਾਮਾ ਨੇ ਨਲਾਉਣਾ ਸੀ। ਨਲਾਉਣ ਦੀ ਇੱਥੇ ਸ਼ਾਵਰ ਹੈ ਜਿਹੜਾ ਹੀ, ਇੱਥੇ ਤਾਂ ਭਰ ਕੇ ਟੱਬ ਫੜਾ ਦਿੰਦੇ ਨੇ, ਉੱਥੇ ਬਾਲਟੀਆਂ ਵੀ ਆਪ ਗੇੜਨੀਆਂ ਪੈਂਦੀਆਂ। ਫਿਰ ਜਦ ਜੇ ਬੰਦਾ ਨਾ ਸੂਤ ਆਵੇ ਜਾਂ ਗੋਡਿਆਂ ਥੱਲੇ ਦੇ ਕੇ ਨਲਾਉਣਾ ਤਾਂ ਬੰਦਾ ਹੱਥੋਂ ਜਵਾਕ ਨਿਕਲਦਾ ਜਾਵੇ। ਫਿਰ ਜਦ ਲੋ ਪੈਣੀ ਹੈ ਉਹ ਵੀ ਗੋਡਿਆਂ ਥੱਲੇ। ਉਹ ਗੋਡਿਆਂ ਵਾਲਾ ਕੰਮ ਜਿਹੜਾ ਹੈ ਉਹ ਮਾਮਾ ਦਾ ਫੜ ਕੇ ਜਵਾਕਾਂ ਨੂੰ ਸਾਂਭਣਾ, ਤਿਆਰ ਕਰਨਾ ਤੇ ਮਿੱਟੀ 'ਚ ਲਿਬੜ ਕੇ ਜਦ ਉਹਨੇ ਮੁੜ ਕੇ ਆਉਣਾ ਅੱਧੇ ਘੰਟੇ ਬਾਅਦ, ਬਸ ਫੇਰ ਮਿੱਟੀ 'ਚ ਲਿਬੜਿਆ ਨਹੀਂ। ਫਿਰ ਗੱਲ ਥੋੜਾ, ਫਿਰ ਤਾਂ ਖੂੰਜੇ ਵੱਲ ਦੇਖਣਾ ਵੀ ਖੂੰਜੇ 'ਚ ਕੀ ਪਿਆ, ਥਾਪੀ ਪਈ ਹੈ ਕਿ ਸੋਟੀ ਪਈ ਹੈ, ਜਾਂ ਫਿਰ ਪੈਰ ਦੇ ਵਿੱਚ ਕਿਤੇ ਜੁੱਤੀ ਪਾਈ ਹੋਵੇ ਅਚਨਚੇਤ। ਉਹ ਬਚਪਨ ਦੀਆਂ ਗੱਲਾਂ ਅੱਜ ਕਰੂੰਗਾ ਮੈਂ ਤੁਹਾਡੇ ਨਾਲ। ਮੇਰਾ ਪਿੰਡ ਮੇਰੇ ਖੇਤ 'ਚ। ਤਾਂ ਆਪਾਂ ਪਹਿਲੇ ਹਿੱਸੇ 'ਚ ਆਪਾਂ ਗੱਲਬਾਤ ਕਰਾਂਗੇ ਸਿੱਖ ਰਾਜਨੀਤੀ ਦੀ, ਤੇ ਉਹਨੂੰ ਰਿਫਰੈਸ਼ ਕਰੂੰਗਾ। ਸੋਮਵਾਰ ਤੋਂ 1947 ਤੋਂ ਆਜ਼ਾਦੀ ਤੋਂ ਬਾਅਦ ਦਾ ਸਮਾਂ ਜਿਹੜਾ ਉਹ ਸ਼ੁਰੂ ਹੋ ਜਾਣਾ। ਸੋਮਵਾਰ ਨੂੰ ਤਰੀਕ ਵੀ 17 ਹੋ ਜਾਣੀ ਹੈ ਇਸ ਸਾਲ ਦੇ। 2 ਹਫ਼ਤੇ ਆਪਣੇ ਕੋਲ ਰਹਿ ਜਾਣ ਨੇ, ਇਸ ਮਹੀਨੇ ਦੇ, ਸੌਰੀ। ਕੋਸ਼ਿਸ਼ ਕਰੂੰਗਾ ਕਿ ਖਤਮ ਹੋ ਜਾਵੇ ਜੂਨ ਦੇ ਪਹਿਲੇ ਹਫ਼ਤੇ 'ਚ, ਕਿਉਂਕਿ ਇਹਨੂੰ ਖੁੱਲੇ ਜੇ ਇੱਕ ਦਿਲ ਦੇ ਨਾਲ ਮੈਂ ਸੁਣਾਉਣਾ ਚਾਹੁੰਦਾ ਵੀ ਕੁਝ ਕਾਰਨ ਕੀ ਸੀ ਜਿੱਥੋਂ ਇਹ ਚੀਜ਼ ਸਮਝੀਏ। ਕਿਉਂਕਿ ਅਸੀਂ ਤਾਂ 78 ਨਹੀਂ, 82 ਤੋਂ 84 ਦੀਆਂ 2 ਸਾਲ ਦੀਆਂ ਘਟਨਾਵਾਂ ਨੂੰ ਦੇਖ ਕੇ ਉਸ ਸਾਕੇ ਨੂੰ ਅਸੀਂ ਜਸਟੀਫਾਈ ਕਰਦੇ ਹਾਂ। ਨਹੀਂ, ਉਹਦੇ ਪਿੱਛੇ ਬਹੁਤ ਵੱਡੀ ਗੱਲ ਹੈ। ਔਰ ਦੁੱਖ ਦੀ ਕਹਾਣੀ ਇਹ ਹੈ, ਦੁੱਖ ਦੀ ਕਹਾਣੀ ਕਿ ਜਿਨ੍ਹਾਂ ਨੂੰ ਵੀ ਪਤਾ ਹੈ ਇਸ ਚੀਜ਼ ਦਾ ਵੀ ਧੱਕਾ ਹੋਇਆ ਉਹ ਵੀ ਮੁਨਕਰ ਹੋ। ਉਹ ਕਹਿੰਦਾ ਬਈ ਇਹ ਜਿਹੜੀ ਗੱਲ ਮੁਨਕਰ ਉਹਦੇ 'ਚ ਕਿਉਂ ਹੋਏ। ਉਹਨਾਂ ਨੂੰ ਇਹ ਸੀ ਵੀ ਮੁਨਕਰ ਜੇ ਐਕਸੈਪਟ ਕਰ ਲਾਂਗੇ ਫਿਰ ਇਹ ਜਸਟੀਫਿਕੇਸ਼ਨ ਹੋ ਜੂਆ ਸੰਘਰਸ਼ ਜਿਹਦੀ ਅਸੀਂ ਵਿਰੋਧਤਾ ਕਰਨੀ। ਸੇਮ ਟੋਕਨ ਆ ਰਾਜਨੀਤਿਕ ਲੀਡਰ ਜਿਹੜੇ ਤੁਹਾਡੇ ਨੇ, ਜੇ ਇਹ ਮੰਨ ਲੈਣਗੇ ਵੀ ਸਾਡੇ ਗੋਲੀਆਂ ਚੱਲਦੀਆਂ ਨੇ, ਫਿਰ ਇਹਨਾਂ ਦੀ ਫੇਲਰ ਗਿਣੀ ਜਾਣੀ, ਅਗਲੀ ਵਾਰ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ। ਇਹ ਐਕਸ਼ਨ 'ਚ ਗੱਲ ਚੱਲ ਰਹੀ ਆ। ਪੁੱਛਣਾ ਕਿ ਦੱਸਣਾ ਲਾਈਨ ਖਾਲੀ ਆ ਮੇਰੀ 1.5 ਘੰਟਾ ਹੁਣ ਤੋਂ, ਜਿਹੜਾ ਮਰਜ਼ੀ ਆ ਜਾਵੇ, ਸਤਿਕਾਰ ਦੇ ਨਾਲ ਗੱਲ ਕਰੂੰ ਕਿ ਕੋਈ ਮੇਰੇ ਨਾਲ ਜਿਹਦੀ ਸਿੱਧੀ ਜਿਨ੍ਹਾਂ ਦੀ ਦਾ ਪੇਚਾ ਪੈਂਦਾ ਉਹ ਆ ਜਾਣ। 1844 247 1550 ਆ ਜਵਾਕਾਂ ਨਾਲ ਚੱਲਦੀਆਂ ਗੋਲੀਆਂ ਦੇ ਬਾਰੇ ਗੱਲਬਾਤ ਕਰੋ। ਖੁੱਲਾ ਟਾਈਮ, ਆਪਣੀ ਮਰਜ਼ੀ ਕਹਿਣ ਤੇ ਮੈਂ ਮਰਜ਼ੀ ਦੇ ਸਵਾਲ ਪੁੱਛੂ। ਹੋਊਗੀ ਸਿਰਫ ਗੈਂਗਵਾਰ ਦੇ ਬਾਰੇ ਜਵਾਬ ਦੇ ਦੇਣ। ਉਹ ਮੈਂ ਮਿਲੀਅਨਸ ਨਹੀਂ ਮੈਂ ਗਿਣਨੇ, ਮਿਲੀਅਨ ਦੇ ਛੱਡ ਦਿਓ। ਮੈਂ 10 ਮਿਲੀਅਨ ਫਲਾਣੇ ਨੂੰ ਲਿਆਤਾ, 12 ਆਪਣੇ ਨੂੰ ਲਿਆਤਾ, 11 ਆਪਣੇ ਨੂੰ ਲਿਆਤਾ, 2 ਲੱਖ ਕਿਸੇ ਨੂੰ ਲਿਆਤਾ, ਇੱਕ ਨਵੀਂ ਜਥੇਬੰਦੀ ਬਣਾਤੀ। ਉਹ ਨਹੀਂ ਗੱਲ ਕਰਨੀ। ਗੱਲ ਇਹ ਕਰਨੀ ਹੈ ਵੀ ਤੁਸੀਂ ਪਿਛਲੇ 25 ਵਰ੍ਹਿਆਂ ਤੋਂ ਜਦ ਭਾਈਚਾਰਾ ਤੁਹਾਨੂੰ ਚੁਣ ਰਿਹਾ, ਕੋਈ ਪਾਰਟੀ ਹੈ, ਕਿਸੇ ਪਾਰਟੀ ਦਾ, ਕੋਈ ਪਾਰਟੀ ਦਾ ਬੰਦਾ ਆ ਜਾਵੇ, NDP ਦਾ ਆ ਜਾਵੇ, ਕੰਜ਼ਰਵੇਟਿਵ ਦਾ ਆ ਜਾਵੇ, ਲਿਬਰਲ ਦਾ ਆ ਜਾਵੇ, ਪ੍ਰੋਵਿੰਸ਼ੀਅਲ ਆ ਜਾਵੇ, ਫੈਡਰਲ ਆ ਜਾਵੇ, 1844 247 1550 ਸਵਾਲਾਂ ਦੇ ਜਵਾਬ ਲੋਕ ਜਿਹੜਾ ਭਾਲਦੇ ਨੇ। ਕੋਈ ਮੈਂ ਭਾਲਦਾ ਵੀ ਆਪਾਂ ਗੱਲ ਕਰੀਏ ਜਵਾਕ ਜਿਹੜੇ ਮਰਦੇ ਨੇ, ਤੁਹਾਡੇ ਹੱਕ ਦੇ ਕੀ ਹੈ। ਮੈਂ ਤੁਹਾਡਾ ਸ਼ੇਅਰ ਨਹੀਂ ਕਰਦਾ, ਬਹੁਤ ਕੁਝ ਅਜਿਹਾ ਪਤਾ ਹੈ ਮੈਨੂੰ, ਮਾਪਿਆਂ ਨੇ ਜਿਹੜਾ ਦੱਸਿਆ ਹੈ, ਜਿਹੜਾ ਟੌਪ ਤੱਕ ਗਈਆਂ ਹੋਈਆਂ ਗੱਲਾਂ। ਪਰ ਇਹ ਜਿੰਨਾ ਕੁਛ ਮਰਜ਼ੀ ਲਾ ਲਓ ਇਹ ਫੋਰਸਾਂ ਦੀ ਗੱਲ, ਤੇ ਉਹ ਕੁਛ ਨਹੀਂ ਬਚਾ ਸਕਦਾ। ਬਚਾਉਣ ਵਾਲੀ ਕਹਾਣੀ ਕੋਈ ਨਹੀਂ ਹੈ ਇੱਥੇ। ਕੋਈ ਕਹਾਣੀ ਨਹੀਂ। ਰੈਟ ਉਹ ਬਣਨਾ ਨਹੀਂ ਚਾਹੁੰਦੇ,
ਕਾਨੂੰਨ ਉਹਨਾਂ ਨੂੰ ਬਚਾਉਣਾ ਚਾਹੁੰਦਾ। ਕਹਿੰਦੇ ਨਾ ਤੂੰ ਰੈਟ ਤਾਂ ਉਹ ਮੈਂ ਬਣ ਜਾਵਾਂ ਮੈਂ ਬਚਾ ਲਊਂਗੀ, ਤੁਸੀਂ ਕਹਿੰਦਾ ਨਾ ਜੇ ਤੇਰੇ ਤੇ ਕੋਈ ਕੇਸ ਹੋਇਆ ਕੇਸ ਤਾਂ ਫਿਰ ਤੈਨੂੰ ਸਜ਼ਾ ਮਿਲਣੀ ਉਹ ਮਿਲਣੀ ਹੈ। ਫਿਰ ਰਿਹੈਬਿਲਿਟੇਸ਼ਨ ਕਾਹਦੀ ਹੈ, ਫਿਰ ਮੁੜ ਵਸੇਬਾ ਕਾਹਦਾ, ਕਿੱਥੇ ਨੂੰ ਜਾਊਗਾ ਉਹ? ਪਿੰਡਾਂ 'ਚ ਜਾਂਦੇ ਨਹੀਂ, ਪਿੰਡਾਂ 'ਚੋਂ ਭੱਜੇ ਆਉਂਦੇ 6-6 ਮਹੀਨੇ ਉਹਨਾਂ ਨੂੰ ਰੱਖ ਕੇ ਦੇਖ ਲਿਆ। ਉਹ ਮੈਂ ਤਾਂ ਚਾਹੁੰਦਾ ਕਈਆਂ ਨੂੰ ਇਹ ਲੱਗਦਾ ਵੀ ਸਾਡੇ ਖਿਲਾਫ ਕਿਸੇ ਦੀ ਲਾਈਨਾਂ ਖੁੱਲੀਆਂ ਹੁੰਦੀਆਂ ਦੋਨੇ ਸ਼ੋਅ ਤੇ। ਆਓ ਤਾਂ ਸਹੀ, ਸਵਾਲਾਂ ਦੇ ਜਵਾਬ ਦਿਓ। ਕੋਈ ਕਾਲਰ ਨਹੀਂ ਗਲਤ ਬੋਲੂ, ਮੈਂ ਨਹੀਂ ਬੋਲੂ, ਮੈਂ ਪੁੱਛਣਾ ਚਾਹੁੰਦਾ ਕੁਛ ਸਵਾਲਾਂ ਦੇ ਕੋਈ ਜਵਾਬ ਤਾਂ ਦਵੇ ਆ ਕੇ, ਜਾਂ ਕੋਈ ਪ੍ਰੈਸ ਕਾਨਫਰੰਸ ਕਰ ਲਓ, ਉਹਨਾਂ ਨੂੰ ਸੱਦ ਲਓ 10-20 ਬੰਦਿਆਂ ਨੂੰ, ਵਰਚੁਅਲ ਕਰ ਲਓ। ਹੁਣ ਵਰਚੁਅਲ ਵੀ ਕਮਾਈ ਤਾਂ ਤੁਹਾਡੀ ਰੁਕੀ ਨਹੀਂ ਨਾ, ਕੋਵਿਡ ਨੇ ਰੋਕੀ ਨਹੀਂ। ਕੰਪਿਊਟਰ ਤੇ ਬੈਠ ਕੇ ਗੱਲਾਂ ਤਾਂ ਕਰਦੇ ਹੋ ਹਰ ਰੋਜ਼, ਜਿਹੜੀਆਂ ਤਨਖਾਹਾਂ ਆਉਂਦੀਆਂ ਚੜੇ ਮਹੀਨੇ, ਕਿਸੇ ਨੂੰ 12, 15, 18 ਆਉਂਦੀਆਂ, ਕਿਸੇ ਨੂੰ 10 ਆਉਂਦੀ ਆ, ਡਿੱਗਦੀ ਆ, ਉਹ ਵੀ ਇਹਦੇ ਤੇ ਵਰਚੁਅਲ ਕਰ ਲਓ। ਲੋਕਾਂ ਨੂੰ ਬਹਿ ਜਾਓ ਕਿਸੇ ਆਪਣੇ ਕੰਪਿਊਟਰਾਂ ਤੇ ਸਵਾਲ ਪੁੱਛ ਲੈਣ, ਪੰਜਾਬੀ ਮੀਡੀਆ ਤੇ ਸੈੱਟ ਕਰ ਦਿਓ। ਪਰ ਨਹੀਂ, ਹੋਣਾ ਨਹੀਂ ਤੁਹਾਡੇ ਤੋਂ, ਕਿਉਂਕਿ ਜੇ ਤੁਸੀਂ ਗੱਲ ਮੰਨ ਲਈ ਗੋਲੀਆਂ ਚੱਲਦੀਆਂ ਨੇ, ਫਿਰ ਦੂਜੀ ਵਾਰ ਕਿਹੜੇ ਮੂੰਹ ਨਾਲ ਜਾਣਾ ਵੋਟਾਂ ਮੰਗਣ? ਭਾਈਚਾਰੇ ਦਾ ਵੀ ਦੁੱਖ ਹੈ ਇਹਦੇ 'ਚ। ਭਾਈਚਾਰਾ ਵੀ ਵੋਟਾਂ ਜਿਹੜਾ ਪਾਉਂਦਾ ਹੈ ਉਹ ਵੀ ਨਹੀਂ ਸਵਾਲ ਪੁੱਛਦਾ, ਕਿਉਂਕਿ ਉਹਨਾਂ ਦੇ ਜਿਨ੍ਹਾਂ ਦੇ ਮਰ ਨਹੀਂ ਰਹੇ ਉਹ ਕਹਿੰਦਾ ਸਾਡੇ ਤਾਂ ਘਰੇ ਬੈਠੇ ਨੇ ਬਾਈ, ਸਾਨੂੰ ਨਹੀਂ ਹੈ, ਤੁਹਾਡੇ ਮਰੇ ਨੇ। ਪਰ ਇਹ ਨਹੀਂ ਹੈ ਗੱਲ। ਜੇ ਤੁਸੀਂ ਇੱਕ ਦੂਜੇ ਦਾ ਦੁੱਖ ਹੀ ਨਹੀਂ ਮੰਨਿਆ, ਫਿਰ ਕਹਿਣਾ ਛੱਡ ਦਿਓ ਵੀ ਅਸੀਂ ਇੱਕ ਪੰਜਾਬ ਤੋਂ ਆਏ ਹਾਂ, ਅਸੀਂ ਇੱਕ ਕੌਮ ਆ, ਅਸੀਂ ਪੰਜਾਬੀ ਹੁੰਦੇ ਹਾਂ ਜੀ, ਅਸੀਂ ਪੰਜਾਬੀ ਹੁੰਦੇ ਹਾਂ। ਤਿੰਨ ਤਹਿਰੀ ਜਿਹੜੀ ਮਲਾਈ ਆ ਆਈ ਹੋਈ, ਜੰਮੀ ਹੋਈ ਐਨ ਖੀਰ ਤੇ, ਜਿਹੜੀਆਂ ਜੀਭਾਂ ਤੇ ਹੱਥ ਫੇਰ ਕੇ, ਬੁੱਲਾਂ ਤੇ ਹੱਥ ਫੇਰ ਕੇ ਛਕੀ ਦੀ ਹੈ, ਉਹ ਜਿਹੜੀ ਹੈ ਉਹ ਤਾਂ ਚੰਗੀ ਲੱਗਦੀ ਆਪਾਂ ਨੂੰ, ਉਹ ਕਮਿਊਨਿਟੀ ਦੇ ਤੌਰ ਤੇ ਚੰਗੀ ਲੱਗਦੀ, ਪਰ ਦੁੱਖ ਨਹੀਂ ਚੰਗੇ ਲੱਗਦੇ। ਸੋ ਇਹ ਇੱਕ ਬੇਨਤੀ ਹੈ ਕਿ ਇਹਦੇ ਤੇ ਗੱਲ ਆਪਾਂ ਜ਼ਰੂਰ ਕਰੀਏ। ਹੁਣ ਮੈਂ ਵਪਾਰਕ ਸੰਦੇਸ਼ ਲਾ ਦੇਵਾਂ, ਹੁਣ ਮੈਂ ਕਵਿਤਾ ਜੀ ਨਹੀਂ ਪੜ੍ਹਦੀ, ਮੁੜ ਕੇ ਆ ਕੇ ਗੱਲ ਕਰਦੇ। ਜਾਂ ਮੈਂ ਬੇਨਤੀ ਕਰਦਾ ਜਿਹੜੇ ਜਵਾਕ ਨੇ ਆ, ਜਿਹੜੇ ਪੁੱਤ ਤੁਰੇ ਫਿਰਦੇ ਨੇ, ਇਹਨਾਂ ਦੇ ਵਿੱਚੋਂ ਕੋਈ ਆਪਣੀ ਆਇਡੈਂਟੀਫਿਕੇਸ਼ਨ ਨਹੀਂ ਦੱਸਦਾ, ਉਹ ਆ ਕੇ ਫੋਨ ਕਰਕੇ ਦੱਸੇ ਵੀ ਕੁਛ ਕੀ ਹੋ ਸਕਦਾ, ਕਿਵੇਂ ਕਹਾਣੀ ਹੋ ਸਕਦੀ ਹੈ। ਪਤਾ ਹੈ ਹਰ ਰੋਜ਼ ਮੇਰੀ ਦੂਜੇ ਤੀਜੇ ਦਿਨ ਮਾਪਿਆਂ ਨਾਲ ਕਿਸੇ ਨਾਲ ਗੱਲ ਹੁੰਦੀ ਆ, ਦੁੱਖ ਦਾ ਦੱਸਦੇ ਆ, ਉਹ ਕਹਿੰਦੇ ਕੋਈ ਰਾਹ ਨਹੀਂ ਹੈ, ਅਸੀਂ ਰਾਹ ਦੇਖ ਲਏ ਸਾਰੇ, ਰਾਹ ਨਹੀਂ। ਫਿਰ ਉਹ ਜਦ ਕਈਆਂ ਨੇ 5-5, 7-7 ਮਹੀਨੇ ਘਰਾਂ 'ਚ ਵੀ ਰੱਖ ਕੇ ਦੇ, ਪਰ ਉਹ 5-7 ਮਹੀਨੇ ਘਰਾਂ ਦੇ ਵਿੱਚ ਜਦ ਮੇਨ ਗਰੁੱਪ 'ਚੋਂ ਆਉਂਦੇ ਆ, ਦੋ ਪਾਸਿਓਂ ਰਾਈਵਲੀ ਵੀ ਹੈ ਵੀ ਵਿਰੋਧੀ ਦਾ ਮਾਰਜਨ ਆ ਕੇ, ਉਹਦੇ ਬਾਅਦ ਉਧਰੋਂ ਵੀ ਬਈ ਗਰੁੱਪ ਦੇ ਵਿੱਚੋਂ ਕਹਿੰਦੇ ਰੈਟ ਬਣ ਗਿਆ ਚੂਹਾ, ਉਹ ਵੀ ਡਰ। ਸ਼ਹਿਰ ਛੱਡ ਕੇ ਰਹੇ ਨੇ, ਕੋਈ ਸਾਲ ਬਾਹਰ ਰਿਹਾ ਆ, ਕੋਈ 1.5 ਸਾਲ, ਜਦ ਮੁੜ ਕੇ ਉਹ ਲੋਅਰ ਮੇਨਲੈਂਡ 'ਚ ਆਇਆ, ਲੱਭ ਲੈਂਦੇ ਆ ਇੱਕ ਦੂਜੇ ਨੂੰ। ਗੱਡੀਆਂ ਦੇ ਥੱਲੇ ਟਰੈਕਰ ਨੇ, ਬਦਕਿਸਮਤੀ, ਮਾੜਾ ਟਾਈਮ, ਮਾੜੇ ਸਮੇਂ, ਮਾੜਾ ਸਮਾਂ ਤੇ ਮਾੜਾ ਸਥਾਨ, ਉਹ ਇਕੱਠਾ ਹੋ ਜਾਂਦਾ। ਪਹਿਲਾਂ ਧਾਰਨਾ ਪਹਿਲੇ 1-2 ਸਾਲ ਮਾਪਿਆਂ ਦੀ ਰਹੀ ਵੀ ਲੁਕੋਵੋ, ਦੱਸੋ ਨਾ, ਵੀ ਰਹਿਣ ਦੋ, ਇਹ ਗੱਲ ਬਾਹਰ ਨਾ ਜਾਵੇ। ਨਾ, ਇਹ ਸਭ ਤੋਂ ਮਾੜੀ ਜੋ ਅਪਰੋਚ ਹੈ ਜ਼ਿੰਦਗੀ ਦੀ, ਉਹ ਇਹ ਹੈ ਕਿ ਸਭ ਤੋਂ ਮਾੜੀ ਜਦ ਤੁਸੀਂ ਲੁਕਾਉਣਾ, ਲੁਕੋਵੋ ਨਾ। ਜੇ ਤੁਹਾਡਾ ਧੀ ਪੁੱਤਾ, ਤੁਹਾਡਾ ਕੋਈ ਤਾਂ 2-3% 2-3 ਰਿਸ਼ਤੇਦਾਰ, ਕੋਈ ਦੋਸਤ ਮਿੱਤਰ ਨੇ, ਉਹਨਾਂ ਨਾਲ ਸਾਂਝੀ ਕਰੋ ਵੀ ਮੇਰੀ ਮਦਦ ਕਰੋ, ਮੈਂ ਤਾਂ ਇਹ ਚਾਹ ਮੇਰੀ ਹੋ। ਮੈਂ ਕਹਾ ਉਧਰ ਨੂੰ ਹਿਸਟਰੀ ਵੱਲ ਨੂੰ ਜਾਣਾ, ਪਰ ਇੱਧਰ ਇਹਨੂੰ ਮੈਂ ਰੈਪ ਅਪ ਕਰਦਾ, ਅਗਲੇ ਹਿੱਸੇ 'ਚ ਕਰਾਂਗੇ। ਸੈਨ ਜੀ ਕੁਝ ਕਹਿਣਾ ਚਾਹੁੰਦੇ ਹੋ, ਐਡ ਕਰਨਾ ਚਾਹੁੰਦੇ ਹੋ? ਬਿਲਕੁਲ ਗਿੱਲ ਸਾਹਿਬ, ਜਿਹੜੀ ਤੁਸੀਂ ਗੱਲ ਕਰ ਰਹੇ ਆ, ਇੱਥੇ ਗੱਲ ਕਰਨੀ ਬਣਦੀ ਆ। ਮੈਨੂੰ ਥੋੜਾ ਇੰਨਾ ਪਤਾ ਵੀ ਥੋੜੀ ਫੁਕਰਾਗਿਰੀ ਇਹਦੇ ਵਿੱਚ, ਥੋੜੀ ਸ਼ੇਮ ਆ। ਇਹ ਗਰੁੱਪ ਜਿਹੜਾ ਹੁੰਦਾ ਛੋਟਾ ਹੁੰਦਾ, ਜਿਵੇਂ ਆਪਾਂ ਹੁਣ ਗੱਲਾਂ ਕਰ ਰਹੇ ਆ ਬੜੀਆਂ ਵਧੀਆ, ਇਹ ਗੱਲਾਂ ਸੁਣਦੇ ਹੀ ਨਹੀਂ। ਬੰਬਾਰਮੈਂਟ ਇਹਨਾਂ ਦੇ ਆਲੇ ਦੁਆਲੇ ਇਹ ਹੁੰਦੀ ਰਹਿੰਦੀ ਆ ਵੀ ਕਿਵੇਂ ਗਾਂਹ ਜਾਣਾ, ਕਿਵੇਂ ਕਿਸੇ ਤੋਂ ਬਚਣਾ, ਕਿਹਨੂੰ ਥੱਲੇ ਲਾਉਣਾ। ਜੇ ਤੁਸੀਂ ਇੱਕ ਸਟੈਪ ਪਿੱਛੇ ਕਰਦੇ, ਜਿਹੜੀ ਤੁਹਾਡੇ ਆਲੇ ਦੁਆਲਾ ਗਰੁੱਪ ਬਣਿਆ ਹੁੰਦਾ, ਉਹਦੇ ਵਿੱਚ ਤੁਸੀਂ ਬਹੁਤ ਆਪਣੇ ਆਪ ਨੂੰ ਲੋ ਲੈ ਜਾਂਦੇ। ਇਹ ਟੈਕਨੀਕਲੀ ਤੁਸੀਂ ਚਾਹੁੰਦੇ ਹੋਏ ਵੀ ਨਿਕਲ ਨਹੀਂ ਸਕਦੇ। ਇਹਦਾ ਤਾਂ ਬੜਾ ਕੰਮ ਖਰਾਬ ਹੈ, ਪਹਿਲਾਂ ਹੀ ਰੋਕਿਆ ਜਾਵੇ ਇਸ ਚੀਜ਼ ਨੂੰ। ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਗੱਲ ਸਾਹਿਬ, ਡਰੱਗ ਜਿਹੜੀ ਜਿੰਨਾ ਚਿਰ ਵਿਕਣੀ ਆ, ਉਹਨਾਂ ਚਿਰ ਇਹ ਚੀਜ਼ ਖਤਮ ਨਹੀਂ ਹੋਣ ਵਾਲੀ। ਔਰ ਸਾਡੇ ਕਾਨੂੰਨ ਤਾਂ ਆਲਰੇਡੀ ਬਣੇ ਆ। ਮੈਨੂੰ ਅਜਿਹਾ ਲੱਗਦਾ ਵੀ ਇੱਥੇ ਆਪਾਂ ਅਸਫਲ ਆ। ਜਿੰਨਾ ਚਿਰ ਲੋਕ ਖਾਂਦੇ, ਜਾਂ ਡਰੱਗ ਨੂੰ ਵਿੱਚੋਂ ਕੱਢ ਦਿੱਤਾ, ਮਾਈਨਸ ਕਰਤਾ, ਉਹਨੂੰ
ਫ੍ਰੀ ਕਰ ਦਿੱਤਾ ਜਾਵੇ, ਉਹ ਆਮ ਸਟੋਰਾਂ ਦੇ ਵਿਕੇ, ਜਿਹਨੇ ਖਾਣੀ ਖਾ ਲਓ, ਤੇ ਇਹ ਵੱਡੇ ਗਰੁੱਪ ਨਿਕਲ ਜਾਣਗੇ ਵਿੱਚੋਂ, ਇਹ ਜਿਹੜਾ ਪੈਸਾ ਹੈ ਇੱਥੇ ਆਉਣਾ ਬੰਦ ਹੋ ਜਾਊਗਾ। ਹਾਂਜੀ ਅੱਛਾ ਸੈਨ ਜੀ, ਤੁਸੀਂ ਸਦਾ ਇਸ ਗੱਲ ਤੇ ਖੁੱਲ ਕੇ ਗੱਲ ਕਰਦੇ ਹੋ, ਈਵਨ ਇਕਨੋਮੀ ਦੇ ਬਾਰੇ ਵੀ ਤੁਹਾਡਾ ਮਨ ਚ ਹੁੰਦਾ ਵੀ ਚਲੋ ਇਹ ਚਲੋ ਰੁਕਣੀ ਨਹੀਂ ਹੈ, ਉਹਨੂੰ ਫੜੋਗੇ ਹੋਰ ਆ ਜਾਣਾ। ਇੱਕ ਜਿਹੜੀ ਲੀਗਲਾਈਜੇਸ਼ਨ ਦੀ ਵੀ ਗੱਲ ਕਰਦੇ ਹੋ, ਲੀਗਲਾਈਜੇਸ਼ਨ ਦੇ ਵਿੱਚ ਵੀ ਤੁਹਾਡਾ ਇਹ ਤਰਕ ਹੁੰਦਾ ਵੀ ਸੁੱਖਾ ਵੀ ਵਿਕਣ ਲੱਗ ਗਿਆ, ਬਾਕੀ ਵੀ ਜੇ ਕੋਈ ਚੀਜ਼ ਜੇ ਕੰਟਰੋਲ ਕਰਨੀ ਹੈ ਤਾਂ ਇਹਨੂੰ ਈਜ਼ੀਲੀ ਅਵੇਲੇਬਲ ਕਰ ਦਿਓ। ਇਹ ਚੀਜ਼ ਤੁਹਾਡੇ ਮਨ ਚ ਹੈ ਵੀ ਐਲੀਮੀਨੇਟ ਕਰ ਦੂ ਇਹ ਚੀਜ਼? ਮੇਰਾ ਖਿਆਲ ਜਿਹੜਾ ਪੈਸਾ ਆ, ਜਦੋਂ ਪੈਸਾ ਬਹੁਤ ਵੱਡਾ ਆ ਇਹਦੇ ਵਿੱਚ ਫੈਕਟਰ, ਜਦੋਂ ਉਹ ਉਸ ਗਰੁੱਪ ਦੇ ਕੋਲ ਜਾਂਦਾ ਜਿਹੜਾ ਇਹਨੂੰ ਬਣਾ ਰਿਹਾ ਆ, ਤੇ ਉਹ ਆਪਣੀਆਂ ਬੈਸਟ ਤੋਂ ਬੈਸਟ ਮਸ਼ੀਨਾਂ ਬਾਏ ਕਰਦੇ ਆ, ਉਹਨਾਂ ਦੇ ਸੋਰਸਸ ਬਹੁਤ ਵਧੀਆ ਆ, ਉਹ ਆਪਣਾ ਪੈਸਾ ਇੰਜੈਕਟ ਕਰਦੇ ਆ, ਵੱਡੇ ਵੱਡੇ ਕੋਰਟਾਂ ਤੇ ਜਿਹੜੇ ਬੰਦੇ ਬੈਠੇ ਉਹਨਾਂ ਨੂੰ ਬਾਏ ਕਰਦੇ, ਉਹਨਾਂ ਪੁਲਿਸ ਵਾਲੇ ਨੂੰ ਬਾਏ ਕਰਦੇ ਆ, ਸੋ ਉਹਨਾਂ ਦੇ ਚੋਂ ਸੋਰਸਸ ਵੱਧ ਜਾਂਦੇ। ਉਹ ਅਗਰ ਐਲੀਮੀਨੇਟ ਹੋ ਜਾਣ ਉਹ ਸੋਰਸਸ, ਪੈਸਾ ਖਤਮ ਹੋ ਜਾਵੇ, ਤੇ ਕਿਹੜਾ ਭਲੂਆ ਕਿਸੇ ਨੂੰ ਪੈਸੇ ਦਊਗਾ? ਮੈਨੂੰ ਨਹੀਂ ਲੱਗਦਾ। ਹੌਲੀ ਹੌਲੀ ਅਗਰ ਵੀਕ ਕਰਨਾ ਹੈ, ਕਿਉਂਕਿ ਵਰਲਡ ਇਸ਼ੂ ਆ, ਆਪਾਂ ਇੱਥੇ ਇਲੀਗਲ ਕਰ ਦਈਏ, ਅਫਗਾਨਿਸਤਾਨ 'ਚ ਲੀਗਲ ਹੋਈ ਤੇ ਸਮਗਲਿੰਗ ਹੋਣੀ ਆ। ਜਿਵੇਂ ਆਪਣੇ ਗਨ ਤੇ ਵੀ ਆਪਾਂ ਗੱਲ ਕਰਦੇ ਆ ਵੀ ਗੰਨਾ, ਜੇ ਤੁਸੀਂ ਕੈਨੇਡਾ ਵਾਲੇ ਤੁਸੀਂ ਕਹਿੰਦੇ ਇਲੀਗਲ ਗੰਨਾ ਰਜਿਸਟਰੀ ਕਰੋ, ਜੇ ਕਰੋ ਉਹ ਕਰੋ, ਇੱਥੇ ਗੰਨਾ ਵੇਚਣ ਨਹੀਂ ਦੇਣੀਆਂ, ਉਹ ਤਾਂ ਖੁੱਲੀਆਂ ਛੱਡੀਆਂ ਆ, ਉੱਥੋਂ ਸਮਗਲਿੰਗ ਹੋਣੀ ਆ, ਤੇ ਚੰਗੇ ਬੰਦੇ ਦੇ ਕੋਲੋਂ ਗੰਨਾ ਜੋ ਗੰਨ ਨਿਕਲ ਜਾਣੀ ਆ, ਮਾੜਿਆਂ ਦੇ ਆ ਜਾਣੀ ਆ, ਤੁਸੀਂ ਹੋਰ ਸਟਰੋਂਗ ਕਰ ਰਹੇ ਉਹਨਾਂ ਨੂੰ। ਸੋ ਇਹ ਵਰਲਡ ਇਸ਼ੂ ਆ, ਇਸ ਲਈ ਮੈਂ ਕਹਿੰਦਾ ਵੀ ਆਈ ਥਿੰਕ ਬੈਸਟ ਵੇ ਆ ਵੀ ਅਗਰ ਇਹ ਗਰੁੱਪਾਂ ਦੇ ਕੋਲੋਂ ਮਨੀ ਕਢਵਾਉਣੀ ਆ ਤੇ ਇਹਨੂੰ ਲੀਗਲ ਕਰ ਦਿੱਤਾ ਜਾਵੇ। ਆਪਾਂ ਉਹ ਕਹਿੰਦੇ ਹੁੰਦੇ ਵੀ ਇਹ ਵਿੱਚ ਕਈ ਵਾਰ ਵੀ ਅਗਰ ਵਿਲਨ ਲੱਭਣਾ ਹੋਵੇ, ਜਾਂ ਆਪਾਂ ਇਹ ਕਹਿੰਦੇ ਵੀ ਮਾੜਾ ਬੰਦੇ ਨੂੰ ਆਪਾਂ ਛੱਡ ਕੇ ਥੋੜਾ ਜਿਹਾ ਜਿਹੜਾ ਉਹ ਤੋਂ ਚੰਗਾ ਬੰਦਾ ਉਹਨੂੰ ਪਿਕ ਕਰ ਰਹੇ, ਇਹੀ ਗੱਲ ਆ, ਕਿਸਮ ਦਾ ਜੁਆਇਨ ਨਹੀਂ ਕਰ ਰਹੇ ਉਸ ਨੂੰ ਗਰੁੱਪ ਨੂੰ, ਇਹੀ ਕਹਿਣਾ ਸੀ। ਥੈਂਕ ਯੂ। ਲੈਸਰ ਈਵਲ ਜਿਹੜਾ ਕਹਿੰਦੇ ਨੇ, ਬਿਲਕੁਲ ਇਹਦੇ ਅਲੱਗ-ਅਲੱਗ ਪ੍ਰਪੇਖ ਨੇ, ਪਰ ਬਹੁਤ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਡਿਸਕਸ ਨਹੀਂ ਕਰ ਸਕਦਾ, ਜਿਹੜੀਆਂ ਮਾਪਿਆਂ ਨੇ ਸ਼ੇਅਰ ਕੀਤੀਆਂ ਹੋਈਆਂ ਨੇ, ਕਿਉਂਕਿ ਸੇਫਟੀ ਦਾ ਇਸ਼ੂ ਆ ਜਾਂਦਾ। ਮਾਪਿਆਂ ਦਾ ਦੁੱਖ ਆ, ਕਹਿੰਦੇ ਸਭ ਕੁਝ ਫੇਲ ਹੋਇਆ ਹੈ, ਸਭ ਕੁਝ। ਅਸੀਂ ਕਿਹੜਾ ਦਫ਼ਤਰ ਆ ਬੜੇ ਅਫਸਰ ਦਾ ਜਿੱਥੇ ਕਿਹਾ ਵੀ ਆਹ ਬੈਠੇ ਨੇ ਜਵਾਕ ਸਾਂਭ ਲਓ, ਉਹ ਕਹਿੰਦੇ ਬਈ ਜਾਣਾ ਤਾਂ ਕਾਨੂੰਨ ਮੁਤਾਬਕ ਹੀ ਪੈਣਾ। ਫਿਰ ਸਾਂਭਣ ਦਾ ਗੱਲ ਤਾਂ ਇਹ ਹੈ ਬਈ ਜੇ ਕੋਈ ਇਹਨੇ ਕੇਸ ਕੀਤਾ ਉਹਦੀ ਤਾਂ ਇਹਨੂੰ ਸਜ਼ਾ ਹੋਣੀ ਹੋਣੀ। ਉਹ ਕਹਿੰਦਾ ਵੀ ਫੇਰ ਕਹਿੰਦਾ ਮੈਂ ਰੈਟ ਵੀ ਬਣ ਜਾਵਾਂ, ਸਜ਼ਾ ਵੀ ਹੋ ਜਾਵੇ, ਉਹਨਾਂ ਦਾ ਮੈਂ ਫਿਰ ਉਈਓ ਹੀ ਆਪ ਹੀ ਮੰਨ ਲੈਣਾ, ਫਿਰ ਮੈਂ ਤੁਹਾਡੇ ਕੋਲ ਰੈਟ ਕਿਉਂ ਬਣਨਾ, ਮੈਂ ਐਕਸੈਪਟ ਕਰ ਲੂੰ। ਆਊਟ ਆਫ ਕੰਟਰੀ, ਆਊਟ ਆਫ ਸਟੇਟ, ਇਹ ਚੀਜ਼ਾਂ ਜਿਹਨੂੰ ਪਤਾ ਹੈ ਉਹਨੂੰ ਹੀ ਪਤਾ ਵੀ ਉਹ ਆਪਣਾ ਧੀ ਪੁੱਤ ਨੂੰ ਕਿਵੇਂ ਬਚਾਉਂਦਾ ਫਿਰ। ਸੋ ਇਹਦੇ ਤੇ ਪਰ ਨਹੀਂ, ਇਹ ਜਿਹੜੀ ਹੈ ਨਾ, ਇਹਦੇ ਤੇ ਕੁਛ ਨਹੀਂ ਐਕਟ ਨਹੀਂ ਹੋ ਰਿਹਾ। ਪੁਲਿਸਿੰਗ, ਜੇਲ੍ਹ, ਜੇ ਇਹ ਸਭ ਚੀਜ਼ਾਂ ਲੱਗਦਾ ਫੇਲ ਹੋ ਰਹੀਆਂ, ਕਿਉਂਕਿ ਖਤਮ ਨਹੀਂ ਹੋ ਰਿਹਾ। 25 ਸਾਲ ਹੋ ਗਏ ਪਿਛਲੇ, ਜੇ ਆਪਾਂ ਕਰੀਏ 2000 ਤੋਂ 2010 ਤੋਂ 5-7 ਸਾਲ ਇਹ ਟਿਕੀ ਆ ਗੱਲ। ਜਦ ਪਹਿਲੇ ਗਰੁੱਪ ਤੋਂ ਬਾਅਦ ਲੋਕਾਂ ਨੇ ਬੱਚਿਆਂ ਦੇ ਆਲੇ ਨਿਗਾਹ ਇੰਨੀ ਕਰ ਲਈ ਕਾਇਮ, 2000 ਤੋਂ ਬਾਅਦ ਸਾਰੇ ਸਟੇਟ ਭਰ ਗਏ, ਹਰ ਜਗ੍ਹਾ ਬੱਚੇ ਕਦੇ ਇੱਧਰ ਲਿਜਾ ਉੱਧਰ ਲਿਜਾ, ਪੜ੍ਹਾ ਇਹਨਾਂ ਨੂੰ, ਤੇ ਗਿਣਤੀ ਬਹੁਤ ਘੱਟ ਹੈ। ਗਿਣਤੀ ਦੀ ਗੱਲ ਜੇ ਕਰੀਏ, ਲੱਖ ਮਿਲੋਰ ਮਿਲਣ ਚ ਲੱਖ ਦਾ ਆਪਾਂ 2 ਲੱਖ ਤਾਂ ਆਪਣਾ ਜਵਾਕ ਹੈਗਾ ਹੀ ਹੈਗਾ, ਜਿਹੜੇ ਨੂੰ ਮੈਂ ਕਹਾਂ ਵੀ 10 ਤੋਂ 30 ਦੇ ਵਿੱਚ, ਲੱਖ ਦੇ ਵਿੱਚੋਂ ਹੁਣ ਵੱਧ ਤੋਂ ਵੱਧ 200 ਨਹੀਂ ਹੈ ਇਹ ਸਾਰੇ ਗਰੁੱਪਾਂ ਚ ਜਿਹੜੇ ਚ ਨੇ, ਤੇ ਰਾਈਵਲੀ ਇੰਨੀ ਹੈ। ਹੁਣ ਜੇ ਬ੍ਰਦਰਸ ਕੀਪਰਸ ਦੀ ਉਹ ਗੱਲ ਕਰੀਏ, ਬ੍ਰਦਰਸ ਕੀਪਰਸ ਵਿੱਚੇ ਕੰਗ ਗਰੁੱਪ ਆ, ਉਹਨਾਂ ਨਾਲ ਲੜ ਰਿਹਾ, ਵਿੱਚੇ ਲੜ ਰਿਹਾ ਬੇਕਨਸ ਨਾਲ, ਵਿੱਚੇ ਯੂਨਾਈਟਿਡ ਨੇਸ਼ਨ ਨਾਲ, UN ਗੈਂਗ ਨਾਲ, UN ਗੈਂਗ ਕਹਿਣਾ ਚਾਹੀਦਾ, ਯੂਨਾਈਟਿਡ ਨੇਸ਼ਨ UN ਗੈਂਗ ਨਾਲ। ਤੁਸੀਂ ਇਹ ਦੇਖੋ, ਤੇ 8-8, 10-10 ਕੋਰ ਗਰੁੱਪ ਦੇ ਮੈਂਬਰ ਨੇ, ਉਹਨਾਂ ਚੋਂ 2-2, 4-4 ਸਾਰੇ ਗਰੁੱਪਾਂ ਚ ਮਾਰੇ ਗਏ। ਪਹਿਲਾਂ ਇੱਕੋ ਹੀ ਸੀ, ਇੱਕ ਜਗ੍ਹਾ ਤੋਂ ਤੁਰੇ ਸੀ, ਨੇੜੇ ਦੇ ਰਿਸ਼ਤੇਦਾਰ ਨੇ, ਉਹਦੇ ਬਾਅਦ ਅਲੱਗ ਹੋ ਗਏ। ਅਲੱਗ ਕਿੱਥੋਂ? ਗਰੀਡ ਪੈਸੇ ਤੋਂ ਉੱਪਰਲਾ ਥੱਲੇ ਤੋਂ ਉੱਪਰ। ਹੁਣ 8-8, 10-10 ਹਜ਼ਾਰ ਡਾਲਰ। ਅੱਛਾ, ਇੱਕ ਮਾਪਾ ਤੜਫ ਕੇ ਕਹਿੰਦਾ, ਉਹ ਕਹਿੰਦਾ ਕਿਵੇਂ ਨਹੀਂ ਇਹਨਾਂ ਦਾ ਪਤਾ ਲੱਗ ਸਕਦਾ? ਕਹਿੰਦਾ ਲੈ ਕਰ ਲਓ, ਕੱਲ ਨੂੰ ਲਾਇਸੈਂਸ ਕਰੋ ਕੈਂਸਲ, ਲਾਇਸੈਂਸ ਕੈਂਸਲ ਕਰੋ, ਗੱਡੀਆਂ ਨਾ ਚਲਾ ਸਕਣ। ਕਿੱਧਰ
ਰੈਂਟ ਜਿੱਥੇ ਪੈਂਟ ਹਾਊਸ ਕਰਦੇ ਨੇ $20,000 ਤੇ ਉਹ ਰੈਂਟ ਕਰਾਓ ਬੰਦ। ਪੁਲਿਸ ਨੂੰ ਪਤਾ ਨਹੀਂ, ਨੋਨ ਟੂ ਪੁਲਿਸ ਤਾਂ ਆ ਜਾਂਦਾ ਜਦ ਮੱਕ ਕੇ ਸਟਿਆ ਹੁੰਦਾ ਸੀ। ਲਾਇਸੈਂਸ ਕੈਂਸਲ ਕਰ ਸਕਦੀ ਹੈ ਸਰਕਾਰ ਉਹਨਾਂ ਦੇ, ਰੈਂਟ ਕਰਨੋਂ ਘਰ ਬੰਦ ਕਰ ਸਕਦੀ ਹੈ। ਇਵੈਂਚੁਅਲੀ ਜੇ 20 ਨੇ 20 ਘਰਾਂ ਚ ਆ ਕੇ ਆਪਣੇ ਰਹਿਣ ਲੱਗ ਗਏ ਫਿਰ ਸਾਰੇ ਇੱਕ ਲੈਵਲ ਤੇ ਹੋ ਜਾਣਗੇ। ਨਾ ਕੋਈ ਰੈਟ ਹੈ, ਨਾ ਕੋਈ ਕਿਲਰ ਹੈ, ਨਾ ਕੋਈ ਕਿਲਰ ਦਾ ਲਾਰਜ ਹੈ। ਇਹ ਹੁਣ ਮਾਪੇ ਦਾ ਦਰਦ ਹੈ। ਇਹਦੇ ਤੋਂ ਅੱਗੇ ਪੁਲਿਸ ਦਾ ਇਹ ਹਿਊਮਨ ਰਾਈਟਸ ਦਾ ਜੀ ਜੇ ਇਹ ਕਾਨੂੰਨ ਹੈ ਜੀ ਉਹ ਅਲੱਗ ਕਿਤਾਬਾਂ ਨੇ। ਜਿਹਦੇ ਹੱਥੋਂ ਰੇਤਾ ਕਿਰਦਾ ਉਹ ਕਹਿੰਦਾ ਵੀ ਇਹ ਤੇ ਪਾਣੀ ਦਾ ਮਾੜਾ ਜਿਹਾ ਪਾਣੀ ਡੋਲ ਲਈਏ, ਕਹਿੰਦਾ ਵੱਧ ਪਾਣੀ ਨਾਲ ਡੋਲ ਲਈ, ਰੇਤਾ ਪਾਣੀ ਨਾਲ ਘੁਲ ਕੇ ਨਿਕਲ ਜਾਣਾ ਮੁੱਠੀ ਤੋਂ। ਉਹ ਤ੍ਰਿਪਕ ਲੈ ਕਹਿੰਦਾ ਮਾੜਾ ਜਿਹਾ ਪਾਣੀ ਤ੍ਰਿਪਕ ਲੈ, ਬਸ ਇਹ ਕੋਸ਼ਿਸ਼ ਕਰ ਰਿਹਾ। ਪਤਾ ਨਹੀਂ ਹੁਣ ਇਹ ਜਿਹੜੀ ਇਹਦਾ ਅੰਤ ਕਿਤੇ ਨੂੰ ਆ। ਪਰ ਆ ਸਾਲ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਕੰਗ ਤੋਂ ਲੈ ਕੇ ਦਿਲਰਾਜ ਤੋਂ ਲੈ ਕੇ ਮੁੰਡੇ ਕਰਮਨ ਹੈ, ਕਰਮਨ ਤੋਂ ਪਹਿਲਾਂ ਹਰਬਤਾਲੀ ਵਾਲਾ ਹੈ, ਹਰਬਤਾਲੀ ਵਾਲੇ ਤੋਂ ਬਾਅਦ ਆ ਮੁੰਡਾ ਕੱਲ ਜਿਹੜਾ ਮਾਰਿਆ ਗਿਆ ਇਹਦੀ ਆਇਡੈਂਟੀਫਿਕੇਸ਼ਨ ਪਤਾ ਤਾਂ ਹੈ ਪੁਲਿਸ ਨੇ ਜਨਤਕ ਨਹੀਂ ਕੀਤੀ, ਆਪਾਂ ਕਹਿ ਨਹੀਂ ਸਕਦੇ। ਮਤਲਬ ਗਈ ਕਹਾਣੀ ਹੱਥੋਂ। ਤੁਸੀਂ ਜਵਾਕ ਯਾਰ ਮਰਨੇ ਕਮਿਊਨਿਟੀ ਦੇ ਕਿਤੇ ਸੌਖੀ ਗੱਲ ਆ? ਕਿਉਂ ਮਰਨਗੇ ਇਹ ਬੱਚੇ ਸਾਡੇ? ਅਸੀਂ ਦੇਸ਼ ਛੱਡ ਕੇ ਆਏ, ਪਰਦੇਸੀ ਹੋਏ, ਜ਼ਿੰਦਗੀ ਮਾਰ ਲਈ, ਤੋੜ ਲਏ ਲੋਕਾਂ ਨੇ ਆਪਣੇ ਸਰੀਰ। 20-20 ਸਾਲ ਕੰਮ ਕਰਕੇ ਐਂਡ ਰਿਜ਼ਲਟ ਕੀ ਹੈ? ਇੱਕ ਪਿੰਡ ਚੋਂ, ਇੱਕ ਕੂਚੇ ਚੋਂ, ਇੱਕ ਨੇਬਰਹੁੱਡ ਚੋਂ ਇੱਕ ਬੱਚਾ ਮਰਦਾ ਹੈ। ਉਹਦਾ ਸੇਕ ਆ ਸਾਨੂੰ ਸਾਰਿਆਂ ਨੂੰ। ਜੇ ਸਾਡੇ ਘਰੇ ਸੌਖੇ ਪਏ ਨੇ ਇਹਦਾ ਥੋੜਾ ਮਤਲਬ ਆ ਵੀ ਉਹ ਕਿਸੇ ਦੇ ਨਹੀਂ, ਉਹ ਸਾਡੇ ਨੇ। ਉਹਨਾਂ ਦੀ ਜਵਾਬਦੇਹੀ ਕਿਹਦੀ ਹੈ? 6-7 ਸਾਲ ਹੋ ਗਏ ਇਹਦੀ ਗੱਲ ਆਪਾਂ ਨੂੰ ਕਰਦਿਆਂ ਨੂੰ, 7 ਸਾਲ ਹੋ ਗਏ ਜੇ ਮੈਂ ਆਪਣੀ ਜਾਣਦਾ। ਤੇ ਡੀਪ ਇਹਨਾਂ ਦੇ ਬਾਰੇ ਵੀ ਕੌਣ ਆ, ਕਿਹਦਾ ਮੁੰਡਾ, ਕਿੱਥੇ ਫਿਰਦਾ, ਕਿਵੇਂ ਗਿਆ, ਬਹੁਤ ਨੌਲੇਜ ਦੇ ਨਾਲ ਮੈਂ ਤੁਹਾਨੂੰ ਦੱਸਦਾ ਰਹਿਣਾ ਵੀ ਕਿਵੇਂ ਨਾ ਕਿਵੇਂ। ਚੱਲ ਮਾਪੇ ਨਹੀਂ ਦੱਸਦੇ, ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇ ਫਲਾਣਾ ਹੈ, ਉਹ ਸਾਂਭੋ। ਘਰ 'ਚ ਬੰਦਾ ਬੈਠਾ, ਘਰ ਦੇ ਵਿੱਚ ਜਿਹੜਾ ਵੜ ਕੇ ਜਿਹੜਾ ਆਹ ਸਾਲ ਦੀ ਕਿਲਿੰਗ ਹੈ ਜਿਹੜੀ ਸੌਸਰੀ ਚੋਂ ਕੰਗ ਦੀ ਉਹਦੀ ਮੁੰਡੇ ਦੀ, ਉਹਦੇ ਬਾਅਦ ਉਹ ਚਲੋ ਚੱਲ ਸੋਚਿਆ ਇੱਕ ਪੁਲਿਸ ਅਫੀਸਰ ਵੀ ਫੜਿਆ ਪੁਲਿਸ ਨੇ, ਕਿਉਂਕਿ ਜਦ ਜੇਲ੍ਹ ਚੋਂ ਬੰਦਾ ਆਉਂਦਾ, ਜੇਲ੍ਹ ਚੋਂ ਆ ਕੇ ਉਹ ਕਿੱਥੇ ਰਹਿੰਦਾ ਪੁਲਿਸ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ। ਇੱਕ ਪੁਲਿਸ ਅਫੀਸਰ ਵੀ ਫੜਿਆ, ਕਿਤੇ ਉਹ ਇਹ ਕੇਸ 'ਚ ਨਾ ਫੜਿਆ ਹੋਵੇ ਵੀ ਉਹ ਰੈਟ ਬਣ ਗਿਆ ਹੋਵੇ, ਇਨਫੋਰਮੇਸ਼ਨ ਦਿੰਦਾ ਹੋਵੇ। ਪਿੱਛੇ ਜਿਹੜੀ ਇੱਕ ਗ੍ਰਿਫਤਾਰੀ ਹੋਈ ਹੈ। ਗੁਰਪਿੰਦਰ ਸਿੰਘ ਲਾਈਨ ਨੰਬਰ 2। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਡਿਫਰੈਂਟ ਸਿਨੈਰੀਓ ਸੋਚਦਾ ਜੀ। ਮੈਂ ਡਿਫਰੈਂਟ ਸਿਨੈਰੀਓ ਸੋਚਦਾ ਕਿ ਜਿੰਨੇ ਵੀ ਅੱਜ ਤੱਕ ਜੋ ਵੀ ਇਹ ਹੋ ਰਿਹਾ ਅਸੀਂ ਡਿਸਕਸ਼ਨ ਹੀ ਕਰੀ ਜਾਂਦੇ ਆ, ਮਧਾਣੀ ਮਾਰੀ ਜਾਂਦੇ ਲੱਸੀ 'ਚ। ਇਹ ਪੁੱਛੋ ਅਥਾਰਟੀਜ਼ ਨੂੰ ਕਿ ਅਸੀਂ ਐਕਸ਼ਨ ਕੀ ਕੀਤਾ, ਉਹਦੀ ਲਿਸਟ ਆਵੇ ਕਦੀ ਬਾਹਰ। ਕਾਰਜਗੁਜ਼ਾਰੀ ਕੀ ਹੈ? ਫੰਡ ਦੇਣਾ ਇਹਦੇ ਨਾਲ ਤੇ ਕਾਰਜਗੁਜ਼ਾਰੀ ਉਹਨਾਂ ਨੇ ਜਾਂ ਪੁਲਿਸ ਨੇ, MLA ਨੇ, MP ਨੇ, ਐਡਮਿਨਿਸਟ੍ਰੇਸ਼ਨ ਨੇ ਕੀ ਐਕਟ ਕੀਤਾ ਦੀ ਲੋਕ ਸਾਹਮਣੇ? ਕੀ ਉਹਦੀ ਲਿਸਟ ਹੈਗੀ ਹੈ? ਦੂਜੀ ਗੱਲ ਹੈ, ਜਿਸਲੇ 에ਅਰਪੋਰਟ ਤੇ ਇੰਸੀਡੈਂਟ ਹੋਇਆ, ਇੱਕ ਆਦਮੀ ਟਰਾਂਸਪੋਰਟਰ ਹੈਗਾ, 15-20 ਡਰਾਈਵਰ ਹੈਗੇ ਨੇ, ਉਹਦੀ ਡਿਸਪੈਚ ਉਹਦੇ TV ਤੇ ਆਉਂਦੀ ਹੈ ਕਿ ਮੇਰਾ ਇਹ ਵਹੀਕਲ ਇੱਥੇ ਜਾ ਰਿਹਾ। ਕੀ RCMP ਦਾ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ? ਪਤਾ ਨਹੀਂ ਲੱਗ ਸਕਦਾ ਕਿ ਅੱਧੇ ਘੰਟੇ ਕਿਹੜੇ ਬੰਦੇ, ਕਿਹੜੇ ਪੁਲਿਸ ਵਾਲੇ ਉਹਦੇ ਨੀਅਰ ਬਾਈ ਸੀ ਜਦੋਂ ਕਾਰ ਗਈ? ਉਹਨਾਂ ਨੇ ਕੀ ਐਕਸ਼ਨ ਕੀਤਾ? ਕੀ ਇਹ ਲਿਸਟ ਹੈਗੀ ਹੈ? ਆਪਾਂ ਐਵੇਂ ਡਿਸਕਸ਼ਨ ਕਰੀ ਜਾਂਦੇ ਆ ਫਾਰ ਦਾ ਟਾਈਮ। ਅੱਜ 15 ਦਿਨਾਂ ਬਾਅਦ ਇਹ ਗੱਲ ਖਤਮ ਹੋ ਜਾਣੀ ਹੈ। ਵੀ ਸ਼ੁੱਡ ਫੋਕਸ, ਆਸਕ ਗਵਰਨਮੈਂਟ ਟੂ ਸਾਨੂੰ ਇਹ ਦੱਸਣ ਕਿ ਉਹਨਾਂ ਨੇ ਐਕਸ਼ਨ ਕੀ ਕੀਤੇ ਨੇ ਅੱਜ ਦੀ ਡੇਟ ਤੱਕ। ਉਸ ਤੋਂ ਬਿਨਾਂ ਕੋਈ ਫਾਇਦਾ। ਜਿੰਨੀ ਭਾਵੇਂ ਮੈਨੂੰ 15 ਸਾਲ ਹੋ ਗਏ ਸੋਚਦੇ ਨੂੰ, ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਗਵਰਨਮੈਂਟ ਨੇ ਇੱਕ ਵੀ ਐਕਸ਼ਨ ਕੀਤਾ ਹੋਵੇ ਟੂ ਸਟਾਪ ਥੀਸ ਗੈਂਗ ਵਾਇਲੈਂਸ। ਥੈਂਕ ਯੂ ਵੀਰ ਜੀ। ਇੱਕ ਵੀ ਦੱਸ ਦਿਓ ਕੋਈ, ਇੱਕ ਵੀ ਸਵਾਏ ਫੰਡਿੰਗ ਦੇ ਨਾਲ ਸੋਲੂਸ਼ਨ। ਫੰਡਿੰਗ ਸੋਲੂਸ਼ਨ ਉਹ ਹੁੰਦਾ ਜਿਵੇਂ ਅਫਗਾਨਿਸਤਾਨ 'ਚ ਚਿਕਨੀ ਮਿੱਟੀ ਹੁੰਦੀ ਹੈ, ਮਾੜੀ ਧੁੱਪ ਪੈਂਦੀ ਹੈ, ਉੱਪਰ ਪੈਂਦੀ ਹੈ, ਫਿਰ ਤੁਪਾਕੀ ਨਾਲ ਬਿਠਾ ਦਿਓ। ਸੇਮ ਥਿੰਗ ਫੰਡਿੰਗ ਦਾ ਰੋਲ ਹੈ। ਥੈਂਕ ਯੂ ਜੀ। ਧੰਨਵਾਦ ਜੀ। ਗਰਮੇਲ ਸਿੰਘ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ।
ਗਿੱਲ ਸਾਹਿਬ ਇਹ ਜਿਹੜੀ ਹੈਗੀ ਆ ਮਸਲਾ ਤਾਂ ਸ਼ਾਰਟੇਜ ਜਿਹੜੀ ਪੈਦਾ ਕਰਕੇ ਚੀਜ਼ ਨਾ ਮਿਲਦੀ ਕਰਕੇ ਉਸ ਚੀਜ਼ ਦੀ ਮੰਗ ਵਧਾਉਣੀ ਆ। ਮਸਲਾ ਇਹ ਛੱਡਣ ਛਡਾਉਣ ਫੰਡਿੰਗ ਦਾ ਤਾਂ ਮੈਨੂੰ ਪਤਾ ਨਹੀਂਗਾ। ਤੇ ਇਹ ਓਪਨ ਕਰਜੇ ਜੋ ਹੁਣ ਆਪਣਾ ਮੈਂ ਮੇਰੀਆਂ ਅੱਖਾਂ ਹੈਗੀਆਂ ਤੇ ਮੈਂ ਖੂਹ ਸਾਹਮਣੇ ਆ ਤੇ ਡਿੱਗਦਾ ਤੇ ਡਿੱਗ ਜਾ। ਫੜਨਾ ਤਾਂ ਉਹਨੂੰ ਚਾਹੀਦਾ ਜਿਹਦੀਆਂ ਅੱਖਾਂ ਹੈ ਨਹੀਂ। ਇਹ ਜਿਹੜਾ ਆਪਣਾ ਸਿੱਧਾ ਖੂਹ ਛਾਲ ਮਾਰਦਾ ਮਾਰੇ ਉਹ ਖੁੱਲੀ ਹੋਣੀ ਚਾਹੀਦੀ। ਜਿਹੜੇ ਆਪਣੇ ਪੋਲੀਟੀਸ਼ੀਅਨ ਜਿਨ੍ਹਾਂ ਦੇ ਪੈਸੇ ਜੇਲ੍ਹ 'ਚ ਨਗਦ ਪੈਂਦੇ ਕੋਈ ਸਮਝ ਮੈਂ ਨਹੀਂ ਮੈਨੂੰ ਪਤਾ। ਤੇ ਇਹ ਗੱਲ ਖੁੱਲੀ ਹੋਣੀ ਚਾਹੀਦੀ ਹੈ। ਜਦੋਂ ਸਿਰੋਂ ਪਾਣੀ ਲੰਘ ਜੇ ਜਿਹੜਾ ਖੂਹ ਡਿੱਗਦਾ ਜਿਹੜਾ ਨਹੀਂ ਬਚਦਾ ਬਚ ਜੇ। ਆਪਦਾ ਜਿਹੜਾ ਆਪਦਾ ਮਨ ਮਜ਼ਬੂਤ ਬਣਾਉਣਾ ਪੈਣਾ। ਉਹ ਨਸ਼ਾ ਛੱਡ ਸਕਦਾ ਜਿਹੜਾ ਮੈਨੂੰ ਆਪ ਕਵੇ। ਦਵਾਈਆਂ ਦੁਈਆਂ ਨਾਲ ਕੋਈ ਨਸ਼ਾ ਨਹੀਂ ਛੱਡਦਾ, ਕੋਈ ਆਪਦੀ ਆਦਤ ਨਹੀਂ ਛੱਡਦਾ। ਸਤਿ ਸ੍ਰੀ ਅਕਾਲ ਜੀ। ਨਸ਼ਾ ਛਡਾਉਣ ਨੂੰ ਕੇਂਦਰ ਦੀ ਆਪਾਂ ਗੱਲ ਨਹੀਂ ਕਰਦੇ ਗੁਰਮੇਲ ਸਿੰਘ ਜੀ। ਸੁਣਿਆ ਕਰੋ ਗੱਲ ਕੀ ਕਰਦੇ ਆ। ਉਹ ਗੱਲ ਤੁਸੀਂ ਕਹਿ ਸਕਦੇ ਹੋ ਵੀ ਜੇ ਇਹਨੂੰ ਡਰੱਗ ਖੁੱਲੀ ਕਰ ਦੇਣ, ਉਹ ਗੱਲ ਮੈਂ ਸਮਝ ਸਕਦਾ। ਕਰਨਜੀਤ ਸਿੰਘ ਜੀ ਲਾਈਨ ਨੰਬਰ 4। ਹਾਂਜੀ ਬਾਈ ਜੀ, ਪਹਿਲੀ ਗੱਲ ਤਾਂ ਜੀ ਇੱਥੇ ਜਿਹੜੀ ਪੁਲਿਸ ਫੋਰਸ ਆ ਨਾ ਉਹਦੇ ਕੋਲੇ ਮੁੜ ਵਸੇਬੇ ਲਈ ਕੋਈ ਸਾਧਨ ਹੀ ਨਹੀਂਗਾ। ਉਹ ਸਾਧਨ ਹੀ ਨਹੀਂ ਘਟਾ ਪਾਈ, ਨਾ ਕਿ ਉਹ ਕਮਿਊਨਿਟੀ ਨੂੰ ਕਿਸੇ ਕਮਿਊਨਿਟੀ ਨੂੰ ਵੀ ਨਹੀਂ ਦੱਸ ਸਕੀ। ਇਹ ਨਹੀਂ ਆਪਾਂ ਕਹਿੰਦੇ ਇਕੱਲੀ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹੋ, ਕਿਸੇ ਕਮਿਊਨਿਟੀ ਨੂੰ ਨਹੀਂ ਦੱਸ ਸਕੀ ਵੀ ਜੇ ਜੀ ਤੁਸੀਂ ਇਹਦੇ ਵਿੱਚੋਂ ਬਾਹਰ ਨਿਕਲਣਾ ਤਾਂ ਅਸੀਂ ਤੁਹਾਡੀ ਆਹ ਬੈਕਗਰਾਉਂਡ ਤੇ ਤੁਹਾਡੀ ਮਦਦ ਕਰਦੇ ਆ ਜਾਂ ਕੁਛ ਵੀ ਆ। ਬਾਕੀ ਤੁਸੀਂ ਆਪਣੇ ਜਿਹੜੀ ਕੰਟਰੀ ਚੋਂ ਆਪਾਂ ਆਏ ਆ ਉੱਥੇ ਜੇ ਤੁਸੀਂ ਪੁਲਿਸ ਦੀ ਮਦਦ ਕਰਦੇ ਜਾਂ ਈਵਨ ਆਪਣੇ ਗੁਆਂਢੀ ਦੇਸ਼ ਆ ਅਮਰੀਕਾ, ਉੱਥੇ ਤੁਸੀਂ ਪੁਲਿਸ ਦੀ ਮਦਦ ਕਰਦੇ ਆ ਤਾਂ ਉਹ ਤੁਹਾਨੂੰ ਮੁੜ ਵਸੇਬੇ ਦਾ ਸਾਧਨ ਦਿੰਦੀ ਆ। ਤੁਹਾਨੂੰ ਤੁਹਾਡਾ ਸਾਰਾ ਕੁਛ ਹੀ ਤੁਹਾਡੀ ਬੈਕਅਪ ਲਈ ਉਹ ਪਿੱਛੇ ਰੈਡੀ ਹੁੰਦੇ ਆ। ਇੱਕ ਆਪਣਾ ਮੁਲਕ ਇਹੋ ਜਿਹਾ ਜੇ ਤੁਹਾਡੇ ਕਾਨੂੰਨ ਆਪਣੇ ਮੁਲਕ ਦੇ ਐ ਜਿੱਥੇ ਆਪਾਂ ਰਹਿ ਰਹੇ ਇਹੀ ਆਪਾਂ ਕਹਿੰਦੇ ਆਪਣਾ ਮੁਲਕ। ਇੱਥੋਂ ਦੇ ਕਾਨੂੰਨ ਇਹੋ ਜਿਹੇ ਕਿ ਜੇ ਤੁਹਾਡੇ ਘਰੇ ਚੋਰ ਚੋਰੀ ਕਰਨ ਆ ਜੇ ਤੁਸੀਂ ਉਹਦੇ ਮਾਰ ਨਹੀਂ ਸਕਦੇ। ਕਾਨੂੰਨ ਚੋਰ ਨੂੰ ਪ੍ਰੋਟੈਕਸ਼ਨ ਦਿੰਦਾ, ਚੋਰੀ ਕਰਨ ਵਾਲੇ ਨੂੰ ਪ੍ਰੋਟੈਕਸ਼ਨ ਨਹੀਂ। ਜਿਹਦੇ ਘਰੇ ਚੋਰੀ ਕਰ ਰਿਹਾ ਉਹਨੂੰ ਪ੍ਰੋਟੈਕਸ਼ਨ ਨਹੀਂ ਦੇ ਰਿਹਾ। ਤੁਸੀਂ ਉਹਦੇ ਥੱਪੜ ਨਹੀਂ ਮਾਰ ਸਕਦੇ। ਇੱਥੋਂ ਤੱਕ ਕਿ ਕਾਨੂੰਨ ਚੋਰਾਂ ਦੇ ਹੱਕ 'ਚ ਆ, ਨਾ ਕਿ ਜਿਹੜਾ ਬੰਦਾ ਉਹਦਾ ਵਿਕਟਮ ਬਣ ਰਿਹਾ ਉਹਦੇ ਹੱਕ 'ਚ ਆ। ਜੇ ਅੱਜ ਕੋਈ ਗਲਤ ਰਾਸਤੇ 'ਚ ਨੌਜਵਾਨ ਪੈ ਵੀ ਗਿਆ, ਉਹ ਉਸ ਚੀਜ਼ 'ਚੋਂ ਨਿਕਲਣਾ ਚਾਹੁੰਦਾ ਤਾਂ ਪੁਲਿਸ ਕੋਲੇ ਕੋਈ ਸੋਰਸ ਨਹੀਂ ਇਹੋ ਜਿਹਾ। ਇਹ ਫੰਡਿੰਗ ਦੇ ਕੇ ਤਾਂ ਸੁਸਾਇਟੀਆਂ ਨੂੰ ਸਿਰਫ ਜਿੰਨੀਆਂ ਸੁਸਾਇਟੀਆਂ ਨੂੰ ਫੰਡਿੰਗਾਂ ਮਿਲੀਆਂ, ਕੋਈ ਇੱਕ ਸੁਸਾਇਟੀ ਦੱਸ ਦੇਵੇ ਅਸੀਂ ਇਸ ਨੌਜਵਾਨ ਨੂੰ ਦੁਬਾਰਾ ਉਹਦਾ ਮੁੜ ਵਸੇਬਾ ਕਰਾਇਆ, ਉਹਦੀ ਆਈਡੀ ਨਾ ਮੈਂਸ਼ਨ ਕਰ ਨੌਜਵਾਨ ਪ੍ਰੋਟੈਕਟ ਕੀਤੇ। ਆਪਣੇ ਵੈਲ ਵਿਸ਼ਰਸ ਨੂੰ ਉਹ ਤਾਂ ਖੁਸ਼ ਕਰਦੇ ਨੇ, ਢਿੱਡ ਭਰਦੇ ਨੇ ਉਹਨਾਂ ਵਿੱਚ ਚੱਕੋ ਮਿਲੀਅਨ। ਇਮੀਗ੍ਰੇਸ਼ਨ ਸਰਵਿਸ ਉਹਨਾਂ ਨੂੰ ਫੰਡਿੰਗ ਇਮੀਗ੍ਰੇਸ਼ਨ ਸਰਵਿਸ ਸੁਸਾਇਟੀ ਨੂੰ ਫੰਡਿੰਗ ਹੈਗੀ ਗੈਂਗ ਨੂੰ ਰੋਕਥਾਮ ਦੀ। ਯਾਰ ਕਮਾਲ ਹੋ ਗਈ। ਕੀ ਕੁਆਲਿਟੀ ਆ ਉੱਥੇ ਬੈਠੇ ਬੰਦਿਆਂ ਦੀ। ਥੈਂਕ ਯੂ। ਕੌਰ ਜੀ ਲਾਈਨ ਨੰਬਰ ਲਾਈਨ ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਦਿਸ ਇਜ਼ ਮਿਸਿਸ ਸਿੰਘ। ਹਾਂਜੀ ਭਾਜੀ, ਗੱਲ ਇੱਕ ਨਾ ਵੀ ਕਿ ਐਕਚੁਅਲੀ ਆਈ ਰੀਲੀ ਥਿੰਕ ਦੈਟ ਚਲੋ ਤੁਸੀਂ ਬੜੇ ਮੈਨੂੰ ਰਿਸਪੈਕਟ ਨਾਲ ਬੋਲਦੇ ਭੈਣ ਜੀ ਕਹਿੰਦੇ, ਉਦਾਂ ਮੈਨਸ ਹੋਰਸ ਦੇ ਉੱਤੇ ਮੈਂ ਨਹੀਂ ਬਹੁਤਾ ਜ਼ਿਆਦਾ ਫੋਨ ਕਰਨਾ ਪਸੰਦ ਕਰਦੀ। ਯੂ ਆਲਵੇਜ਼ ਟ੍ਰੀਟ ਮੀ ਵਿਥ ਰਿਸਪੈਕਟ, ਦੈਟਸ ਗੁੱਡ ਥਿੰਗ। ਬਟ ਥਿੰਗ ਇਜ਼ ਆਪਾਂ ਗੱਲ ਕਰਦੇ ਪੁਲਿਸ ਵਾਲਿਆਂ ਦੀ ਇਸ ਟਾਈਮ ਦੇ ਵਿੱਚ, ਕਿਉਂਕਿ ਲੋਕ ਸਟੈਪ ਨਹੀਂ ਕੋਈ ਲੈ ਰਹੇ। ਕੋਈ ਵੀ ਜਣਾ ਅਗਲਾ ਕਹਿੰਦਾ ਵੀ ਕਿਸੇ ਦਾ ਮਰ ਗਿਆ ਸਾਨੂੰ ਕੀ ਆ, ਪਰ ਆਪਾਂ ਨੂੰ ਸੋਚਣਾ ਚਾਹੀਦਾ ਕਿ ਇਹ ਬਹੁਤ ਜ਼ਿਆਦਾ ਪਿਛਲੇ 3 ਹਫ਼ਤਿਆਂ ਵਿੱਚ 10 ਮਰਡਰ ਹੋ ਚੁੱਕੇ ਆ। ਤੇ ਪੁਲਿਸ ਵਾਲਿਆਂ ਨੇ ਮੈਨੂੰ ਲੱਗਦਾ ਇੱਕ ਜਾਣਾ ਬਰਨਵੀ ਦੇ ਵਿੱਚ ਸ਼ਾਇਦ ਫੜਿਆ ਹੋਊਗਾ 10 ਦੇ ਵਿੱਚੋਂ। ਉਹ ਵੀ ਕਿਸੇ ਨੇ ਗਾਹਾਂ ਵਿਟਨੈਸ ਸੀ, ਕੋਈ ਗਾਹ ਦੀ ਗਾਹ ਇਨਫੋਰਮੇਸ਼ਨ ਦਿੱਤੀ ਆ, ਪੁਲਿਸ ਵਾਲਿਆਂ ਨੇ ਆਪ ਨਹੀਂ ਫੜਿਆ ਉਹਨੂੰ। ਬਟ ਦ ਥਿੰਗ ਇਜ਼ ਬਾਕੀ ਦੇ ਥਿੰਗ ਇਜ਼ 에ਅਰਪੋਰਟ ਤੇ ਜਿਹੜਾ ਹੋਇਆ, ਇਹ ਸਾਰੇ ਲੋਕ ਕਹਿੰਦੇ, ਇੱਕ ਨਹੀਂ ਕਹਿੰਦਾ, ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ, 100% ਬੰਦਾ ਕਹਿੰਦਾ ਕਿ ਪੁਲਿਸ ਵਾਲਿਆਂ ਨੇ ਆਪਦੀ ਡਿਊਟੀ ਨਹੀਂ ਨਿਭਾਈ ਹੈਗੀ।
ਜੇ ਇੱਕ ਕਾਰ ਦੇ ਗੋਲੀ ਵੀ ਵੱਜੀ ਸੀ ਤਾਂ ਬਾਕੀ ਦੇ ਪੁਲਿਸ ਵਾਲੇ 4-500 ਸੀ ਉਸ ਟਾਈਮ ਦੇ ਵਿੱਚ, ਉਹ ਦੂਸਰੀ ਡਿਟੈਚਮੈਂਟ ਨੂੰ ਫੋਨ ਕਰ ਸਕਦੇ ਸੀ। ਵਿਲੋਬਰੁਕ ਮਾਲ ਦੇ ਵਿੱਚ ਗੋਲੀ ਚੱਲੀ ਆ, ਉੱਥੇ ਪੁਲਿਸ ਵਾਲਿਆਂ ਨੇ ਕੋਈ ਐਫਰਟ ਨਹੀਂ ਕੀਤਾ। ਸੋ ਜਿਹੜੇ ਹੁਣ ਇਹ ਗੈਂਗਸਟਰ ਆ, ਜੇ ਤਾਂ ਆਪਾਂ ਕਹੀਏ ਮਾਂ-ਬਾਪ ਦਾ ਕਸੂਰ ਆ, ਮਾਂ-ਬਾਪ 15-16 ਸਾਲ ਦੇ ਮੁੰਡੇ ਹੋ ਜਾਂਦੇ ਆ। ਆਪਾਂ ਕਦੇ ਵੀ 15-16 ਸਾਲ ਦੇ ਬੱਚੇ ਦੇ ਮਗਰ ਮਾਂ ਤੇ ਨਾ ਪਿਓ ਆਪਾਂ ਜਾ ਨਹੀਂ ਸਕਦੇ, ਨਾ ਆਪਾਂ ਇਹਨਾਂ ਦੀਆਂ ਕਾਰਾਂ ਚੈੱਕ ਕਰ ਸਕਦੇ ਆ। ਇਹ ਪੁਲਿਸ ਵਾਲਿਆਂ ਦੀ ਜਿਹੜੀ ਡਿਊਟੀ ਹੈ, ਇਹਨਾਂ ਨੂੰ ਲਗਭਗ ਟ੍ਰੇਨਿੰਗ 10 ਮਹੀਨਿਆਂ ਦੀ ਹੁੰਦੀ, ਰਾਈਟ। ਸੋ ਇਹਦਾ ਮਤਲਬ ਤਾਂ ਫਿਰ ਇਹਨਾਂ ਨੂੰ ਸਾਰਿਆਂ ਨੂੰ 10 ਮਹੀਨਿਆਂ ਦੀ ਟ੍ਰੇਨਿੰਗ ਦੇ ਗਵਰਨਮੈਂਟ ਨੂੰ ਪੈਸੇ ਵੇਸਟ ਕਰਨ ਦੀ ਡਿਪੋ ਵਿੱਚ ਕੋਈ ਲੋੜ ਨਹੀਂ ਹੈਗੀ, ਕਿਉਂਕਿ ਆਪਣਾ ਟੈਕਸ ਜਾਂਦਾ, ਆਪਾਂ ਟੈਕਸ ਦਿੰਦੇ, ਇਹਨਾਂ ਦੀਆਂ ਪੇ ਜਾਂਦੀਆਂ ਆਪਣੇ ਟੈਕਸ ਦੇ ਵਿੱਚੋਂ, ਰਾਈਟ। ਸੋ ਇਹਦਾ ਮਤਲਬ ਇਹ ਆ ਫਿਰ ਚਾਹੇ ਤਾਂ ਲੈਵਲ 1, 2, 3 RCMP ਰੱਖ ਲੈਣ ਕਿ ਜਿਹੜਾ ਨੰਬਰ 3 ਆ ਉਹਨੂੰ ਗੰਨਾ ਨਾ ਦੇਣ, ਉਹਨੂੰ ਗੰਨ ਦੀ ਕੋਈ ਲੋੜ ਨਹੀਂ, ਉਹਨੇ ਸਪੀਡਿੰਗ ਟਿਕਟ ਦੇਣੇ ਆ, ਉਹਨੇ ਮਾਈਨਰ ਚੀਜ਼ਾਂ ਨੂੰ ਹੈਂਡਲ ਕਰਨਾ। ਨੰਬਰ 2 ਲੈਵਲ ਨੇ ਉਸ ਤੋਂ ਥੋੜਾ ਜਿਹਾ ਜ਼ਿਆਦਾ। ਨੰਬਰ 3 ਜਿਹੜਾ ਨੰਬਰ 1 ਲੈਵਲ ਆ, ਉਹਨੂੰ ਇਹਦਾ ਵੀ ਉਹ ਡਟ ਕੇ ਬਾਹਰ ਗੋਲੀ ਨਾਲ ਡੀਲਿੰਗ ਕਰ ਸਕਦਾ ਕਿ ਉਹਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੁੰਦੀ। ਇਹਨਾਂ ਕੋਲੇ ਪ੍ਰੋਟੈਕਸ਼ਨ, ਇਹਨਾਂ ਦੀ ਚੈਸਟ ਪ੍ਰੋਟੈਕਸ਼ਨ ਆ, ਹੈਡ ਪ੍ਰੋਟੈਕਸ਼ਨ ਆ, ਤੇ ਫਿਰ ਇਹ ਡਟ ਕੇ ਆਪਣੀ ਡਿਊਟੀ ਇਜ਼ ਅ ਡਿਊਟੀ, ਰਾਈਟ। ਹਰ ਇੱਕ ਦੀ ਜੌਬ ਡੇਂਜਰਸ ਆ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕਿਸੇ, ਬਹੁਤ ਸਾਰੀਆਂ ਹੋਰ ਵੀ ਜੌਬਾਂ ਡੇਂਜਰਸ ਹੈਗੀਆਂ ਵਾ। ਤੇ ਫਿਰ ਲੋਕੀ ਘਰੇ ਤਾਂ ਨਹੀਂ ਬਹਿ ਜਾਂਦੇ ਜਾਂ ਪਿੱਛੇ ਲੁੱਕ ਕੇ ਤਾਂ ਨਹੀਂ ਬਹਿ ਜਾਂਦੇ, ਮੂਹਰੇ ਜਾ ਕੇ फाइट ਤਾਂ ਕਰਨਾ ਪੈਂਦਾ ਨਾ। ਇਹ ਸ਼ੂਟਿੰਗ ਜਿਹੜੇ ਲੋਕ ਕਰਦੇ ਆ, ਉਹਨਾਂ ਨੂੰ ਪਤਾ ਵਾ ਕਿ ਅਸੀਂ ਸ਼ੂਟਿੰਗ ਕਰਕੇ ਅਸੀਂ ਗੈਟ ਅਵੇ ਹੋ ਜਾਣਾ, ਸਾਨੂੰ ਪੁਲਿਸ ਵਾਲਿਆਂ ਨੇ ਫੜਨਾ ਨਹੀਂ, ਸਾਡੇ ਮਗਰ ਕੋਈ ਨਹੀਂ ਆਉਣਾ ਹੈਗਾ। ਦੇ ਨੋ ਦੈਟ, ਰਾਈਟ। ਇਹ ਕੋਈ ਰੋਡ ਚੈੱਕਸ ਨਹੀਂ ਕਰਦੇ, ਕੋਈ ਮੁੰਡਿਆਂ ਦੀਆਂ ਕਾਰਾਂ ਨਹੀਂ ਚੈੱਕ ਕਰਦੇ। ਜੇ ਇਹ ਰੋਡ ਬਲੌਕਸ ਲਾਉਣ, ਮੁੰਡਿਆਂ ਦੀਆਂ ਕਾਰਾਂ ਚੈੱਕ ਕਰਨ, ਵਿੱਚੋਂ ਕਿਸੇ ਦੀ ਗਨ ਨਿਕਲਿਆ, ਕੁਛ ਉਹਨਾਂ ਨੂੰ ਡਰ ਹੋਣਾ ਚਾਹੀਦਾ। ਇਸ ਟਾਈਮ ਵਿੱਚ ਉਹਨਾਂ ਨੂੰ ਕੋਈ ਡਰ ਹੀ ਨਹੀਂ ਹੈਗਾ। ਮੈਨੂੰ 15-16 ਸਾਲ ਦਾ ਮੁੰਡਾ ਪਾਸੋਂ ਚੌਥੇ ਸੇਵਨ ਫੂਡ ਵਿੱਚ ਮਿਲਿਆ, ਉਹ ਕਹਿੰਦਾ ਆਂਟੀ ਕਹਿੰਦਾ ਪੁਲਿਸ ਵਾਲੇ ਤਾਂ ਸਾਥੋਂ ਗੋਲੀ ਵਾਲਿਆਂ ਤੋਂ, ਲੋਕਾਂ ਤੋਂ ਡਰਦੇ ਨੇ। ਜਿਹੜਾ 15-16 ਸਾਲ ਦੇ ਬੱਚੇ ਨੂੰ ਇਹ ਚੀਜ਼ ਪਤਾ ਹੈ, ਉਹ ਡਰਦੇ ਆ, ਉਹ ਸਾਡੇ ਲੋਕਾਂ ਦੇ ਮਗਰ ਨਹੀਂ ਜਾਂਦੇ। ਇਟ ਇਜ਼ ਸ਼ੌਕਿੰਗ ਫॉर ਮੀ ਕਿ ਜਦੋਂ ਬੱਚਾ ਵੱਡਾ ਹੋਊਗਾ 24-25 ਸਾਲ ਦਾ, ਉਹ ਸੋਚੂਗਾ ਕਿ ਮੈਂ ਜਿਹਨੂੰ ਮਰਜ਼ੀ ਸ਼ੂਟ ਕਰਕੇ ਬਾਹਰ ਨਿਕਲ ਸਕਦਾ, ਕਿ ਪੁਲਿਸ ਵਾਲਿਆਂ ਦੇ ਸਾਡੇ ਮਗਰ ਹੀ ਨਹੀਂ ਆਉਣਾ, ਇਹਨਾਂ ਨੇ ਸਾਨੂੰ ਚੇਸ ਨਹੀਂ ਕਰਨਾ। ਉਹਨਾਂ ਕੋਲ ਫਿਰ ਤੁਸੀਂ ਇਹ ਸੋਚੋ ਵੀ ਉਹਨਾਂ ਨੂੰ। You're listening to 1550 AM KRPI Ferndale. The views expressed are not necessarily those of the staff, management, or ownership of this station. ਚੱਲਦੀ ਆ, ਉਹਨੂੰ ਸੰਭਾਲ ਨਹੀਂ ਸਕਦੇ, ਬੰਦੇ ਨੂੰ ਫੜ ਨਹੀਂ ਸਕਦੇ। 10-20 ਜਾਣੇ ਇਕੱਠੇ ਰਲ ਕੇ 911 ਕਾਲ ਤੇ 10 ਮਿੰਟਾਂ ਵਿੱਚ ਪਹੁੰਚ ਨਹੀਂ ਸਕਦੇ, ਮੂਰਲੀ ਡਿਟੈਚਮੈਂਟ ਨੂੰ ਫੋਨ ਨਹੀਂ ਕਰ ਸਕਦੇ। ਉਹ ਜਾ ਕੇ ਅੱਗ ਲਾਉਣ ਨੂੰ ਵੀ ਤਾਂ ਕਾਰ ਨੂੰ ਉਹਨਾਂ ਨੂੰ ਟਾਈਮ ਲੱਗਦਾ ਵਾ। ਇਹ ਤਾਂ ਹੈ ਨਹੀਂ ਵੀ 5 ਮਿੰਟਾਂ ਵਿੱਚ ਕਾਰ ਉਹਨਾਂ ਦੀ ਮੱਚ ਜੂਗੀ ਸਾਰੀ ਦੀ ਸਾਰੀ, ਜਦੋਂ ਦੇ ਮਗਰ ਹੀ ਨਹੀਂ ਜਾਣਾ, ਕੁਛ ਕਰਨਾ ਨਹੀਂ। ਇਸ ਪੁਲਿਸ ਅਫਸਰ ਆ ਜਿਹੜੇ ਨਾ, ਇਹਨਾਂ ਨੂੰ ਇੱਕ ਪਾਸੇ ਤਾਂ $1 ਲੱਖ ਇੱਕ ਕਮਾਈ ਹੈ ਇਹਨਾਂ ਦੀ, ਪਹਿਲੇ ਸਾਲ ਦੀ ਹੋ ਜਾਂਦੀ ਹੈ, ਰਾਈਟ। ਸੋ ਇੱਕ ਫਿਰ ਉਹਨਾਂ ਦੀਆਂ ਪੈਸੇ ਘਟਾ ਦੇਣ, ਲੈਵਲ 1, 2 and 3 ਕਰਨਾ, 3 ਲੈਵਲ ਥੋੜੀ ਪੇ ਕਰੋ, ਫਿਰ ਨੰਬਰ 1 ਵਾਲੇ ਨੂੰ ਭਾਵੇਂ ਜੀ $90,000 ਦੇ ਦਿਓ ਪਹਿਲੇ ਸਾਲ ਦਾ। ਪੈਸੇ ਤਾਂ ਡਟ ਕੇ ਲੈਂਦੇ ਨੇ, ਪਰ ਜਿਹੜੀ ਇਹਨਾਂ ਦੀ ਡਿਊਟੀ ਆ ਉਹ ਡਟ ਕੇ ਨਿਭਾਉਣ ਨੂੰ ਤਿਆਰ ਨਹੀਂ ਆ। ਇਹਨਾਂ ਨੂੰ ਕੋਈ ਕੇਅਰ ਨਹੀਂ ਵੀ ਮੁੰਡੇ ਸ਼ੂਟਿੰਗ ਹੋਈ ਜਾਂਦੇ ਆ। ਦਿਸ ਇਜ਼ ਨਾਟ ਫੇਅਰ। ਥੈਂਕ ਯੂ ਭੈਣ ਜੀ। ਯੂ ਨੋ ਵਾਟ ਆਈ ਮੀਨ। ਮੈਂ ਸੱਚੀ ਗੱਲ ਕਹਿ ਰਹੀ ਹੁੰਦੀ ਆ, ਕਿਸੇ ਨੂੰ ਗੁੱਸਾ ਲੱਗਦਾ ਨਹੀਂ ਲੱਗਦਾ। ਥੈਂਕ ਯੂ। ਜਸਕੀਰਤ ਕਾਲਕਟ ਮੁੰਡੇ ਦਾ ਨਾਮ ਹੈ ਜੀ। ਈਵਨਿੰਗ ਦਾ ਹੀ ਪਤਾ ਸੀ, ਜਾਂ 5-7 ਮਿੰਟ 10 ਮਿੰਟਾਂ ਬਾਅਦ ਹੀ ਪਤਾ ਲੱਗ ਗਿਆ ਸੀ। ਉਹ ਸਰ ਹੋ ਰਹੀ ਸੀ ਗੱਲ, ਜਿਹੜਾ ਕੱਲ ਮਾਰਿਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਸ ਵਿਸ਼ੇ ਤੇ ਗੱਲ ਕਰ ਸਕਦੇ ਆ। ਜਿਹੜੀ ਪਰ ਪਿਛਲੇ 5 ਸਾਲਾਂ ਦਾ ਮੈਂ ਇਹ ਚਾਹੁੰਦਾ ਵੀ ਲੋਕੋ ਆਪਣੇ ਚੁਣੀਂਦੇ ਨੁਮਾਇੰਦਿਆਂ ਤੋਂ, ਜਿਹੜੀ ਪਾਰਟੀ ਜੋ ਤੁਸੀਂ ਆਪਣੇ ਨੁਮਾਇੰਦਿਆਂ ਨੂੰ ਪੁੱਛ ਲਿਓ। ਇਹ ਯਾਰੀਆਂ ਯੂਰੀਆਂ ਦੀ ਗੱਲ ਛੱਡ ਦਿਓ ਹੁਣ, ਬਈ ਤੁਹਾਨੂੰ ਫਾਇਦਾ ਦੇਣਾ, ਤੁਹਾਨੂੰ ਕੰਮ ਪੈ ਜੂ। ਇਹਦੇ ਤੋਂ ਉੱਪਰ ਮੈਂ ਇੱਕ ਜਨਰਲ ਸਵਾਲ ਹੈ, ਪਿਛਲੇ 5 ਸਾਲਾਂ ਤੋਂ ਬਾਅਦ ਜਿੰਨੇ ਤੁਹਾਡੇ ਚੁਣੇ ਹੋਏ MP MLA ਨੇ ਕਿਸੇ ਪਾਰਟੀ ਦੇ, ਉਹਨਾਂ ਨੂੰ ਕਹੋ ਵੀ ਇੱਕ ਲੈਟਰ ਕੋਈ ਦਿਖਾਇਓ ਵੀ ਤੁਹਾਡੀ ਕੰਸਟੀਚੁਐਂਸੀ ਦੇ ਵਿੱਚ ਕੋਈ ਜਵਾਕ ਮਰਿਆ ਹੋਵੇ, ਉਹਦੇ ਲਈ ਤੁਸੀਂ ਕੀ ਕੀਤਾ। ਜਸਟਿਸ ਮਿਨਿਸਟਰ ਨੂੰ ਚਿੱਠੀ ਲਿਖੀ, ਅਟਾਰਨੀ ਜਨਰਲ ਨੂੰ ਲਿਖੀ, ਐਜੂਕੇਸ਼ਨ ਮਿਨਿਸਟਰ ਨੂੰ ਲਿਖੀ, ਤੇ ਉਸ ਤੋਂ ਬਾਅਦ ਪੇਰੈਂਟਸ ਦੇ ਪਰਿਵਾਰ ਨੂੰ ਕਿਸੇ ਨੂੰ ਮਿਲੇ ਵੀ ਟੱਬਰ ਤੇ ਤੁਹਾਡਾ ਵਾਪਸ, ਤੇ ਕੋਈ ਪ੍ਰੋਫੈਸਰ ਨਾਲ ਕਿਸੇ ਨਾਲ ਗੱਲ ਕੀਤੀ ਵੀ ਕੀ ਕੀਤਾ ਜਾਵੇ, ਕੋਈ ਪੜ੍ਹੇ ਲਿਖਿਆ ਨਾਲ ਕਿਸੇ ਨਾਲ ਬੈਠੇ। ਆ ਗ੍ਰਾਂਟਾਂ
ਜਿਨ੍ਹਾਂ ਨੇ ਰੈਜ਼ਮੇ ਲਿਖਣੇ ਸਿਖਾਉਣੇ ਨੇ ਉਹਨਾਂ ਨੂੰ ਲਿਆ ਦਿਓ 5 ਲੱਖ ਵੀ ਗੈਂਗ ਨਾਲ ਲੜੋ ਜੀ, ਤੁਸੀਂ ਗੈਂਗ ਨਾਲ ਲੜਨ ਦੀ ਟੈਕਨੀਕ ਸਿਖਾਓ। ਇਹ ਕੋਈ ਇਸ਼ੂ ਕਰਨਾ ਚਾਹੀਦਾ, ਕੋਈ ਸੇਫ ਦਾ ਪ੍ਰੋਗਰਾਮ ਕੋਈ ਬਣੇ ਜਿਹਦੇ ਵਿੱਚ ਕੋਈ ਕੁਛ ਇਸ਼ੂ ਜਿਹੜੇ ਵਿਚਾਰੇ ਜਾਣ, ਪਰ ਇਹ ਨਹੀਂ ਗੱਲ ਜਿਹੜੀ ਹੈ ਇਹ ਹੱਥੋਂ ਚਲੇ ਵੀ ਇਹ ਹੋਣਾ ਨਹੀਂ, ਲੋਕਾਂ ਨੂੰ ਕਰਨਾ ਪੈਣਾ ਹੈ। ਜਿਵੇਂ ਦੱਸ ਕੇ ਹਟੇ ਹੋ ਨਾ ਤੁਸੀਂ ਸਾਰੇ ਭੈਣ ਜੀ ਬੋਲ ਕੇ ਗਏ ਨੇ, ਇਹ ਦਰਦ ਇਸ ਤਰ੍ਹਾਂ ਹੋਣਾ। ਪਿਛਲੇ ਦਿਨੀ ਉਹਨਾਂ ਨੇ ਗੱਲ ਕੀਤੀ ਆਪਣੇ ਪ੍ਰੋਗਰਾਮ ਤੇ, ਉਹ ਕਹਿੰਦਾ ਵੀ ਜਦ ਅੰਦਰੋਂ ਇੱਕ ਵਾਰ ਮੁੰਡੇ ਨੇ ਗੋਲੀ ਚਲਾ ਲਈ ਉਹਨੂੰ ਪਤਾ ਲੱਗ ਜਾਂਦਾ ਵੀ ਹੁਣ ਮੇਰੇ ਤੇ ਪੁਲਿਸ ਵਾਲੇ ਨੇ ਗੋਲੀ ਨਹੀਂ ਚਲਾਉਣੀ, ਨਾ ਮੈਨੂੰ ਇਹਨੇ ਫੋਲੋ ਕਰ, ਬਸ ਇਹੀ ਗੱਲ ਹੋਈ। ਹੁਣ ਇਹ ਜਿਹੜਾ ਡਿਸਕਸ਼ਨ ਹੈ ਇਹ ਕਿਸੇ ਗਰੁੱਪ ਲਈ ਨਹੀਂ ਹੋ ਰਿਹਾ ਵੀ ਕਿਸੇ ਨੇ ਕਿਹਦੀ ਰਿਵੈਂਜ ਦੇ ਵਿੱਚ ਮਾਰ ਰਹੇ ਨੇ ਇੱਕ ਦੂਜੇ ਨੂੰ। ਕਰਮਨ ਗਰੇਵਾਲ UN ਬੈਂਕ ਦਾ ਮਰਿਆ, ਹੁਣ ਇਹ ਬ੍ਰਦਰ ਕੀਪਰ ਦਾ ਮਰ ਗਿਆ ਆਪਣਾ ਜਿਹੜਾ ਜੈਜੀ ਕਾਲਕਟ। ਡਾਊਨਟਾਊਨ ਦੇ ਵਿੱਚ ਕਡੈਰੋ ਦੇ ਵਿੱਚ 2-2 ਡੇਢ ਘੰਟੇ ਬੰਦੇ ਉਡੀਕਦੇ ਰਹਿੰਦੇ ਨੇ, ਉਹਦੇ ਚ ਧਾਲੀਵਾਲ ਭਰਾ ਨੂੰ, ਤੇ ਉੱਥੋਂ ਮਾਰਨ ਤੋਂ ਬਾਅਦ ਭੱਜ ਕੇ ਉਹ ਜਿਹੜਾ ਬੰਦੇ ਦੇ ਚਾਕੂ ਮਾਰੇ ਨੇ, ਜਿਹੜਾ ਗੋਲੀ ਮਾਰ ਕੇ ਗਿਆ ਸੀ ਯਾਰ ਧਾਲੀਵਾਲ ਨੂੰ, ਦੂਜੇ ਨੇ ਜਾ ਕੇ ਘੇਰਿਆ ਭਾਈ ਨੇ, ਉਹ ਬੰਦਾ ਹੀ ਨਹੀਂ ਇੱਥੇ ਦਾ ਹੈ, ਉਹ ਐਟਲਾਂਟਿਕ ਦਾ, ਉਹ ਆਇਆ ਹੋਇਆ ਇੱਥੇ, ਉਹਦੀ ਕਹਾਣੀ, ਉਹਦੇ ਪੈਸੇ ਨੇ, ਉਹਦਾ ਖਰਚਾ ਕਿਲਰ ਦਾ ਹਿਟਮੈਨ ਦਾ 2 ਲੱਖ 3 ਲੱਖ। ਤੇ ਇਹ ਜਿਹੜਾ ਆਪਸ ਵਿੱਚ ਲੜ ਰਹੇ ਨੇ, ਜੇ ਇੱਕ ਦੂਜੇ ਦੇ 5 ਮਾਰਤੇ ਦੂਜੇ ਨੇ 5 ਮਾਰਤੇ, $2 ਮਿਲੀਅਨ ਤਾਂ ਮਾਰਨ ਲਈ ਦੇਤਾ, ਕਮਾਉਣਾ ਕੀ ਹੋ ਤੁਸੀਂ? ਕੱਖ ਵੀ ਨਹੀਂ ਹੈ, ਕਮਾਈ ਹੋਰ ਕੋਈ ਕਰ ਰਿਹਾ। ਤੁਸੀਂ ਇੱਕ ਦੂਜੇ ਨੂੰ ਮਾਰ ਕੇ ਇੱਕ ਦੂਜੇ ਦੇ ਘਰ 'ਚ 70 ਬਚਾ ਰਹੇ, ਹੋਰ ਕੁਛ ਨਹੀਂ ਹੈ। ਇੱਕ ਕੌਮ ਆਪਣੇ ਆਪ ਇੱਕ ਦੂਜੇ ਨੂੰ ਮਾਰ ਰਹੀ ਹੈ, ਬਿਜ਼ਨਸ ਨਹੀਂ ਹੈ। ਬਿਜ਼ਨਸ ਕਾਹਦਾ ਇਹਦੇ 'ਚ? ਪੁੜੀਆਂ ਦੇ ਵਿੱਚ ਕੀ ਕਮਾ ਲੈਣਾ? ਜਾਂ ਤੁਸੀਂ ਹਿਟਮੈਨ ਨੂੰ ਕਿਸੇ ਨੂੰ ਕੋਈ 5000 'ਚ ਤਾਂ ਮਾਰਦਾ ਨਹੀਂ ਬੰਦਾ। ਇੱਥੇ ਪੈਸੇ ਵਾਲਿਆਂ ਨੂੰ ਲੱਗਦਾ ਵੀ 5000 'ਚ ਬੰਦਾ ਮਾਰ ਦਿੰਦੇ ਨੇ। ਇੱਕ ਪੈਸੇ ਵਾਲੇ ਨੇ ਤੇ ਮਾੜਾ ਜਿਹਾ ਦੱਸਦਾ ਵੀ ਇਹ ਪੈਸੇ ਕਿਵੇਂ ਬਣਦੇ, ਕਹਿੰਦਾ 5000 ਲੱਗਦਾ ਬੰਦਾ ਮਾਰਨ ਨੂੰ, ਸਮਝਾ ਦਿਓ ਇਹਨੂੰ, ਮੈਨੂੰ ਸੁਨੇਹਾ ਭੇਜਿਆ ਸੀ। ਮੈਂ 20 ਉਖਲ ਫਿਰਦੇ ਨੇ ਮਾਰਨ ਵਾਲੇ, ਤੇ ਤੁਹਾਡੇ ਬਸ ਦੀਆਂ ਗੱਲਾਂ ਨਹੀਂ। ਜਿੱਦਣ ਕੋਈ ਸਮਾਂ ਲਿਖਿਆ ਕੋਈ ਨਹੀਂ ਬਚਾ ਸਕਦਾ। ਪੈਸਿਆਂ ਦੇ ਜ਼ੋਰ ਨਾਲ ਤੁਸੀਂ ਪੈਸਿਆਂ ਦੀ ਦਬਸ਼ ਦਿਖਾਉਂਦੇ ਹੋ, ਤੇ ਪੈਸਿਆਂ ਦੀ ਦਬਸ਼ ਜਿਨ੍ਹਾਂ ਤੇ ਚੱਲਦੀ ਹੈ ਉਹਨਾਂ ਨੂੰ ਖਾਕੀ ਲਿਫਾਫੇ ਦਿਆ ਕਰੋ। ਸਾਨੂੰ ਦਬਸ਼ ਨਹੀਂ ਚੱਲਦੀ, ਖੰਗਣ ਵੀ ਨਹੀਂ ਦਿੰਦੇ ਅਸੀਂ। ਸੱਚ ਦੀ ਗੱਲ ਸੱਚ ਹੀ ਹੈ, ਔਰ ਐਂ ਹੀ ਰਹਿਣੀ ਹੈ ਜਿੰਨਾ ਚਿਰ ਮਾਈਕ ਤੇ ਬਹਿਣਾ। ਇਹ ਨਹੀਂ ਕਹਾਣੀ। ਹਾਂ, ਆਪਣੇ ਲੋਕਾਂ ਲਈ, ਆਪਣੇ ਭਾਈਚਾਰੇ ਲਈ ਤੜਫ ਹੈ ਜਿਹੜੀ, ਉਹਨਾਂ ਲਈ ਖੜਨਾ ਹੀ ਖੜਨਾ, ਜਿੰਨੀ ਤਾਕਤ ਆ ਉਹਦੇ ਨਾਲ ਖੜਨਾ, ਪੂਰਾ ਖੜਨਾ ਹੈ ਨਿੱਠ ਕੇ। ਇਹ ਜਿਹੜਾ ਚੱਲ ਰਿਹਾ ਨਾ, ਇਹ ਸ਼ੇਕ ਲੋਕੋ, ਜਦ ਤੱਕ ਤੁਸੀਂ ਮਹਿਸੂਸ ਨਹੀਂ ਕਰਦੇ, ਤੁਸੀਂ ਸਵਾਲ ਨਹੀਂ ਪੁੱਛਣੇ ਸ਼ੁਰੂ ਕਰਦੇ, ਜਿਵੇਂ ਆ ਭੈਣ ਜੀ ਪੁੱਛ ਕੇ ਗਏ ਨੇ, ਜਦ ਤੱਕ ਨਹੀਂ ਹੋਣੀ ਕਹਾਣੀ। ਇਹ ਤੁਹਾਡੇ ਸਵਾਲਾਂ ਦੀ ਤਪਸ਼ ਹੈ ਜਿਹੜੀ ਫਿਰ ਦਿਨਾਂ ਦੇ ਵਿੱਚ ਹੀ ਐਕਸ਼ਨ ਹੁੰਦੇ ਨੇ। ਮੈਂ ਅਗਲੇ ਹੁਣ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ, ਪਰ ਮੈਂ ਇਹ ਅੱਜ ਦੀ ਪੇਨ ਜਿਹੜੀ ਹੈ ਇਹ, ਕਿਉਂਕਿ ਜੇ ਇਹ ਨਹੀਂ ਹੈ ਵੀ ਕਰਮਨ ਗਰੇਵਾਲ ਨੇ ਮਰਨ ਤੋਂ ਬਾਅਦ ਸੋਮਵਾਰ ਨਹੀਂ ਕੀਤਾ, ਉਹ ਚਾਹੇ ਦੂਜੇ ਗਰੁੱਪ ਦਾ ਹੀ, ਇਹ ਦੂਜੇ ਦਾ ਰਿਵੈਂਜ। ਸਾਡੇ ਲਈ ਜਵਾਕ ਬਰਾਬਰ ਨੇ ਸਾਰੇ, ਸਾਡਾ ਰਿਵੈਂਜ ਨਹੀਂ ਹੈ। ਸਾਡੇ ਬੱਚੇ, ਚਾਹੇ ਉਹ ਬ੍ਰਦਰਜ਼ ਕੀਪਰਸ ਨੇ, ਚਾਹੇ ਕੰਗ ਨੇ, ਚਾਹੇ ਉਹ UN ਦੇ ਵਿੱਚ ਨੇ, ਜਿੱਥੇ ਵੀ ਨੇ ਜਵਾਕ, ਪਰ ਇਹ ਬੱਚੇ ਬਚਣੇ ਚਾਹੀਦੇ। ਇਹਨਾਂ ਨੂੰ ਕੌਣ ਮਰਵਾ ਰਿਹਾ? ਇੱਕ ਦੂਜੇ ਨੂੰ ਮਰਵਾ ਰਹੇ ਨੇ, ਹਿਟਮੈਨ ਆ ਰਹੇ ਨੇ, ਤੇ ਖਤਮ ਕਹਾਣੀ। ਘਰਾਂ ਦੇ ਵਿੱਚ ਇਹ ਸੇਫ ਨਹੀਂ, ਘਰਾਂ 'ਚ ਮਰ ਰਹੇ ਨੇ, ਰੈਸਟੋਰੈਂਟਾਂ ਤੇ ਮਰ ਰਹੇ ਨੇ, 에ਅਰਪੋਰਟ ਤੇ ਮਰ ਰਹੇ ਨੇ, ਸ਼ਾਪਿੰਗ ਮਾਲ ਦੇ ਵਿੱਚ ਮਰ ਰਹੇ ਨੇ। ਫਿਰ ਹੁਣ ਕਿੱਥੇ ਰਹਿਣਗੇ ਉਹ? ਜਦ ਨੋਨ ਟੂ ਪੁਲਿਸ ਹੈ, ਇੱਕ ਮਾਪੇ ਦਾ ਅੱਜ ਫੋਨ ਆਇਆ, ਉਹ ਕਹਿੰਦਾ ਲਾਇਸੈਂਸ ਨਹੀਂ ਕੈਂਸਲ ਕਰ ਸਕਦੇ ਉਹ। ਇਹ ਡਰਾਈਵ ਕਿਵੇਂ ਕਰਦੇ ਆ? ਫਿਰ ਸਾਰੇ ਤੁਰੇ ਫਿਰਦੇ ਆ। ਜਿਨ੍ਹਾਂ ਪੈਂਟ ਹਾਊਸਾਂ ਦੇ ਵਿੱਚ ਰਹਿੰਦੇ ਆ, ਉਹ ਪੈਂਟ ਹਾਊਸ ਆਇਡੈਂਟੀਫਾਈ ਨਹੀਂ ਕਰ ਸਕਦੇ। ਜਦ ਇਹਨਾਂ ਨੂੰ ਪਤਾ ਉਹ ਫਲਾਣਾ ਲੰਘ ਗਿਆ, ਫਲਾਣਾ ਲੰਘ ਗਿਆ। 30 ਨੇ, 40 ਨੇ, 40 ਦੇ ਵਿੱਚੋਂ 40 ਤੱਕ 40 ਕਾਰਾਂ 'ਚ ਨਹੀਂ ਨਾ ਫਿਰਦੇ, 40 20 22 ਕਾਰਾਂ 'ਚ ਫਿਰਦੇ, 2-3 ਇਕੱਠੇ ਫਿਰਦੇ। ਤੇ ਪੁਲਿਸ ਦੀਆਂ ਕਿੰਨੀਆਂ ਗੱਡੀਆਂ ਚਾਹੀਦੀਆਂ ਨੇ? ਉਹ ਸ਼ਿੰਗਾਰੀ ਹੁੰਦੀ ਹੈ ਅੰਡਰ ਕਵਰ ਕਾਰ, ਤਾਂ ਸਾਡੀ ਦੇਖ ਕੇ ਸਵਾਦ ਆਉਂਦਾ, ਰੰਗ ਬੱਤੀਆਂ ਜੇ ਤੇ ਬੋ, ਜਦੋਂ ਜਗਦੀਆਂ ਨੇ ਸੋਹਣੀਆਂ ਬਹੁਤ ਲੱਗਦੀਆਂ, ਤੇ ਉਹ ਫੋਲੋ ਕਰਕੇ ਪਤਾ ਲੱਗ ਸਕਦਾ ਕਿੱਥੋਂ ਨਿਕਲੇ ਕਿੱਥੇ ਗਏ। ਇਹ ਇੱਕ ਮਾਪੇ ਦਾ ਦਰਦ ਹੈ। ਹੁਣ ਪੁਲਿਸ ਦਾ ਕੰਮ ਕਰਨਾ ਕਿਵੇਂ ਆ ਉਹ ਉਹਨਾਂ ਨੂੰ ਪਤਾ, ਉਹਨਾਂ ਦੀ ਬਾਈ ਬੁੱਕਸ ਉਹਨਾਂ ਨੇ ਜਾਣਾ, ਉਹਨਾਂ ਨੂੰ ਪਤਾ। ਪਰ ਉਹ ਬਾਈ ਬੁੱਕਸ ਜਾ ਕੇ
ਜੇ ਪੁੱਤ ਹੀ ਮਰ ਗਿਆ ਉਹ ਬਾਈ ਬੁਕਸ ਨੇ ਕੀ ਕਰਨਾ? ਫਿਰ ਅਸੀਂ ਕੀ ਕਰਨਾ? ਜਿਹਦਾ ਅੱਜ ਘਰ ਦੇ ਵਿੱਚ 70 ਵਿਛ ਗਿਆ, ਉਹ ਤੁਹਾਡੇ ਜਿਹੜੇ ਬਰਾਸ ਵਾਲੇ ਮੋਢੇ ਤੇ ਲੱਗੇ ਹੋਏ ਸੋਨੇ ਦੇ ਨੇ, ਪਿੱਤਲ ਦੇ ਚਮਕਦੇ ਨੇ, ਉਹ ਕੀ ਕਰਨੇ ਨੇ? ਬਰਾਸੋ ਫੇਰ ਕੇ ਵਰਦੀ ਪਾ ਕੇ ਤੇ ਸ਼ੂ ਪਾਤੇ, ਇਧਰੋਂ ਇੱਕ ਟੇਜ਼ਰ ਲਮਕਦਾ, ਇੱਕ ਇਧਰੋਂ ਲਮਕਦਾ, ਤੇ ਉਹਨੂੰ ਕੀ ਕਰਨਾ ਉਹਨੇ ਮੁੜ ਕੇ? ਉਹਦੇ ਬਾਅਦ ਉਹਦੇ ਲਈ ਤਾਂ ਜੱਗ ਮੁੱਕ ਗਿਆ। ਜਰਾ ਮੂਹਰੇ ਆ ਕੇ ਟੋਪੀ ਲਾ ਕੇ ਗੱਲ ਕਹਿ ਦੋ ਬਈ ਵੀ ਆਰ ਸੌਰੀ ਫॉर योर लॉस, ਇੰਨੀ ਗੱਲ ਨਿਬੜ ਜਾਣੀ ਹੈ ਬਸ। ਹੋਰ ਕਾਲ ਨਾ ਜੀ ਕਰਿਓ, ਮੈਂ ਕਾਲਰ ਮੇਰੇ ਕੋਲ ਜਿਹੜੇ 3 ਨੇ ਉਹਨਾਂ ਨਾਲ ਗੱਲ ਕਰ ਲੈਣਾ। ਕੁਲਵੀਰ ਸਿੰਘ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਗੱਲ ਸਾਹਿਬ। ਇਹ ਜਿਹੜੀ ਨਾ ਸਤਿ ਸ਼੍ਰੀ ਅਕਾਲ ਵੀਰ ਜੀ, ਹਾਦਸੇ ਵਾਪਰਦੇ ਆ ਬਹੁਤ ਦੁਖਦਾਈ ਆ ਇਹ ਸਭ ਲਈ। ਜਿੱਦਾਂ ਆਪਾਂ ਕਹਿੰਦੇ ਵੀ ਫਲਾਣੇ ਦਾ ਬੱਚਾ ਸੀਗਾ, ਉਹ ਬੱਚਾ ਸਾਡਾ ਹੀ ਆ ਜਿਹੜਾ ਅੱਜ ਇਸ ਦੁਨੀਆ ਤੋਂ ਗਿਆ, ਪੰਜਾਬੀ ਭਾਈਚਾਰੇ ਦਾ। ਹਾਂਜੀ, ਉਹਦੇ ਵਿੱਚ ਦੁੱਖ ਜ਼ਰੂਰ ਲੱਗਦਾ ਜਦੋਂ ਮੈਂ ਅੱਜ ਸਵੇਰੇ ਸੁਣੀ ਖਬਰ ਵੀ ਅੱਜ ਇੱਕ ਹੋਰ ਚੜਾਈ ਕਰ ਗਿਆ ਇਸ ਤਰ੍ਹਾਂ ਨਾਲ। ਇਹ ਜਿਹੜਾ ਬੱਚਾ ਇੱਕ ਮਾਂ ਪਿਓ ਪਾਲਦਾ 10-12 ਸਾਲ 15 ਸਾਲ 20 ਸਾਲ ਦਾ ਕਰਦਾ, ਉਹਦੀ ਹਾਲ ਦੇਖਦਾ ਵੀ ਕਦੋਂ ਇਹਦੀ ਸਾਡੀਆਂ ਰੀਝਾਂ ਪੂਰੀਆਂ ਕਰੂਗਾ। ਜਦੋਂ ਏਦਾਂ ਦੀ ਘਟਨਾ ਦੇ ਵਿੱਚ ਉਹ ਵਾਪਰ ਜਾਂਦੀ ਆ, ਉਹ ਨਿਬੜ ਜਾਂਦਾ, ਉਹਦੀ ਸਦਾ ਲਈ ਸੌ ਜਾਂਦਾ ਨਾ, ਉਸ ਮਾਂ ਪਿਓ ਦੇ ਹਾਲਾਤ ਪੁੱਛੇ ਜਾਣੇ ਚਾਹੀਦੇ ਨਾ। ਬਾਕੀ ਸਾਨੂੰ ਸਾਰੀ ਕਮਿਊਨਿਟੀ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਚੀਜ਼ ਆ, ਜਿਹੜੇ ਵੀ ਬੰਦੇ ਕਰਾਉਂਦੇ ਆ ਨਾ ਇਹ ਕੰਮ, ਉਹਦੇ ਪਿੱਛੇ ਹੱਥ ਆਪਾਂ ਨੂੰ ਇਹ ਸਾਰੇ ਬੱਚਿਆਂ ਨੂੰ ਸੋਚਣਾ ਵੀ ਚਾਹੀਦਾ। ਤੇ ਸਾਡੇ ਪੁਲਿਸ ਜਿਹੜੀ ਆ ਉਹ ਬਿਲਕੁਲ ਨਿਕੰਮ ਆ ਇਸ ਵਿੱਚ ਨਾ। ਉਹਦੇ ਕੋਲ ਇਹ ਬਹੁਤ ਵੱਡਾ ਇਹ ਧੱਬਾ ਲੱਗ ਚੁੱਕਾ ਵੀ ਜਿੱਦਾਂ ਹੁਣ ਪੁਲਿਸ ਉੱਥੋਂ ਬੰਦਾ ਦੌੜ ਕੇ 에ਅਰਪੋਰਟ ਤੋਂ ਇਹਨਾਂ ਕੋਲ ਦੌੜਿਆ ਬੰਦਾ ਪੁਲਿਸ ਦੇ ਕੋਲੋਂ, ਉਦੋਂ ਪਰੇ ਹੋਰ ਤਾਂ ਕੋਈ ਮਾੜੀ ਘਟਨਾ ਨਹੀਂ ਹੋ ਸਕਦੀ। ਉਹਦਾ ਚਲੋ ਵੀ ਦੌੜ ਗਿਆ ਮਾਰ ਕੇ ਬੱਕਰੀ ਗੱਲ ਆ ਨਾ। ਇਹ ਪੁਲਿਸ ਦੇ ਹੱਥ ਕੁਝ ਗੌਰਮੈਂਟਾਂ ਨੇ ਵੀ ਬੰਨੇ ਆ ਤੇ ਕੁਝ ਪੁਲਿਸ ਡਰਦੀ ਵੀ ਆ ਗੈਂਗਸਟਰਾਂ ਤੋਂ ਨਾ, ਵੀ ਅਸੀਂ ਇਹਨਾਂ ਨਾਲ ਕੋਈ ਝੱਟ ਲਿਆ ਤੇ ਸਾਡੇ ਘਰ ਤੱਕ ਪਹੁੰਚਣਗੇ। ਇਹ ਚੀਜ਼ਾਂ ਸੋਚਣ ਵਾਲੀਆਂ ਥੋੜ੍ਹੀਆਂ ਗੌਰਮੈਂਟ ਨੂੰ ਵੀ ਤੇ ਸਾਡੇ ਪੋਲੀਟੀਸ਼ੀਅਨਾਂ ਨੂੰ। ਤੁਸੀਂ ਹੁਣ ਜਿੱਦਾਂ ਆਪਾਂ ਪਿੱਟੀ ਜਾਂਦੇ ਆ 10 ਦਿਨ ਪਿੱਟ ਕੇ ਹਟ ਜਾਣਾ, ਉਹ ਚੁੱਪ ਕਰਕੇ ਕੰਨਾਂ 'ਚ ਉਂਗਲੀ ਲੈ ਕੇ ਸੁੱਤੇ ਪਏ ਆ। ਉਹਨੇ ਕਹਿਣਾ ਇਹ 10 ਦਿਨ ਬੋਲਣਗੇ, ਉਦੋਂ ਬਾਅਦ ਅਸੀਂ ਚੇਤਾ ਭੁਲਾ ਲੈਣਾ, ਫੇਰ ਅਸੀਂ ਉਹਨਾਂ ਦੇ ਮਗਰ ਜਿੱਦਾਂ ਅਸੀਂ ਪਾਗਲਾਂ ਦੇ ਮਗਰ ਇੰਡੀਆ ਫਿਰੀ ਜਾਂਦੇ ਆ, ਏਦਾਂ ਇੱਥੇ ਤੁਰੇ ਫਿਰਦੇ ਹੋ ਬਾਦਲਾਂ ਵਾਲਾ ਕੰਮ। ਅਸੀਂ ਆਪਾਂ ਚੇਤਾ ਭੁਲਾਉਂਦੇ ਆਪਾਂ ਮੁੜ ਕੇ ਫੇਰ ਨਾ ਮਗਰ ਜੀ ਫੰਡ ਰੇਜ ਕਰ ਲਓ, ਫਲਾਣੇ ਦਾ ਫੰਡ ਰੇਜ ਕਰ ਲਓ, ਅਸੀਂ ਉੱਥੇ ਘਰ ਸੱਦ ਲਿਆ ਰੋਟੀ ਖਾਣ ਨੂੰ, ਉਹ ਗੱਲ ਬਸ ਇੱਥੇ ਗੱਲ ਨਿਬੜ ਜਾਂਦੀ ਮੁੜ ਕੇ ਆ ਕੇ। ਅਸੀਂ ਸੀਰੀਅਸ ਨਹੀਂ ਹੁੰਦੇ। ਸਾਡਾ ਇੱਕ ਨਿੱਜੀ ਇੱਕ ਪੈਸਾ ਤੇ ਇੱਕ ਸਾਨੂੰ ਆਪਣੀ ਦੌਲਤ ਸ਼ੌਹਰਤ ਹੀ ਇੱਕ ਸਾਡੇ ਹੱਥ ਪੱਲੇ ਉਹ ਕਮਾਉਣ ਲਈ ਨਹੀਂ, ਸਾਡੇ ਹੱਥ ਪੱਲੇ ਉਹ ਵੀ ਨਹੀਂ ਰਹਿਣੀ ਜਿਸ ਹਿਸਾਬ ਨਾਲ ਸਾਡੇ ਹਾਲਾਤ ਬਣੀ ਜਾਂਦੇ ਆ ਨਾ। ਦੌਲਤ ਸ਼ੌਹਰਤ ਉਹ ਹੁੰਦੀ ਹੈ ਜਿਹੜੀ ਆਪਾਂ ਇਮਾਨਦਾਰੀ ਨਾਲ ਕਮਾਈ ਹੋਵੇ ਨਾ। ਇਮਾਨਦਾਰੀ ਨਾਲ ਆਪਾਂ ਕੋਈ ਉਹ ਘੱਟ ਕਮਨੇ, ਆਪਾਂ ਸਭ ਚਲਾਕੀ ਵਾਲਾ ਕੰਮ ਸੋਚਿਆ ਹੁਣ ਇੱਥੇ ਆ ਕੇ ਵੀ ਅਸੀਂ ਵੱਡੀ ਗੱਡੀ ਲੈ ਲਈਏ ਤਾਂ ਪੱਗ ਬੰਨ ਲਈਏ ਤਾਂ ਕੰਮ ਕਰੀਏ ਨਾ, ਤੇ ਕੋਈ ਦਿਨਾਂ ਰਾਹ ਲੱਭੀਏ ਕਿਸੇ ਪੋਲੀਟੀਆਂ ਨਾਲ ਕੇ ਕਿੱਥੇ ਡਿਵੈਲਪਮੈਂਟ ਹੋਣੀ ਹੈ, ਕਿੱਥੇ ਕੁਝ ਹੋਣਾ, ਕਿੱਥੇ ਹੇਰਾਫੇਰੀ ਕਰਨੀ। ਉਹ ਚੀਜ਼ਾਂ ਸਾਡੇ ਵਿੱਚ ਬਹੁਤ ਘਾਤਕ ਕਰ ਗਈਆਂ, ਸਾਨੂੰ ਇੰਨਾ ਨੀਵੀਆਂ ਲੈ ਗਈਆਂ। ਸਾਡੀ ਜਿਹੜੀ ਕੌਮ ਸੀ ਸਿੱਖ ਕੌਮ ਬਹੁਤ ਉੱਚੀ ਸੁੱਚੀ ਸੀਗੀ ਸਾਡੀ, ਸਾਨੂੰ ਪੰਜਾਬੀ ਕਹਿੰਦੇ ਹੁੰਦੇ ਸੀ। ਜਿਹੜਾ ਅੱਜ ਸਾਡੇ ਤੇ ਇੰਨਾ ਹਰੇਕ ਬੰਦਾ ਮੈਨੂੰ ਮੇਰਾ ਤੂੰ ਕਰਨ ਵਾਲਾ ਕੰਮ ਹੋ ਜਾਂਦਾ ਜਦੋਂ ਅਸੀਂ ਇੱਦਾਂ ਦੇ ਕਈ ਵਾਰੀ ਚੀਜ਼ਾਂ ਮੋਹਰੇ ਆ ਜਾਂਦੀਆਂ ਸਾਡੇ ਚ ਨੇ। ਬਾਕੀ ਪੁਲਿਸ ਕੋ ਤਾਂ ਇੰਨਾ ਸੋਰਸ ਹੈ ਨਹੀਂ ਗਾ, ਨਾ ਪੁਲਿਸ ਨੇ ਕੁਝ ਕਰਨਾ ਆ। ਆਪਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਆਪ ਕਰਨੀ ਪੈਣੀ ਸਾਰਿਆਂ ਨੂੰ ਰਲ ਕੇ। ਧੰਨਵਾਦ ਜੀ। ਸਿੰਘ ਸਾਹਿਬ ਲਾਈਨ ਨੰਬਰ 5। ਹੈਲੋ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਮੈਂ ਇਸੇ ਕੰਮ ਚੋਂ ਨਿਕਲ ਕੇ ਆਇਆ, ਇੱਥੋਂ ਨਹੀਂ ਇੰਡੀਆ ਤੋਂ। ਇੱਥੇ ਵੀ ਮੈਂ ਬਹੁਤ ਬੰਦਿਆਂ ਨੂੰ ਜਾਣਦਾ ਜਿਹੜੇ ਇਹ ਕੰਮ ਕਰਦੇ ਨੇ। ਐਂਡ ਗੋਲੀ ਹੀ ਆ, ਮੈਂ ਤਾਂ ਹੀ ਕਰਕੇ ਆਪਦਾ ਨਾਮ ਨਹੀਂ ਦੱਸ ਰਿਹਾ। ਚਾਹੇ ਅਸੀਂ ਉਹਨਾਂ ਦੇ ਨਾਲ ਰਹਿੰਦੇ ਆ, ਸਾਰੇ ਰਲੇ ਹੋਏ ਆ। ਪੁਲਿਸ ਵਾਲੇ ਵੀ ਕहीं ਜੇ ਉਹ ਬੰਦੇ ਨੇ ਪੁਲਿਸ ਵਾਲੇ ਤੇ ਗੋਲੀ ਚਲਾਈ ਸੀ, ਪੁਲਿਸ ਵਾਲਾ ਪਿੱਛੇ ਬੈਕਅਪ ਕਰ ਸਕਦਾ ਸੀ, ਪਰ ਨਹੀਂ। A to Z ਉੱਤੇ ਤੱਕ ਵੀ ਪੈਸੇ ਜਾਂਦੇ ਆ, ਵਿੱਚ ਪੁਲਿਸ ਵਾਲੇ ਵੀ ਹੁੰਦੇ ਆ, ਸਭ ਇਨਵੋਲਵ ਹੁੰਦੇ ਆ। ਕਿ ਏਦਾਂ ਨਹੀਂ ਹੁੰਦਾ ਕਿ ਇਕੱਲੇ ਗਰੁੱਪ ਵਾਲੇ ਲੜੀ ਜਾਂਦੇ। ਹਾਂ, ਉਹਨਾਂ ਦਾ ਆਪਣਾ ਵੱਖਰਾ ਹੋ ਸਕਦਾ, ਪਰ ਐਵਰੀਬਡੀ ਇਜ਼ ਇਨਵੋਲਵ। ਤੇ ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗਾ, ਇਹਦਾ ਐਂਡ ਆਹੀ ਹੁੰਦਾ ਕਿ ਉਹ ਬਹਿ ਕੇ ਗੱਲ ਨਹੀਂ ਕਰਾਉਂਦੇ। ਪੁਲਿਸ ਵਾਲੇ ਇਹਨਾਂ ਦੀ ਬਹਿ ਕੇ ਗੱਲ ਕਰਵਾ ਵੀ ਸਕਦੇ ਆ, ਪਰ ਉਹ ਨਹੀਂ ਕਰਵਾਉਂਦੇ। ਕਹਿੰਦੇ ਕਿ ਸਾਡਾ ਕੰਮ ਸੌਖਾ ਹੁੰਦਾ, ਇੱਧਰੋਂ 2 ਬੰਦੇ ਮਰਦੇ ਆ, ਉੱਧਰੋਂ 4 ਬੰਦੇ ਮਰ ਜਾਂਦੇ। ਦੈਟਸ ਫਾਈਨ, ਆਪਾਂ ਰੇਡੀਓ ਤੇ ਬੋਲਦੇ ਰਹਿੰਦੇ ਆ, ਪਰ ਕੋਈ ਉਹਨਾਂ ਨੂੰ ਉਹ ਆਪਦੇ ਬੰਦ ਆਫਿਸਾਂ 'ਚ ਚਾਹ ਪੀ ਕੇ ਚੱਲ ਜਾਂਦੇ, ਜਿਹੜੀ ਮੀਟਿੰਗ ਕਰ ਦਿੰਦੇ ਆ। ਉਹਨਾਂ ਨੂੰ ਕੁਝ ਨਹੀਂ, ਬਸ ਚਾਹ ਹੀ ਪੀਂਦੇ ਆ।
ਨਹੀਂ ਕੋਈ ਤੁਸੀਂ ਉੱਥੇ ਜ਼ਿੰਦਗੀ ਇਹ ਦੇਖੀ ਇੱਥੇ ਦੇਖੀ ਹੈ, ਕੋਈ ਸੋਲੂਸ਼ਨ ਨਹੀਂ ਇਹ ਚੋਂ ਨਿਕਲਣ ਦਾ ਭਾਈ ਜੀ। ਹੁਣ ਮੈਂ ਆਪਦੇ ਨਾਲ ਮੈਂ ਕੰਟਰੀ ਛੱਡ ਦੂੰਗਾ, ਇਹੀ ਸੋਲੂਸ਼ਨ ਹੋ ਸਕਦਾ। ਹੁਣ ਇੱਥੋਂ ਦੀ ਲਾਈਵ ਛੱਡ ਕੇ ਕੋਈ ਆਪਦਾ ਨਿਆਣਾ ਇੰਡੀਆ ਤੇ ਭੇਜੂਗਾ ਨਾ ਹੀ ਇੱਥੋਂ ਦੇ ਨਿਆਣੇ ਉੱਥੇ ਰਹਿ ਸਕਦੇ ਆ। ਅਸੀਂ ਉੱਥੋਂ ਇੱਥੇ ਆ ਜਾਂਦੇ ਆ, ਦੈਟ ਇਜ਼ ਫਾਈਨ। ਪਰ ਇੱਕ ਦੀ ਖਤਰਾ ਫਿਰ ਵੀ ਹੁੰਦਾ ਕਿ ਆਪਾਂ ਕਿਧਰੋਂ ਕੋਈ ਬੰਦਾ ਉਧਰੋਂ ਪੈਸੇ ਦੇ ਕੇ ਇੱਥੇ ਨਾ ਕੁਝ ਕਰਵਾ ਦੇ। ਅੱਛਾ, ਉੱਥੇ ਤੁਸੀਂ ਉੱਥੇ ਕਿਹੜੇ ਲੈਵਲ ਤੱਕ ਰਹੇ ਹੋ ਪੰਜਾਬ ਦੇ ਵਿੱਚ? ਕਿਸ ਤਰ੍ਹਾਂ ਉੱਥੇ ਦੀ ਜ਼ਿੰਦਗੀ ਗੈਂਗ ਦੀ ਤੇ ਇੱਥੇ ਦੀ ਦਾ ਕੀ ਫਰਕ ਲੱਗਿਆ ਤੁਹਾਨੂੰ? ਮੈਂ ਬਹੁਤ ਔਖਾ ਹੀ ਨਿਕਲ ਕੇ ਆਇਆ ਜੀ। ਮੇਰੇ ਤੇ ਬਸ ਆਹ ਸੀਗਾ ਕਿ ਸਾਰਾ ਪੋਲੀਟੀਕਲ ਹੁੰਦਾ, ਭਾਵੇਂ ਇੱਥੇ ਦੇ ਪ੍ਰੀਮੀਅਰ ਹੋਣ, ਐਵਰੀਥਿੰਗ ਸਭ ਨੂੰ ਪਤਾ ਹੁੰਦਾ ਕੌਣ ਕਿੱਥੇ ਇਨਵੋਲਵ ਆ ਕੌਣ ਕਿੱਥੇ ਨਹੀਂ। ਉੱਥੇ ਪੋਲੀਟੀਸ਼ੀਅਨ ਦਾ ਹੱਥ ਹੁੰਦਾ ਫਿਰ ਤੇ ਜਿਸ ਟਾਈਮ ਸਰਕਾਰ ਇੱਥੇ ਤਾਂ ਐ ਹੈ ਨਹੀਂ। ਚਲੋ ਇੱਥੇ ਪੋਲੀਟੀਸ਼ੀਅਨ ਜਾਂ ਜਿਵੇਂ ਤੁਸੀਂ ਪੁਲਿਸ ਨੂੰ ਕਹਿੰਦੇ ਹੋ, ਪੁਲਿਸ ਨੂੰ ਪਤਾ ਇੱਥੇ ਆਪਾਂ ਇਸੇ ਕਰਕੇ ਗਲਤ ਆ। ਮੈਂ ਜਾਣਦਾ, ਆਪਾਂ ਇੱਥੇ ਆਪਾਂ ਕਹਿ ਦਿੰਦੇ ਨਹੀਂ ਇਨਵੋਲਵ, ਸਭ ਨੂੰ ਪਤਾ ਹੁੰਦਾ। ਪੁਲਿਸ ਵਾਲਿਆਂ ਕੋਲ ਰੈਕਡ ਨੇ, ਐਵਰੀਬਡੀ ਨੋਜ਼, ਸਭ ਪੈਸੇ ਖਾਂਦੇ ਆ। ਜਿਹਨੂੰ ਹੁਣ ਤੁਸੀਂ ਪ੍ਰੀਮੀਅਰ ਨੂੰ $1 ਲੱਖ ਦੇ ਦੋਗੇ, ਉਹਨੇ ਕੁਝ ਨਹੀਂ ਕਹਿਣਾ, ਮੈਂ ਕਹਿਣਾ ਚੱਲ ਗਈ ਗੋਲੀ ਚੱਲ ਗਈ, ਸੈਟਿਸਫਾਈਡ। ਹੁਣ ਪੁਲਿਸ ਇਨਵੈਸਟੀਗੇਟ ਕਰ ਰਹੀ ਆ, ਬਾਅਦ ਚੋਂ ਕੋਈ ਸਟੇਟਮੈਂਟ ਨਹੀਂ ਆਉਂਦੀ, ਆਪਾਂ 15 ਦਿਨਾਂ ਬਾਅਦ ਭੁੱਲ ਜਾਾਂਗੇ। ਬਿਲਕੁਲ ਠੀਕ ਹੈ। ਜਿਵੇਂ ਕਹਿ ਕੇ ਹਟਿਆ ਕੁਲਵੀਰ ਵੀ ਅਸੀਂ 15 ਦਿਨ ਕਰਨਾ, ਉਹ 15 ਦਿਨ ਕਹਿੰਦੇ ਘਰ ਘਰ ਬਣਦੇ ਨੇ ਵਧੀਆ, ਚਲੋ ਉਹਨਾਂ ਤੇ ਗੇੜਾ ਗੂੜਾ ਦੋ ਹੱਥ ਨੇ, ਉਧਰ ਗੋਲੀ ਚੱਲਦੀ ਹੈ ਤੇ ਇਹਦੇ ਬਾਅਦ ਭੁੱਲ ਜਾਣਗੇ ਇਹ ਤੇ ਖਤਮ ਕਹਾਣੀ। ਹਾਂ, ਥੈਂਕ ਯੂ। ਉਹਨਾਂ ਨੇ ਤੁਹਾਨੂੰ ਕੋਈ ਸਟੇਟਮੈਂਟ ਨਹੀਂ ਦਿੰਦੇ ਜੀ, ਸਟੇਟਮੈਂਟਾਂ ਦੀ ਤਾਂ ਗੱਲ ਕਰਤਾ ਇਹੀ ਰਿਹਾ। ਬੋਲ ਮੈਂ ਉਹ ਕਿਹਾ, ਲਿਖ ਕੇ ਭੇਜਿਆ ਮੈਨੂੰ ਸੁਖੀ ਸੰਧੂ ਨੇ, ਕਹਿੰਦਾ ਪੁੱਛਿਓ ਬਈ ਇੱਕ ਵੀ ਕਿਸੇ ਨੇ ਜਸਟਿਸ ਮਿਨਿਸਟਰ ਨੂੰ, ਐਜੂਕੇਸ਼ਨ ਮਿਨਿਸਟਰ ਨੂੰ, ਪ੍ਰਾਈਮ ਮਿਨਿਸਟਰ ਨੂੰ, ਪ੍ਰੀਮੀਅਰ ਨੂੰ ਕੀ ਲਿਖਿਆ? ਕੋਈ ਕਹਿੰਦਾ ਚਿੱਠੀ ਜਨਤਕ ਕਰਨਾ ਅੱਜ ਫੇਸਬੁੱਕ ਤੇ ਕਿ ਆਹ ਮਰੇ ਤੇ ਬਾਅਦ ਮੈਂ ਆਹ ਲਿਖਿਆ। ਪਾਰਟੀ ਦੇ ਡਿਸਪਲਿਨ ਵਿਪ ਦੇ ਥੱਲੇ ਉਹ ਕਹਿੰਦੇ ਨਹੀਂ ਤੁਸੀਂ ਕਰ ਹੀ ਨਹੀਂ ਸਕਦੇ, ਐਕਨੋਲਜ ਨਹੀਂ ਕਰ ਸਕਦੇ ਇਹ ਚੀਜ਼। ਪਰ ਇਹ ਪਾਰਟੀਆਂ ਦੇ ਥੱਲੇ, ਪਰ ਅਖੀਰ ਗੀਦੀ ਅਸੀਂ ਆ ਜਿਹੜੇ ਫਿਰ ਗੁਲਾਮੀ ਆ ਜਿਹੜੀ ਹੁਣ 20ਵੀਂ ਸਦੀ ਦੀ ਗੱਲ ਸੁਣਾਉਂਦਾ ਮੈਂ ਤੁਹਾਨੂੰ, ਫਿਰ ਅਸੀਂ ਇੱਥੇ ਸਾਡੇ ਕੋਲ ਹੀ ਹੈ। ਆਖਰੀ ਕਾਲਰ ਇਸ ਵਿਸ਼ੇ ਤੇ ਜੀ, ਗੁਰਪਿੰਦਰ, ਲਾਈਨ ਨੰਬਰ 2। ਹਾਂਜੀ ਵੀਰ ਜੀ, ਮੈਂ ਦੁਬਾਰਾ ਆਇਆ ਜੇ, ਤੁਹਾਡੇ ਕੋਲ ਇੱਕ ਰਿਕੁਐਸਟ ਕਰ ਸਕਦਾ? ਜੀ ਕਰੋ। ਰਿਕੁਐਸਟ ਇਹ ਹੈ ਕਿ ਜਿੰਨੇ ਵੀ ਤੁਸੀਂ ਕਹਿੰਦੇ ਨਾ ਕਿ ਆਪਣੇ MP MLA ਨੂੰ ਕੁਐਸਚਨ ਕਰੋ, ਕਿ ਐਜ਼ ਏ ਪੰਜਾਬੀ ਪ੍ਰੈਸ ਕਲੱਬ ਉਹਨਾਂ ਦੀ ਸਾਰਿਆਂ ਦੀ ਇੱਕ ਟੇਬਲ ਤੇ ਡਿਬੇਟ ਨਹੀਂ ਕਰਵਾ ਸਕਦੀ ਓਪਨ? ਬਿਲਕੁਲ ਕਰਾ ਸਕਦੀ ਹੈ ਜੀ, ਬਿਲਕੁਲ ਕਰਾ ਸਕਦੀ। ਜੇ ਉਹ ਕਰਾ ਦਿਓ ਤਾਂ ਬਹੁਤ ਵਧੀਆ ਰਹੇਗਾ। ਸਭ ਹਮਾਮ ਚ ਜਿੰਨੇ ਨੰਗੇ ਬਾਹਰ ਆ ਜਾਣਗੇ। ਮੈਂ ਅੱਜ ਇਹ ਬੇਨਤੀ ਕਰਦਾ ਜੀ, ਅੱਜ ਹੀ ਕਹਿਣਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਜੇ ਕੰਮ ਹੋ ਜਾਏ, ਪਹਿਲਾਂ ਪੰਜਾਬੀ ਪ੍ਰੈਸ, ਫਿਰ ਮਲਟੀ ਹੋਰ ਡਾਇਵਰਸਿਟੀ ਲੈ ਕੇ ਦੂਜੇ ਕਲੱਬ ਨੂੰ ਇਨਵੋਲਵ ਕਰਕੇ ਮੀਡੀਆ ਨੂੰ, ਇਹ ਮੀਡੀਆ ਦੇ ਥਰੂ ਕੰਮ ਆਉਣਾ ਹੈ। ਇੱਕ ਬੰਦਾ MP MLA ਨੂੰ ਕਹਿੰਦਾ ਰਹੇਗਾ, ਉਹ ਛੱਜ ਚੋਂ ਨਿਕਲਦੇ ਰਹਿਣੇ ਆ ਰੋਡੂ। ਥੈਂਕ ਯੂ ਜੀ। ਧੰਨਵਾਦ ਜੀ। ਅਗਲਾ ਜਿਹੜਾ ਕੱਲ ਆਪਾਂ ਗੱਲ ਛੱਡੀ ਸੀ, ਇਹ ਗੱਲ ਮੁੱਕ ਨਹੀਂ ਸਕਦੀ ਜਿਹੜੀ ਆਪਾਂ ਸ਼ੁਰੂ ਕੀਤੀ ਹੋਈ ਹੈ, ਤੇ ਮਨ ਵੀ ਮੇਰਾ ਇਹਦੇ ਬਾਰੇ ਹੋਰ ਗੱਲ ਕਰਨ ਨੂੰ ਹਲੇ ਸੀ। ਕੋਈ ਨਾ, ਇਹ ਆਨ ਗੋਇੰਗ ਹਰ ਰੋਜ਼ ਦੀ ਆਪਣੀ ਗੱਲ ਹੈ, ਪਰ ਆਪਾਂ ਆਪਣੀ ਸੈਗਮੈਂਟ ਅਗਲੀ ਕਰੀਏ। ਕੱਲ ਆਪਾਂ ਕੌਮ ਤੇ ਘੱਟ ਗਿਣਤੀ ਤੇ ਬਦਲਦੀ ਗੱਲ, ਖਿੱਤਾ ਕਿੱਥੇ ਸੀ, ਇਸ ਦੀ ਗੱਲ ਜਿਹੜੀ ਹੈ ਉਹ ਕਰ ਰਹੇ ਸੀ ਵੀ ਕਿੱਥੇ ਹੱਦਬੰਦੀ ਕਰਕੇ ਸਿੱਖ, ਜਿਵੇਂ ਮੁਸਲਮਾਨ ਕੌਮ ਆਪਣੇ ਘਰ ਦੀ ਗੱਲ ਕਰ ਰਹੀ ਸੀ, ਹਿੰਦੂ ਕੌਮ ਆਪਣੇ ਤੌਰ ਤੇ ਕਹਿ ਰਹੀ ਸੀ, ਸਿੱਖਾਂ ਦੀ, ਕਿਉਂਕਿ ਸਾਰੀ 84 ਤੇ ਜੂਨ ਦੇ ਪਹਿਲੇ ਹਫ਼ਤੇ ਨੂੰ ਲੱਗ ਜਾਂਦਾ ਤਾਂ ਜ਼ਿਆਦਾ ਸਿੱਖ ਕੌਮ ਨੂੰ ਰਿਲੇਟਡ ਹੀ ਇਸ ਮੁੱਦੇ ਤੇ ਗੱਲ ਹੋ ਸਕਦੀ, ਕਿਉਂਕਿ ਇੱਕ ਕੌਮ ਦੇ ਤੌਰ ਤੇ ਉਸਨੂੰ ਜਦ ਟਾਰਗੇਟ ਕੀਤਾ ਗਿਆ, ਇੱਕ ਗੁਰਦੁਆਰਾ ਸਾਹਿਬ ਦਾ ਨਾਮ ਲੈਣ ਤੋਂ ਬਾਅਦ 37 ਗੁਰਦੁਆਰੇ ਹੋਰ, ਉਹਦੇ ਬਾਅਦ ਜਿਹੜਾ ਆਪਰੇਸ਼ਨ ਗ੍ਰੀਨ, ਆਪਰੇਸ਼ਨ ਹੰਟ, ਆਪਰੇਸ਼ਨ ਚੇਂਜ, ਉਹ ਬੜੇ ਅਲੱਗ-ਅਲੱਗ ਜਿਹੜੇ ਨਾਮ ਨੇ ਉਹ ਮੁੱਕੇ ਨਹੀਂ ਸੀ। ਪਿੰਡਰਾ ਵਾਲਿਆਂ ਤੋਂ ਬਾਅਦ ਉਹ ਚੀਜ਼ਾਂ ਮੁੱਕੀਆਂ ਨਹੀਂ ਸੀ ਹੈ। ਸੋ ਅੱਛਾ, ਇਹ ਗੱਲ ਜਿਹੜੀ ਸਿੱਖ ਕੌਮ ਦੇ ਇਸ ਮਸਲੇ ਦੇ ਬਾਰੇ ਇਹ ਹੈ ਕਿ
ਇੱਕ ਕੌਮੀਅਤ ਦੇ ਤੌਰ ਤੇ ਜਿਹੜੀਆਂ ਵਿਸ਼ੇਸ਼ਤਾਵਾਂ ਚਾਹੀਦੀਆਂ ਨੇ ਉਹ ਸਾਰੀਆਂ ਉੱਥੇ ਸੀ। ਜਿਹੜੀ ਵੱਡੀ ਮੁਸ਼ਕਲ ਇਹ ਸੀ, ਕੋਈ ਬਿਹਾਰ ਵੀ ਇਸ ਤਰ੍ਹਾਂ ਹੀ ਚੱਲਿਆ ਕਿ ਸਿੱਖ ਬਸੋਂ ਕਿਸੇ ਵੱਜਵੇਂ ਖੇਤਰ ਨਾ ਹੋਣ ਕਰਕੇ ਜਗ੍ਹਾ ਜਗ੍ਹਾ ਖਿਲਰ ਗਈ। ਹੁਣ ਵੀ ਹੈ ਚਾਹੇ 2-2.5 ਕਰੋੜ ਹੈ, ਪਰ ਸਾਰਾ ਭਾਰਤ, ਸਾਰੀ ਦੁਨੀਆ ਦੇ ਵਿੱਚ ਸਾਰੀ ਜਗ੍ਹਾ ਖਿੰਡੇ ਹੋਏ ਨੇ। ਕੁਦਰਤ ਹੈ ਕੁਛ ਵਰ ਤੇ ਇਸ ਇੱਕ ਅਲੱਗ ਕਿਸਮ ਦੀ ਇਹ ਦਿਸ਼ਾ ਹੋ ਗਈ ਕਿ ਜਿਸ ਦਾ ਬਹੁਤ ਘੱਟ ਇਤਿਹਾਸ ਦੇ ਵਿੱਚ ਮਿਲਦਾ। ਯਹੂਦੀ ਸਨ ਜਿਹੜੇ, ਉਹਨਾਂ ਦੇ ਨਾਲ ਕੌਮ ਜਦੋਂ ਕਦੇ ਮੁਸ਼ਕਲ ਚ ਆਉਂਦੀ ਹੈ ਨਾ, ਯੂਸ਼ ਦੇ ਨਾਲ ਬਹੁਤ ਆਪਣਾ ਮੇਲ ਕਰਦੀ। ਹੁਣ ਯਹੂਦੀਆਂ ਦੇ ਨਾਲ ਇਹ ਸੀ ਕਿ ਯੂਰਪੀ ਦੇਸ਼ਾਂ ਦੇ ਵਿੱਚ ਜਿੱਥੇ ਯਹੂਦੀ ਖਿੰਡੇ ਹੋਏ ਸੀ, ਅਤਿਆਚਾਰ ਉੱਥੇ ਵੀ ਹੁੰਦਾ ਸੀ ਉਹਨਾਂ ਤੇ ਇੱਕ ਯਹੂਦੀਆਂ ਦੀ ਨਸਲਕੁਸ਼ੀ ਜਿਹੜੀ ਦੂਜੀ ਵਰਲਡ ਵਾਰ ਦੇ ਵਿੱਚ ਹੋਈ ਹੈ। ਪਰ ਇਵੈਂਚੁਅਲੀ ਉਹ ਬੰਦੇ ਪੜ੍ਹਨ ਕੇ ਤੋਂ ਬਾਅਦ ਜਦ ਗੱਲਾਂ ਕਰਦੇ ਗਏ, ਅਖੀਰ ਉਸ ਖਿੱਤੇ 'ਚ ਇੰਗਲੈਂਡ ਆ ਗਿਆ, ਬ੍ਰਿਟਨ ਦਾ ਰਾਜ ਹੋ ਗਿਆ, ਫਲਸਤੀਨੀ ਲੋਕ, ਅਰਬ ਦੇ ਲੋਕ ਉਸ 'ਚ ਬਹੁਤ ਵਸ ਗਏ ਹੁਣ ਉਸ ਸਮੇਂ। ਪਰ ਜਦ ਉਹਨਾਂ ਨੇ ਆਪਣੇ ਸਟੇਟ ਦੀ ਗੱਲ ਕੀਤੀ, ਆਜ਼ਾਦ ਸਟੇਟ ਦੀ ਸਥਾਪਨਾ ਕੀਤੀ, 6% ਯਹੂਦੀ ਸੀ ਸਿਰਫ ਇਜ਼ਰਾਈਲ ਦੇ ਵਿੱਚ। 6% ਨੇ ਉਹ ਕਹਿੰਦੇ ਆ ਜਗ੍ਹਾ ਸਾਡੀ ਦੇ ਦਿਓ, ਹੁਣ ਕਤਲ ਤਾਂ ਹੋਗਾ, ਸਾਨੂੰ ਬਸਾਓ ਕਿਤੇ। ਉਹ ਕਹਿੰਦੇ 6% ਤੇ ਜਿੱਦਣ 6% ਦੀ ਗੱਲ ਹੋ ਗਈ, ਦੁਨੀਆ ਭਰ ਤੋਂ ਯਹੂਦੀ ਜਿਹੜੇ ਨੇ ਉਹ ਮੂਵ ਹੋਣ ਲੱਗੇ। 90 ਲੱਖ ਹੁਣ ਬਸ ਇਜ਼ਰਾਈਲ ਦੀ, ਉਹਦੇ ਚੋਂ 17-18 ਲੱਖ ਅਰਬ ਦੇ ਫਲਸਤੀਨੀ ਨੇ ਜਿਹੜੇ ਆਪਣਾ ਘਰ ਵੀ ਮੰਨਦੇ ਨੇ। ਯਹੂਦੀ ਆਪਣਾ ਘਰ ਮੰਨਦੇ ਨੇ, ਅਰਬ ਦੇ ਲੋਕ ਉੱਥੇ ਬਸੇ ਨੇ, ਆਟੋਮੈਨ ਅੰਪਾਇਰ ਦੇ ਸਮੇਂ ਬਸ ਕੇ ਆ ਕੇ, ਉਦੋਂ ਪਹਿਲਾਂ ਵੀ ਬਸੇ ਨੇ। ਉਹ ਇਜ਼ਰਾਈਲੀ ਨੇ, ਉਹ ਜੇ ਆਪਾਂ ਜਿਹੜੇ ਫਲਸਤੀਨੀਆਂ ਨੂੰ ਕਹਿੰਦੇ ਆ, ਉਹ ਹੈ ਇਜ਼ਰਾਈਲ ਦੇ ਬੰਦੇ ਨੇ। ਉਹ ਫਲਸਤੀਨੀ ਇਜ਼ਰਾਈਲੀ ਕਹਿ ਲਓ ਜਾਂ ਅਰਬ ਇਜ਼ਰਾਈਲੀ ਕਹਿ ਲਓ, ਪਰ ਉਹਨਾਂ ਕੋਲ ਪਾਸਪੋਰਟ ਹੈ ਨਹੀਂ ਇਜ਼ਰਾਈਲ ਦਾ। ਉਹ ਸੈਕੰਡ ਕਲਾਸ ਸਿਟੀਜ਼ਨ ਲਾ ਲਓ ਜਾਂ ਕੁਛ ਲਾ ਲਓ। ਉਹ ਵੀ ਇੱਕ ਦਿਨ ਇਤਿਹਾਸ ਮੈਂ ਸੁਣਾਉਣਾ ਚਾਹੁੰਦਾ ਤੁਹਾਨੂੰ ਵੀ ਹੈ ਕੀ ਕਹਾਣੀ। ਅੱਛਾ, ਇਸ ਤਰ੍ਹਾਂ ਹੀ ਕੌਮ ਦੀ ਹੁਣ ਕੌਮ ਕਹੀ ਤਾਂ ਜਾਂਦੀ ਹੈ ਅਸੀਂ ਜੀ ਵੱਧ ਗਿਣਤੀ 'ਚ ਕਿੱਥੇ ਸੀ, ਕਿੱਧਰ ਨੂੰ ਜਾਈਏ, ਮੁਲਤਾਨ ਤੱਕ ਜਾਂਦੇ ਆ, ਉਧਰ ਮੁਸਲਮਾਨ ਕਮਿਊਨਿਟੀ ਆ, ਇੱਧਰ ਨਾਲ ਜਦ ਲੱਗਿਆ ਹੋਇਆ ਘੱਗਰ ਟੱਪਦੇ ਆ ਤੱਕ ਅੰਬਾਲਾ ਡਿਵੀਜ਼ਨ ਵਿੱਚ ਆ, ਉਹਦੇ ਕਰਕੇ ਬਹੁਤ ਗਿਣਤੀ ਹਿੰਦੂ ਭਾਈਚਾਰਾ ਉੱਥੇ ਵਸਦਾ ਤੇ ਤਸਵੀਰ ਕਿਤੇ ਫਿੱਟ ਨਹੀਂ ਸੀ ਹੁੰਦੀ। ਪਰ ਜੇ ਇਹਨੂੰ ਹੁਣ ਜੇ ਤੁਸੀਂ ਵੇਖੋ ਸਵਾਰ ਕੇ, ਜੇ ਉਸ ਸਮੇਂ ਇਹ ਸਮੱਸਿਆ ਦੇ ਉੱਪਰ ਬਹੁਤ ਕਸੂਤੀ ਹਾਲਤ ਜਦ ਕੌਮ ਚਲੇ ਜਾਂਦੀ ਹੈ, ਸਿੱਖ ਲੀਡਰਸ਼ਿਪ ਜਿਹੜੀ ਉਸ ਸਮੇਂ ਸੀ ਉਹ ਪੰਜਾਬ ਦੀ ਮੁੜ ਹੱਦਬੰਦੀ ਦੀ ਗੱਲ ਕਿਉਂਕਿ ਉਸ ਸਮੇਂ ਤਾਂ ਹੋ ਰਿਹਾ ਸੀ ਸਭ ਕੁਝ, ਇੱਕ ਚੀਜ਼ ਫੌਰਨ ਹੋ ਰਹੀ ਸੀ। ਮਿੱਟੀ ਦਾ ਭਾਂਡਾ ਚੱਕ ਤੇ ਬਣ ਰਿਹਾ ਸੀ, ਚਾਹੇ ਕੁੱਜਾ ਬਣਾ ਲਓ, ਦੀਵਾ ਬਣਾ ਲਓ, ਝੱਕਰਾ ਬਣਾ ਲਓ, ਬੜਾ ਬਣਾ ਲਓ, ਛੋਟਾ ਬਣਾ ਲਓ, ਕੁਛ ਬਣਾ ਲਓ, ਤਾਂ ਗੱਲਾਂ ਚੱਲ ਰਹੀਆਂ ਸੀ। ਉਹ ਪੁੱਛ ਰਹੇ ਸੀ, ਜੇ ਤਾਂ ਕਿਸੇ ਨੂੰ ਨਾ ਪੁੱਛਦੇ ਗੋਰੇ ਫਿਰ ਤਾਂ ਗੱਲ ਮੁੱਕ ਗਈ ਸੀ। ਜਦ ਮੁਸਲਮਾਨ ਕਮਿਊਨਿਟੀ ਨੂੰ ਪੁੱਛਣ ਲੱਗ ਗਏ ਤੇ ਉਹਨਾਂ ਦੀ ਗੱਲ ਕਹਾਣੀ ਹੋ ਗਈ। ਹਾਂ, ਇਹ ਇੱਕ ਕਿਉਂਕਿ ਬਿਲਕੁਲ ਅਲੱਗ ਧਰਮ ਹੈ ਤੇ ਹਿੰਦੂ ਸਿੱਖ ਕੌਮ ਦੇ ਤੌਰ ਤੇ ਰਲੇਵਾ ਬਹੁਤ ਸੀ। ਗੁਰੂ ਕਾਲ ਤੋਂ ਪਹਿਲਾਂ ਦਾ ਇੱਕ ਖੱਤੇ 'ਚ ਰਹਿਣ ਵਾਲੇ ਲੋਕ ਸੀ ਤੇ ਉਹਦੇ ਬਾਅਦ ਆਇਡੈਂਟੀਫਾਈ ਹੋ ਗਏ। ਆਇਡੈਂਟੀਫਾਈ ਹੋਣ ਤੋਂ ਬਾਅਦ ਪਰ ਉਹ ਚੀਜ਼ਾਂ ਵਿੱਚ ਨੂੰ ਗਈਆਂ ਨਾ, ਸੈਕੂਲਰਿਜ਼ਮ ਦੇ ਥੱਲੇ ਲਾ ਲਓ, ਆਜ਼ਾਦ ਦੇਸ਼ ਦੇ ਵਿੱਚ, ਖਾਲਸਾ ਰਾਜ ਦੇ ਵਿੱਚ, ਤੇ ਜਾਂ ਇੱਕ ਸਰਬੱਤ ਦੇ ਸੰਕਲਪ ਦੇ ਵਿੱਚ ਲਾ ਲਓ ਗੱਲ ਕਿ ਜਦ ਕੋਈ ਸਿੱਖ ਰਾਜਾ ਆਇਆ ਜਾਂ ਸਿੱਖ ਕੋਈ ਪਰਸਨੈਲਿਟੀ ਨੇ ਡੋਮੀਨੇਟ ਕੀਤਾ, ਉਹ ਸਭੇ ਮਾਨਸ ਦੀ ਜਾਤ ਨੂੰ ਇੱਕੋ ਪਹਿਚਾਣ ਤੇ ਜਦ ਉਹ ਰਿਆਇਤਾਂ ਬਰਾਬਰ ਦੀਆਂ ਸਿੱਖ ਨੂੰ ਦਿੰਦੀ ਹੈ, ਸਿੱਖ ਦੇ ਨਾਲ ਹੋਰਨਾਂ ਕੌਮਾਂ ਨੂੰ ਦਿੰਦੀ ਹੈ, ਉਹਦੇ ਵਿੱਚ ਉਹਦਾ ਇਹ ਵੀ ਜਿਹੜਾ ਹਿਸਾਬ ਲਾਉਂਦੇ ਨੇ ਇਹਦੀ ਕੀ ਕਹਾਣੀ ਹੈ, ਇਹ ਤਾਂ ਇਹ ਆਪਣੇ ਚੋਂ ਹੀ ਇਹ ਵੀ ਕਹਾਣੀ ਹੈ। ਤੁਸੀਂ ਸਿੱਖ ਜਦ ਆਪਣੇ ਤੌਰ ਤੇ ਸੇਵਾਦਾਰ ਐਡਾ ਬਣ ਜਵੇ ਤੇ ਉਹ ਵੀ ਆਹ ਲਓ ਫੜੋ ਵੀ ਨਿਕਲੋ, ਤੁਸੀਂ ਦਰਾ ਮੂਹਰੇ ਜਾਓ ਨਾ, ਖਾ ਪੀ ਕੇ ਜਾਓ। ਉਹਦੇ ਚੋਂ ਕੁਛ ਇਹ ਵੀ ਆਇਆ ਨਾ ਵੀ ਤੇਰੇ ਅੰਦਰ ਕੋਈ ਕਮਰਾ ਹੈ ਤੇ ਉਹਦੇ ਚ ਸੌਂ ਲਈਏ ਅਸੀਂ ਅੱਜ। ਉਹ ਕਹਿੰਦਾ ਸੌਂ ਲਓ, ਕੋਈ ਨਾ ਪੈ ਜਾਓ ਅੱਜ। ਤੇ ਦੂਜੇ ਬੰਨੇ ਹੋ ਗਿਆ ਵੀ ਅੱਛਾ ਘਰ ਵੀ ਆਪਣਾ ਹੀ ਆ, ਫਿਰ ਇਹ ਕੋਈ ਫਰਕ ਨਹੀਂ। ਇਹ ਤਾਂ ਹੈ ਹੀ ਨਹੀਂ, ਇਹਨੂੰ ਬਾਹਲਾ ਨਹੀਂ ਹੈ, ਜਿਵੇਂ ਆਪਾਂ ਕਹਿੰਦੇ ਇਹਦੇ ਬਾਹਲਾ ਨਹੀਂ ਮਨ ਚ ਹੈ, ਇਹ ਫਰਕ ਨਹੀਂ ਸਮਝਦਾ। ਜੇ ਉਸ ਸਮੇਂ ਦੇਖਿਆ ਜਾਵੇ, ਅੱਜ ਵੀ ਵੇਖਿਆ ਜਾਵੇ, ਅੱਜ ਵੇਖ ਲਓ ਵੀ ਘੱਗਰ ਤੋਂ ਲੈ ਕੇ ਰਾਵੀ ਦਾ ਦਰਿਆ ਜਿਹੜਾ ਹੈ, ਘੱਗਰ ਤੋਂ ਰਾਵੀ ਦਾ ਜਿਹੜਾ ਵਿਚਲਾ ਏਰੀਆ, ਉਹ ਪੰਥ ਦਾ ਪੰਘੂੜਾ ਹੈ ਅਸਲ। ਹੁਣ ਵੀ ਘੱਗਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਰਾਵੀ ਨਾਲ ਜਾਂਦੀ ਹੈ,
ਤੇ ਉਹਦੇ ਵਿਚਲੇ ਏਰੀਏ ਨੂੰ ਜਿੱਥੇ ਸਾਰਾ ਕੁਝ ਹੋਇਆ, ਕੌਮ ਦਾ ਵੱਡਾ ਗੌਰਵਸ਼ਾਲੀ ਇਤਿਹਾਸਕ ਜਿਹੜੀਆਂ ਪਰੰਪਰਾਵਾਂ ਵਿਕਸਿਤ ਹੋਈਆਂ, ਇੱਥੇ ਹੀ ਸਭ ਕੁਝ ਹੋਇਆ। ਉਸ ਵੇਲੇ ਪੰਜਾਬ ਅੰਦਰ ਸਿੱਖਾਂ ਦੀ ਕੁੱਲ ਵਸੋਂ 50 ਲੱਖ ਦੇ ਕਰੀਬ ਸੀ, ਉਹ ਚੋਂ 35 ਲੱਖ ਦੇ ਕਰੀਬ ਇਕੱਲੇ ਕੇਂਦਰੀ ਪੰਜਾਬ ਦੇ ਵਿੱਚ। ਕੇਂਦਰੀ ਪੰਜਾਬ ਦੇ ਇਸ ਇਲਾਕੇ ਦਾ ਕੁੱਲ ਰਕਬਾ 22,500 ਵਰਗ ਮੀਲ ਸੀ। ਕੇਂਦਰੀ ਪੰਜਾਬ ਜਿਹੜਾ ਕਹਿੰਦੇ ਸੀ, ਜਿਵੇਂ ਟੋਟਲ ਪੰਜਾਬ 'ਚ 50 ਲੱਖ ਚੋਂ 35 ਲੱਖ ਉੱਥੇ ਸੀ। ਅੱਛਾ, ਉਹਦੇ ਵਿੱਚ ਕੁੱਲ ਵਸੋਂ 1 ਕਰੋੜ 5 ਲੱਖ ਸੀ, ਜਿਹਦੇ 'ਚ ਹਿੰਦੂ ਵਸੋਂ 31%, ਮੁਸਲਮਾਨ ਵਸੋਂ 35%, ਸਿੱਖ ਵਸੋਂ 33%। ਪੰਜਾਬ ਅੰਦਰ ਕੁੱਲ ਸਿੱਖ ਵਸੋਂ ਵਿੱਚ 70% ਦੀ ਸਿੱਖ ਦੀ ਆਬਾਦੀ ਇਸ ਪੰਘੂੜੇ 'ਚ ਪੈਂਦੀ ਸੀ, ਘੱਗਰ ਤੇ ਰਾਵੀ ਦੇ ਵਿੱਚ। ਤੇ ਪੰਜਾਬ ਦੀ ਕੁੱਲ ਜਿਹੜੀ ਮੁਸਲਮਾਨ ਆਬਾਦੀ ਸੀ ਉਹ 82% ਦੀ ਸੀ। ਘੱਗਰ ਤੋਂ ਪਰੇ ਅੰਬਾਲਾ ਡਿਵੀਜ਼ਨ ਜਿਹੜੀ ਸੀ ਉਹ ਜ਼ਿਆਦਾ ਹਿੰਦੀ ਬੋਲਦੇ ਇਲਾਕੇ ਸੀ ਤੇ 76% ਦੀ ਆਬਾਦੀ ਹਿੰਦੂ ਕੌਮ ਦੀ ਸੀ। ਲੰਡਨ ਦੇ ਵਿੱਚ ਜਦ ਸਰਬ ਪਾਰਟੀ ਗੋਲਮੇਜ਼ ਕਾਨਫਰੰਸ ਹੋਈ, ਉਹ 'ਚ ਸਰ ਜੈਫਰੇ ਕਾਰਬਟ ਜੋ ਪੰਜਾਬ ਦਾ ਵਿੱਤ ਕਮਿਸ਼ਨਰ ਹੈ, ਉਹਨੇ ਇਹ ਸੁਝਾਅ ਰੱਖਿਆ ਕਿ ਅੰਬਾਲਾ ਡਿਵੀਜ਼ਨ ਨੂੰ ਪੰਜਾਬ ਨਾਲੋਂ ਅਲੱਗਾ ਕਰ ਦਿਓ, ਕਿਉਂਕਿ ਇਤਿਹਾਸਕ ਤੌਰ ਤੇ ਪੰਜਾਬ ਦਾ ਹਿੱਸਾ ਨਹੀਂ। ਇੱਥੇ ਦੇ ਲੋਕਾਂ ਦੀ ਬੋਲੀ ਪੰਜਾਬੀ ਨਹੀਂ, ਪੰਜਾਬ ਦੇ 5 ਦਰਿਆਏ ਜ਼ਮੀਨ ਨਹੀਂ ਸਿੰਜਦੇ। ਇਹਦਾ ਕੁਦਰਤੀ ਵਾਹ ਵਾਸਤਾ ਅਗਲੇ ਪਾਸੇ ਮੇਰਠ ਤੇ ਆਗਰਾ ਡਿਵੀਜ਼ਨ ਨਾਲ ਆ, ਯਮਨਾ ਦੇ ਆਲੇ-ਦੁਆਲੇ। ਜੇ ਇਹ ਤਜਵੀਜ਼ ਦੇ ਅਮਲ ਦੇ ਨੂੰ ਲੈ ਕੇ ਆਉਂਦੇ ਤਾਂ ਪੰਜਾਬ ਵਿੱਚ ਫਿਰ ਮੁਸਲਮਾਨਾਂ ਦੀ ਭਾਰੂ ਗਿਣਤੀ 63% ਦੀ ਹੋ ਜਾਣੀ ਸੀ। ਇਹਦੇ ਕਰਕੇ ਸਿੱਖ ਆਗੂ ਕਹਿੰਦੇ ਨਾ ਅੰਬਾਲਾ ਨਹੀਂ ਕੱਢਣਾ ਇਹਦੇ ਚੋਂ। ਇਹਦੇ ਪ੍ਰਤੀ ਕਰਨ ਦੇ ਵਿੱਚ ਮੋੜ ਵੀ ਇਹ ਨਾ ਤਜਵੀਜ਼ ਦੇਖੀ ਵੀ ਰਾਵਲਪਿੰਡੀ ਤੇ ਮਲਤਾਨ ਡਿਵੀਜ਼ਨ ਆ ਜਿਹੜੀਆਂ, ਮਿੰਟਗੁਮਰੀ, ਲਾਇਲਪੁਰ ਛਾਦੋ, ਇਹ ਕੱਢਦੇ ਵਿੱਚੋਂ। ਤੇ ਬਈ ਰਾਵਲਪਿੰਡੀ ਤੇ ਮਲਤਾਨ ਦੋਨੇ ਡਿਵੀਜ਼ਨਾਂ ਨੇ ਜਿਹੜੀਆਂ ਪੰਜਾਬ ਨਾਲੋਂ ਤੋੜ ਕੇ ਸਰਹੱਦੀ ਸੂਬੇ ਨਾਲ ਲਾ, ਇਹਦਾ ਮੁਸਲਮਾਨ ਘੱਟ ਗਿਣਤੀ ਚ ਆ ਜਾਣਗੇ। ਦੇਖੋ ਟਾਰਗੇਟ ਇੱਕੋ ਹੀ ਬੰਦੇ ਨੇ, ਬਈ ਉਧਰ ਨੂੰ ਹੀ ਝਾਕਣਾ, ਹੋਰ ਪਾਸੇ ਨੂੰ ਨਹੀਂ। ਉਹ ਕਹਿੰਦਾ ਅੰਬਾਲੇ ਨੂੰ ਰਹਿਣ ਦਿਓ, ਉਧਰਲੇ ਕੱਢ ਦਿਓ। ਅੱਛਾ, ਇਹਦੇ ਕਿ ਹਾਂ ਵੀ ਇਹ ਘੱਟ ਗਿਣਤੀ ਚ ਆ ਜਾਣਾ, ਅਸੀਂ ਵੱਧ ਚ ਆ ਜਾਣਗੇ। ਉਹਦੇ ਮੁਸਲਮਾਨਾਂ ਨੇ ਵਿਰੋਧ ਕਰਤਾ, ਕਹਿੰਦੇ ਅਸੀਂ ਕਿਉਂ ਕੱਟੀਏ ਵੀ ਪੰਜਾਬ ਚ ਉਹਨੂੰ, ਪੰਜਾਬ ਦਾ ਹਿੱਸਾ ਅਸੀਂ ਸਰਹੱਦੀ ਸੂਬੇ ਚ ਕਿਉਂ ਬੋੜੀ, ਸਾਡੀ ਸਭ ਤੋਂ ਵੱਡੀ ਗਿਣਤੀ ਹੈ। ਉਹ ਮੁਸਲਮਾਨਾਂ ਨਾਲ ਬੇਇਨਸਾਫੀ ਸੀ। ਉਹਦੇ ਵੇਲੇ ਮੁਸਲਮਾਨ ਆਗੂਆਂ ਨੇ ਸਮੁੱਚੇ ਪੰਜਾਬ ਨੂੰ ਪਾਕਿਸਤਾਨ ਚ ਸ਼ਾਮਲ ਕਰਨ ਦੀ ਜਿਹੜੀ ਗੱਲ ਦੀ ਜਿੱਦ ਹੈ ਜਿਹੜੀ, ਉਹ ਸਿੱਖਾਂ ਨਾਲ ਘੋਰ ਨਿਆ ਸੀ, ਕਿਉਂਕਿ ਉਹਨੂੰ ਇਉਂ ਲੱਗਦਾ ਵੀ ਅਸੀਂ ਇਹਨਾਂ ਦੇ ਥੱਲੇ ਨਹੀਂ ਰਹਿਣਾ। ਹਿੰਦੂ ਜਿੰਨੇ ਆਗੂ ਸੀ ਉਹ ਪੰਜਾਬ ਦੇ ਇਹਦੇ ਹਿੱਸੇ ਨੂੰ ਹਿੰਦੁਸਤਾਨ ਨਾਲ ਜੋੜਨ ਦੀ ਗੱਲ ਕਰ ਰਹੇ ਸੀ, ਪਰ ਆਪਣੇ ਲੋਕ ਕਿਉਂ ਕਹਿੰਦੇ ਵੀ ਨਾ ਤੁਹਾਡੇ ਵਾਲੇ ਦੀ ਇੱਧਰ ਠੀਕ ਆ। ਪੰਜਾਬ ਦੇ ਤਿੰਨੇ ਹੀ ਪੂਰਬੀ, ਕੇਂਦਰੀ ਤੇ ਪੱਛਮੀ ਯੂਨਿਟ ਜੇ ਕਾਇਮ ਕਰ ਦਿੰਦੇ ਨਾ, ਤਿੰਨੇ ਭਾਈਚਾਰੇ ਸੁਖੀ ਵਸਦੇ ਸੀ। ਤਾਂ ਉਹਦੇ 'ਚ ਮੁਸਲਮਾਨ ਪੱਛਮੀ ਪਾਸੇ ਪੂਰੀ ਜਿਹੜੀ ਆਨੰਦ ਆਪਣੀ ਆਜ਼ਾਦੀ ਦਾ ਮਾਣਦੇ ਸੀ। ਘੱਗਰ ਪਾਰਲੀ ਜਿਹੜੀ ਗੈਰ ਪੰਜਾਬੀ ਹਿੰਦੂ ਜਿੰਨਾ ਵੀ ਭਾਈਚਾਰਾ ਸੀ, ਉਹ ਗੰਗਾ ਜਮਨਾ ਕਲਚਰ ਦਾ ਅੰਗ ਬਣ ਕੇ ਉਹ ਆਜ਼ਾਦੀ ਦਾ ਸੁੱਖ ਮਾਣ ਸੀ। ਕੇਂਦਰੀ ਪੰਜਾਬ 'ਚ ਜਿੱਥੇ ਆਪਾਂ ਹੁਣ 33% ਦੀ ਹੈ, ਤਾਂ ਉਹਦੇ 'ਚ ਫਿਰ ਪੰਜਾਬ ਦੀ ਜਦ ਉਹਦੇ 'ਚੋਂ ਪੰਜਾਬ ਦੇ ਪੱਛਮੀ ਹਿੱਸੇ ਦੀ ਸਿੱਖ ਆਬਾਦੀ ਕੇਂਦਰੀ ਪੰਜਾਬ ਦੇ ਵਿੱਚ ਜਦ ਮੁਸਲਿਮ ਵਸੋਂ ਦੇ ਨਾਲ ਜਦ ਉਹਦਾ ਤਬਾਦਲਾ ਹੋਣਾ ਸੀ, ਤਾਂ 60% ਦੀ ਵਸੋਂ ਜਿਹੜੀ ਇਸ ਘੱਗਰ ਤੇ ਰਾਵੀ ਦੇ ਵਿੱਚ ਹੋ ਜਾਣੀ। ਹੁਣ ਸਵਾਲ ਇਹ ਸੀ ਕਿ ਪੋਜੀਸ਼ਨ ਅਮਲਯੋਗ ਸੀ, ਬਰਤਾਨਵੀ ਹਾਕਮ ਦੂਜੀਆਂ ਧਿਰਾਂ ਇਸ ਤਜਵੀਜ਼ ਨਾਲ ਸ਼ਾਮਲ ਹੋ ਸਕਦੀਆਂ ਸੀ। ਇੱਥੋਂ ਮੁੜਦੇ ਆ ਫਿਰ ਵਪਾਰਕ ਸਮੇਤ। ਅੱਜ 80 ਸਾਲਾਂ ਬਾਅਦ ਇਹ ਜਿਹੜੀ ਗੱਲ ਆਪਾਂ ਕਰ ਰਹੇ ਹਾਂ 1940 ਦੇ ਸਮੇਂ ਦੀ ਗੱਲ, ਅੱਜ ਕਿਉਂਕਿ ਸਮਾਂ ਅਲੱਗ ਹੈ, ਸੋਚਣੀ ਅਲੱਗ ਹੈ, ਆਪਾਂ ਇਹ ਗੱਲ ਕਰ ਰਹੇ ਹਾਂ। ਪਰ ਜੇ ਸਿੱਖ ਕੌਮ 80 ਸਾਲ ਬਾਅਦ ਇਹ ਗੱਲ ਕਰ ਰਹੀ ਹੈ, ਜਿਹੜੀਆਂ ਦੂਜੀਆਂ ਦੋਨੇ ਕੌਮਾਂ ਸੀ, ਮੁਸਲਮਾਨ ਤੇ ਹਿੰਦੂ ਕੌਮ, ਉਹ ਵੀ 80 ਵਰੇ ਪਹਿਲਾਂ ਸਾਡੇ ਤੋਂ ਕੋਈ ਜ਼ਿਆਦਾ ਨਹੀਂ ਸੀ, ਵੀ ਕੋਈ ਸਾਡੇ ਨਾਲੋਂ ਵੱਧ ਦਿਮਾਗ ਸੀ ਜਾਂ ਵੱਧ ਜਿਹੜਾ ਉਹਨਾਂ ਦੇ ਹੱਥ ਪੈਰ ਸੀ। ਸਾਡੇ ਦਾ ਮਤਲਬ, ਮੈਂ ਇਹ ਸਾਡੇ ਕੌਮ ਦੇ ਤੌਰ ਤੇ ਨਹੀਂ ਮੈਂ ਗੱਲ ਕਰ ਰਿਹਾ, ਵੈਸੇ ਮੈਂ ਗੱਲ ਮੂੰਹ ਚੋਂ ਨਿਕਲੀ ਜਿਹੜੀ ਕੌਮ ਦੇ ਤੁਸੀਂ ਬੰਦੇ ਨਾ ਆਪਣੇ ਤੌਰ ਤੇ ਕਹਿ ਦਿੰਦੇ ਹੋ, ਵਿੱਚ ਕੋਈ
दो राय नहीं तो ये कोई दाग नहीं। अच्छा, उस समय बौद्धिकता की गल सब तो वड्डी सी, पढ़ाई की गल। हुण जे तुसीं देखियो एक बफर स्टेट दा मान पिछले 30 सालों तो बफर स्टेट कह रहे हैं ना, दोने देशों के बिनू जे शांति च रखना बफर जोन बनाओ। बफर जोन किहड़ा बनूगा? पंजाब बनूगा। मैं वध हक मंगदा, लोग हसदे ने कहंदे जी कित्थे बनाउणा है। कल भी मैं गल करदा सी, पर उस समय कई बार पोजीशनां अमलयोग नहीं लगदियां हुंदियां जे तुसीं कहो बई, पर राजसी विग्यान दे विच ना कई बार इतिहास नूं इहो जिहा मोड़ चढ़दा है जद क्लीयर गल हो गई सी ना भी देश का बंटवारा होना ही होना, क्योंकि दोने पार्ट एक मुस्लिम लीग मन रही सी भी असीं लेना ते गांधी होनी कह यखना वड्डो जिथे थोड़ी वड्डी गिणती है, जाओ परले बन्ने असीं तुहाडे नित पंगे च क्यों पैना, क्योंकि उन्होंने को फिर भी बहुत बड़ा राज सी। उन्होंने पता कहना तुसीं आनंद तां वेखियो, हले तां कदे तां आपां तां लक्कड़ दे विच मेख नहीं लाई किश्ती च, जद किश्ती च बहना तुसीं स्वाद हले तुहानूं पता नहीं ना। गूंगे दे गुड़ खाण वाली गल आ, बोलू की किहो जिहा स्वाद लग्गिया। दोने भाईचारिਆਂ ਦਾ पूरा टकराव, हिंदू ते मुसलमान भाईचारे का टकराव सी, पूरियां शरीक ताकतां लोक टकराव लोकां दा नहीं सी, पर कांग्रेस ते लीग दा पूरा टकराव सी। अच्छा, दोने आगू एक दूजे नूं दबण लई ते एक शक्ति ਵਧਾਉਣ ਲਈ जोर पा रहे सी पूरी। ते उस समय मुस्लिम लीग दे आगू सिखां नूं भरमा रहे सी भी जे साडे वल आ जाओ तां यमुना तक सरहद हुंदी है, दिल्ली विच। अच्छा, कौम नेहरू होनी गांधी होनी सोचते भी यमुना के कंढे आके ये बह गए पंजाब है। जे तुसीं देखदे तां 67 दे विच जद वंडिया तुहाडा पंजाब पंजाबी सूबे की मंग जिहड़ी है उदों पहला जे तुसीं देखदे हो जिहड़ा गड़गांव छड़गांव आले दुआले हरियाणे दा वो सारा पंजाब ही सी ते कित्थे तक सी। अच्छा, गांधी होणां नूं इह सी भी दिल्ली तक ने सब तो वड्डी गल जम्मू कश्मीर का कंट्रोल। जम्मू कश्मीर एक इंडिपेंडेंट स्टेट वजों सी ते वो किवें उहदा कंट्रोल रहना सी। सो वो उधरों का जवाब देता गया ना थोड़े नाल नहीं असीं लड़ना, वो तो पहले ही कहण लग ते जिन्हां दे नाल खड़ना सी उहनां नाल अनकंडीशनल गल कर उत्थे गल हो सकती सी, कोई साइन डॉकूमेंट्स हो सकते सी, क्योंकि विरोध तो पहला जब पहला क्रिप्स दी या तजवीज़ां साइमन कमीशन दी जिहड़ियां गल्लां जदों आउंदे सी उन्हां दे विरोध दे विच पहला ही बैठे सी। ओह कुछ कह रहे सी भी असीं आ करदे कहंदा ना तुहाडे नाल असीं कोई गल नहीं करदे, तुसीं तां पाकिस्तान मुसलमान दी कंट्री बनाउंदे फिरदे हो, साडा तुहाडे नाल मतलब नहीं है। पर जिधर शामिल होना सी उन्हां नूं भी कंडीशन कोई नहीं रखी। वो कहना ना उधर कहता जद कहते गल अक्सर नेहरू कहता तुसीं वारीयर कौम हो, तुसीं देश नूं आजाद करा रहे हो ते कल जब मैं नहीं तुहानूं दऊं घेर लियो मैनूं तुसीं आके किड्डा क काम है ये। वो तां पता जद लग्या ना 47 तो बाद जद गए तारा सिंह होनी भी तू मन नहीं रहा, वो कहना उस समय बात और थी अब बात कोई और है। ये डॉक्यूमेंटेड ने चीज़ां ते जे तुसीं बरतानवी हाकमां की गल करो, बरतानवी हाकमां दे विच सिखां दे मुकाबले वो मुस्लिम भाईचारे नूं बहुत तरजीह दिंदे सी, क्योंकि सिखां दा जिहड़ा विरोध मैं तुहानूं कहा भी मुड़ के कहना भी देश की आज़ादी का मुੱਢ ही गुरद्वारा सुधार लहर दे विचों पहली रिवोल्ट जिहड़ी हुई है 1857 के गदर तो बाद, जिहड़ा सब तो बाद दा जिहड़ी एक्ट करदा जिहनूं गांधी कहदा भी इस देश की आज़ादी का राह खुल गया हो, वो कित्थों हुई गुरद्वारा सुधार लहर तो पहली बार जद फरंगी कहना सी महंत थोड़ा दुश्मनों कहने महंत नहीं है तू है ये पिछे, तू जरा पिछे खेसी की बुक्कल ले खड़ा तू है ये पिछे इतों तैनू सीधा करना है। सिख आगूआं दी जिन्नी जिहड़ी पोजीशन दी मंगां सी वो तर्क विहूणियां भी सी किते ते अंग्रेज हाकम ने उत्थे सहमत नहीं सी होना। बरतानवी हाकम दे विच जिहड़ा प्रभावशाली वर्ग खास तौर ते फौजी जिहड़ा पिछोकड़ सी वो सिखां दे काफी हमैती सी, पैटर्न मून ते मेजर शार्ट वर्गे वो चाहुंदे सी यार भी कुछ ना कुछ हो जवे इन्हां दी कहानी कोई बन जवे।
ਪਰ ਉਹਦਾ ਨਤੀਜਾ ਨਾ ਨਿਕਲਿਆ। ਕਾਰਨ ਇਹ ਸੀ ਕਿ ਸਾਡੇ ਲੀਡਰ ਜਿਹੜੇ ਗੱਲ ਕਰਨ ਵਾਲੇ ਸੀ ਉਹ ਨਹਿਰੂ ਤੇ ਗਾਂਧੀ ਨਾਲ ਘਿਓ ਖਿਚੜੀ ਹੋ ਇੰਨੇ ਸੀ, ਉਹ ਕੋ ਕਹਿ ਹੀ ਨਹੀਂ ਸੀ ਰਹੇ। ਜੇ ਜਦ ਹੀ ਉਸ ਸਮੇਂ ਜਾਂ ਸਾਈਮਨ ਕਮਿਸ਼ਨ ਨੇ, ਮੈਂ ਹੁਣ ਫੇਰ ਕਹਿਣਾ ਨਹਿਰੂ ਰਿਪੋਰਟ ਦੀ ਗੱਲ, ਉਸ ਸਮੇਂ ਪੰਜਾਬ ਦੀਆਂ ਹੱਦਬੰਦੀਆਂ ਦੀਆਂ ਗੱਲਾਂ ਚੱਲਦੀਆਂ, ਉਹਦਾ ਕਿਹਾ ਹੀ ਨਹੀਂ। ਜਿਵੇਂ ਮੁਸਲਿਮ ਲੀਗ ਨੇ ਕਹਿਣ ਲੱਗ ਗਏ ਸੀ 1920 ਚ, ਉਹ ਕਹਿੰਦਾ ਠੀਕ ਹੈ ਦੇਸ਼ ਆਜ਼ਾਦ ਹੋਊਗਾ, ਕਰਾਵਾਂਗੇ, ਕਰਦੇ ਆ, ਤੇ ਸਾਡੇ ਲਈ ਕੀ ਹੈ ਇਹਦੇ ਚ, ਪਹਿਲੇ ਦਿਨੋਂ ਹੀ ਕਹਿਣ ਲੱਗ ਗਏ ਉਹ। ਤੇ ਉਹਨਾਂ ਨੂੰ ਸੁਣ ਕੇ ਵੀ ਆਪ ਨਹੀਂ ਦਿਮਾਗ 'ਚ ਕੀਤਾ, ਕਿਉਂਕਿ ਪ੍ਰਭਾਵ ਹੀ ਇੰਨਾ ਸੀ ਵੀ ਨਹੀਂ ਸਾਡਾ ਇਸ ਦਾ ਇਕੱਠੇ ਰਹਿਣਾ, ਨਹਿਰੂ ਉਹਨਾਂ ਨਾਲ ਸਾਡੀ ਬਹੁਤ ਬਣਦੀ, ਤੁਸੀਂ ਚਲੋ ਤੁਹਾਡੇ ਨਾਲ ਨਹੀਂ। ਜੇ ਗਹਿਰ ਇਹਦੇ 'ਚ ਥੋੜੀ ਜਿਹੀ ਗੰਭੀਰ ਧਾਰਨ ਥੋੜਾ ਬਹੁਤਾ ਕੁਛ ਕੀਤਾ ਹੁੰਦਾ, ਇਹ ਕਿਸੇ ਪਾਸੇ ਗੱਲ ਹੋ ਸਕਦੀ। ਹੁਣ ਬਾਅਦ 'ਚ ਮਾਸਟਰ ਤਾਰਾ ਸਿੰਘ ਨੇ ਦੇ ਬਿਆਨ ਨੇ ਜਿਹੜੇ ਉਹ ਇਹ ਨੇ ਕਿ ਉਹ ਕਹਿੰਦਾ ਸਿੱਖ ਸਟੇਟ ਦੀ ਮੰਗ ਵਿੱਚ ਜ਼ੋਰ ਨਹੀਂ ਸੀ ਭਰਦਾ ਉਸ ਸਮੇਂ, ਵੱਡਾ ਕੋਈ ਫੇਰ ਵੀ ਆਬਾਦੀ 'ਚ ਸਿੱਖ ਬਹੁ ਗਿਣਤੀ ਕੇਵਲ ਤਰਨਤਾਰਨ ਤੇ ਮੋਗਾ 2 ਤਹਿਸੀਲਾਂ ਸੀ, ਇਹ ਤਹਿਸੀਲਾਂ ਨਾਲ ਵੀ ਨਹੀਂ ਸੀ ਲੱਗਦੀਆਂ। ਕਹਿੰਦਾ ਇਸ ਸਟੇਟ ਦੇ ਬਾਰੇ, ਵੱਧ ਅਧਿਕਾਰਾਂ ਦੇ ਬਾਰੇ ਨਾ ਵਾਕਫ ਵੀ ਸੀ ਅਸੀਂ, ਤਾਂ ਨਾਲ ਗੱਲ ਕਰ, ਸਾਨੂੰ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਆਬਾਦੀ 'ਚ ਘੱਟ ਗਿਣਤੀ ਹੁੰਦਿਆਂ ਵੀ ਕਿਸੇ ਢੰਗ ਨਾਲ ਸਟੇਟ ਬਣਦੀ। ਰਾਈਟਿੰਗ ਹੈ ਮਾਸਟਰ ਤਾਰਾ ਸਿੰਘ ਜਿਹੜੀ ਸੁਣਾ ਰਿਹਾ, ਜਿਹੜੇ ਢੰਗ ਨਾਲ ਯਹੂਦੀਆਂ ਨੂੰ ਯਹੂਦੀ ਸਟੇਟ ਬਣਾ ਕੇ ਦਿੱਤੀ ਜਾ ਚੁੱਕੀ ਹੈ, ਇਹ ਗੱਲ ਦਾ ਮੈਨੂੰ ਉਸ ਵੇਲੇ ਪਤਾ ਲੱਗਿਆ 1949 ਜਦ ਮੈਂ ਅਲਮੋੜੇ ਜੇਲ੍ਹ 'ਚ। ਉਸ ਵੇਲੇ ਮੈਨੂੰ ਕਿਸੇ ਨੇ ਦੱਸਿਆ ਕਿ ਰੂਸ ਦੇ ਵੱਡੇ ਅਖਬਾਰ ਪ੍ਰਾਪਦਾ ਨੇ ਲਿਖਿਆ ਕਿ ਦੁਨੀਆ ਵਿੱਚ 2 ਕੌਮਾਂ ਨੇ ਜਿਹਨਾਂ ਦਾ ਕੋਈ ਘਰ ਨਹੀਂ ਬਣਿਆ, ਭਾਵੇਂ ਉਹਨਾਂ ਵਿੱਚ ਕੌਮੀਅਤ ਦੇ ਸਾਰੇ ਗੁਣ ਨੇ, ਇੱਕ ਨੇ ਯਹੂਦੀ ਤੇ ਦੂਜੇ ਸਿੱਖ। ਯਹੂਦੀਆਂ ਲਈ ਤਾਂ ਘਰ ਬਣਾ ਦਿੱਤਾ, ਪਰ ਸਿੱਖ ਬਿਨਾਂ ਘਰ ਤੋਂ। ਕਹਿੰਦਾ ਇਹ ਸੁਣ ਕੇ ਮੈਂ ਮੁੰਬਈ ਤੋਂ ਨਿਕਲਦੇ ਯਹੂਦੀ ਅਖਬਾਰ ਇਜ਼ਰਾਈਲ ਨੂੰ ਮੰਗਵਾਉਣਾ ਸ਼ੁਰੂ ਕੀਤਾ। ਇਜ਼ਰਾਈਲ ਵਿੱਚ ਮੈਂ ਪੜ੍ਹਿਆ ਕਿ ਯਹੂਦੀ ਸਟੇਟ ਬਣਾਏਗੀ ਤਾਂ ਉੱਥੇ ਯਹੂਦੀਆਂ ਦੀ ਆਬਾਦੀ 46,000, ਈਸਾਈਆਂ ਦੀ 86,000 ਤੇ ਮੁਸਲਮਾਨਾਂ ਦੀ 6 ਲੱਖ ਜਿੱਦਣ ਸਟੇਟ ਬਣੀ। ਕੁਝ ਸਾਲਾਂ ਦੇ ਵਿੱਚ ਹੀ ਯਹੂਦੀਆਂ ਦੀ ਬਸੋਂ ਉੱਥੇ 6 ਲੱਖ ਹੋ ਗਈ। ਯਹੂਦੀ ਭਾਰੀ ਗਿਣਤੀ 'ਚ ਬਾਹਰੋਂ ਆ ਕੇ ਆਜ਼ਾਦ ਹੋ ਗਏ ਤੇ ਆਬਾਦ ਹੋ ਰਹੇ ਤੇ ਹੋਰ ਹੋਏ ਨੇ ਤੇ ਹੋ ਰਹੇ ਹਨ। ਮਾਸਟਰ ਤਾਰਾ ਸਿੰਘ ਦੀ ਰਾਈਟਿੰਗ ਹੈ। ਸੋਮਵਾਰ ਨੂੰ 47 ਤੋਂ ਜਿਹੜਾ 78 ਤੱਕ ਦਾ ਸਮਾਂ ਉਹਦਾ ਸੈਗਮੈਂਟ ਸ਼ੁਰੂ ਹੋ। ਮਾਫੀ ਚਾਹੁੰਦਾ, ਅੱਜ ਮੈਂ ਮੇਰਾ ਪਿੰਡ ਮੇਰੇ ਖੇਤ ਦੀ ਗੱਲ ਨਹੀਂ ਕਰ ਸਕਿਆ, ਮਨ ਵੀ ਨਹੀਂ ਸੀ, ਪਰ ਚਾਹੇ ਦਿਨ ਇਹ ਹੁੰਦਾ ਜਿਹੜੀਆਂ ਘਟਨਾਵਾਂ ਘਟ ਰਹੀਆਂ ਭਾਈਚਾਰੇ ਦੇ ਵਿੱਚ ਉਹ ਬਹੁਤ ਮਾੜੀਆਂ ਨੇ, ਅਤ ਮਾੜੀਆਂ ਨੇ। ਇਹ ਰੁਕਣੀਆਂ ਨਹੀਂ। ਹੁਣ ਤੁਸੀਂ ਇਹ ਸੁਣਿਓ ਗੱਲ, ਇਹ ਰੁਕਣੀਆਂ ਨਹੀਂ ਹੈ, ਇਹ ਖਤਰਨਾਕ ਹੋਣੀਆਂ ਨੇ। ਹੋਰ ਇਹ ਜਿਹੜਾ 4 ਗਰੁੱਪ ਲੜ ਰਹੇ ਨੇ, ਇਹ ਹੁਣ ਰਿਵੈਂਜ ਰਾਈਵਲੀ ਦੇ ਵਿੱਚ ਇਹਨੂੰ ਦੇਖੋ ਨਾ, ਇੱਕ ਦੂਜੇ ਤੋਂ ਲਿਖ ਵੀ ਰਹੇ ਨੇ। ਕੰਗ ਤੋਂ ਬਾਅਦ ਕੰਟੀਨਿਊ ਚੱਲ ਰਿਹਾ। ਕੰਗ ਤੋਂ ਵੱਡੇ ਫਿਰ ਅਰਬ ਧਾਲੀਵਾਲ, ਕਰਮਨ ਗਿੱਲ, ਜੈਜ਼ੀ ਕਾਲਕਟ ਜਿਹੜੀ ਅੱਜ ਹੋਈ ਹੈ, ਇਹ ਗਰੁੱਪ ਦੇ ਮੇਨ ਇਹ ਗਰੁੱਪ ਦੇ ਮੈਂਬਰ ਨੇ। ਉਧਰ ਜਿਵੇਂ ਕੰਗ ਮੇਨ ਗਰੁੱਪ ਦਾ ਮੈਂਬਰ ਸੀ, ਇੱਧਰ ਬ੍ਰਦਰਜ਼ ਕੀਪਰ ਦੇ ਮੇਨ ਬੰਦੇ ਨੇ, ਜਿਹਦੇ ਚ ਅਰਬ ਧਾਲੀਵਾਲ, ਜੈਜ਼ੀ ਕਾਲਕਟ, ਕਰਮਨ ਗਰੇਵਾਲ UN ਦਾ ਮੇਨ ਮੈਂਬਰ ਸੀ। ਹੁਣ ਜਿਹਦਾ ਇੱਕ ਫੁੱਲ ਟੁੱਟਦਾ ਉਹ ਕਹਿੰਦਾ ਸਾਡਾ ਤੋੜ ਤਾਂ ਦੂਜਾ ਤੋੜਨਾ। ਜਿਹਦੇ ਕਰਕੇ ਘਰੋਂ ਨਿਕਲੇ ਸੀ, ਜਿਹੜੇ ਕੰਮ ਖਾਤਰ ਨਿਕਲੇ ਸੀ, ਡਰੱਗ ਟ੍ਰੇਡ ਖਾਤਰ, ਉਹ ਨਹੀਂ ਹੋ ਰਿਹਾ। ਕਮਾਈ ਕਹਿੰਦੇ ਉਹ ਜੇ ਲੋਕ ਲੱਗੇ, ਕਮਾਈ ਵੀ ਨਹੀਂ ਹੋ ਰਹੀ, ਰਾਈਵਲੀ ਹੋ ਰਿਹਾ। ਮਾਪੇ ਜਿਹੜੇ ਨੇ ਉਹ ਘਲਾੜੀ ਦੇ ਵਿੱਚ ਦੀ ਅੱਧੇ ਲੰਘੇ ਪੈ ਨੇ, ਨਾ ਮੂਹਰੇ ਨਾ ਪਿੱਛੇ, ਕਿਸੇ ਪਾਸੇ ਨੂੰ ਨਹੀਂ। ਪੁੱਤ ਹੱਥੋਂ ਜਾ ਰਿਹਾ, ਪੁੱਤਾਂ ਨੂੰ ਖਰਚਾ ਵੀ ਦਿੰਦੇ ਆ, ਘਰੇ ਰੱਖਣਾ ਚਾਹੁੰਦੇ ਆ, ਉਹ ਘਰੇ ਸੇਫ ਨਹੀਂ, ਬਾਹਰ ਭੇਜਦੇ ਆ, ਬਾਹਰ ਸੇਫ ਨਹੀਂ। ਮਤਲਬ ਰੌਲਾ ਕੁਛ ਨਹੀਂ ਹੈ, ਰੌਲਾ ਆਪਸ ਵਿੱਚ ਦੁਸ਼ਮਣੀ ਦਾ ਰਹਿ ਗਿਆ। ਹੁਣ ਤਰਫ ਤੁਰਫ ਵਾਲੀਆਂ ਗੱਲਾਂ ਤਾਂ ਪਿੱਛੇ ਰਹਿ ਗਈਆਂ। ਤਰਫ ਵਾਲੀ ਗੱਲ ਤਾਂ, ਕਮਾਈ ਵਾਲੀ ਗੱਲ ਤਾਂ ਪਿੱਛੇ ਰਹਿੰਦੇ। ਜਦ ਮਾਰਨ ਲਈ ਇੱਕ ਦੂਜੇ ਨੂੰ ਤੁਸੀਂ ਤੁਰੇ ਫਿਰਦੇ ਹੋ, ਤਰਫ ਦਾ ਕੰਟਰੋਲ ਕੋਈ ਹੋਰ ਕਰ ਰਿਹਾ। ਤਰਫ ਦਾ ਕੰਟਰੋਲ ਪੰਜਾਬੀਆਂ ਦਾ ਇੱਕ ਗਰੁੱਪ ਹੋਰ ਗੋਰਿਆਂ ਨਾਲ ਰਲ ਕੇ ਬਿਜ਼ਨਸ 50, 60, 70% ਉਹ ਟੇਕ ਓਵਰ ਕਰ ਰਹੇ। ਉਹ ਕਹਿੰਦੇ ਲੜਨਾ ਨਹੀਂ, ਪੈਸੇ ਬਣਾਓ ਬਸ, ਕਿਸੇ ਨਾਲ ਨਹੀਂ ਲੜਨਾ। ਵਪਾਰਕ ਸੰਦੇਸ਼।
ਇਹ ਸੀ ਅੱਜ ਦਾ ਪ੍ਰੋਗਰਾਮ ਜੀ। ਕੱਲ ਨੂੰ ਸੋਮਵਾਰ ਨੂੰ ਵਾਪਸ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ। ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਇਹਦੇ ਬਾਰੇ ਸੋਚੀਏ, ਆਪਾਂ ਕੁਛ ਦਾ ਹੱਲ ਕਰੀਏ। ਰੱਬ ਰਾਖਾ, ਦਾਤਾ ਕਿਰਪਾ ਰੱਖੇ ਭਾਈਚਾਰੇ।